ਕਿਉ ਸਚਿਆਰਾ ਹੋਈਐ, ਕਿਉ ਸਚਿਆਰਾ ਹੋਈਐ, ਕਿਉ ਕੂੜੈ ਟੁੱਟੈ ਪਾਰ, ਕਿਉ ਕੂੜੈ ਟੁੱਟੈ ਪਾਰ। ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਮ, ਨਾਨਕ ਲਿਖਿਆ ਨਾਮ। ਪਿਆਰੀ ਸਾਧ ਸੰਗਤ ਜੀ, ਇਹ ਸਾਡੀ ਅੱਜ ਦੀ 16ਵੀਂ ਪੌੜੀ। ਇਹ 16ਵੀਂ, 17ਵੀਂ, 18ਵੀਂ ਅਤੇ 19ਵੀਂ, ਇਹ 4 ਪੌੜੀਆਂ ਦੇ ਅਖੀਰ ਵਿੱਚ 4 ਪੰਕਤੀਆਂ ਜੋ ਸਾਨੂੰ ਸਿਮਿਲਰ ਦੇਖਣ ਨੂੰ ਮਿਲਦੀਆਂ। ਇਹਨਾਂ 'ਚੋਂ ਕੇਵਲ 18ਵੀਂ ਪੌੜੀ ਹੈ ਜਿਹਦੇ ਵਿੱਚ ਕੁਦਰਤ ਕੌਣ ਕਹਾ ਵਿਚਾਰ ਦੇ ਬਦਲੇ ਨਾਨਕ ਨੀਚ ਕਹਿ ਵਿਚਾਰ ਹੈ। ਬਾਕੀ ਜੋ ਤੁਧ ਭਾਵੈ ਸਾਈ ਪੱਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ, ਸਾਰੀਆਂ ਪੰਕਤੀਆਂ ਸੇਮ ਨੇ। ਜੋ ਤੁਧ ਭਾਵੈ ਸਾਈ ਪੱਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ, ਮੇਰੀ ਸਲਾਮਤੀ ਵਾਸਤੇ ਕੋਈ ਸੁਨੇਹਾ ਦਿੱਤਾ ਜਾ ਰਿਹਾ। ਮੇਰੀ ਸਲਾਮਤੀ ਇਹਦੇ 'ਚ ਹੈ ਕਿ ਮੈਂ ਆਪਣੀ ਕੂੜ ਦੂਰ ਕਰਾਂ ਔਰ ਰੱਬੀ ਕਮਿਕਤਾ ਮਹਿਸੂਸ ਕਰ ਸਕਾਂ, ਵਰਨਾ ਮੈਂ ਕਦੇ ਵੀ ਇਹ ਆਪਣਾ ਜੀਵਨ ਦਾ ਸੁੱਖ ਨਹੀਂ ਮਾਣ ਸਕਾਂਗਾ। ਇਹਦੇ ਵਾਸਤੇ ਮੈਨੂੰ ਆਪਣੀ ਕੂੜ ਤੋਂ ਛੁੱਟਣਾ ਹੀ ਪਏਗਾ। ਕੂੜ ਤੋਂ ਛੁੱਟਣ ਵਾਸਤੇ ਹਰ ਇਨਸਾਨ ਨੂੰ ਆਪਣੇ ਆਪ 'ਤੇ ਕੰਮ ਕਰਨਾ ਪੈਂਦਾ ਹੈ। ਇਹਦੇ ਵਿੱਚ ਮਾਤ ਪਿਤਾ, ਭਾਈ, ਸੁਤਬੰਧ, ਪਿਆ, ਸਾਡੇ ਰਿਸ਼ਤੇਦਾਰ ਜਾਂ ਕੋਈ ਵੀ ਇਹਦੇ ਵਿੱਚ ਸਾਥ ਸਾਨੂੰ ਨਹੀਂ ਦੇ ਸਕਦਾ। ਕੇਵਲ ਅਸੀਂ ਆਪਣੇ ਆਪ 'ਤੇ ਕੰਮ ਕਰਦੇ ਹਾਂ। ਤਾਂ ਆਪਣੀ ਸਲਾਮਤੀ ਵਾਸਤੇ ਪਹਿਲਾਂ ਇਹ ਸੱਚ ਦਾ ਸੁਨੇਹਾ ਪਸੰਦ ਆਉਣਾ ਚਾਹੀਦਾ ਤਾਂ ਕਿ ਮੈਂ ਠੀਕ ਹੋ ਸਕਾਂ। ਇਸ ਕਰਕੇ ਜੋ ਤੁਧ ਭਾਵੈ ਸਾਈ ਭਲੀਕਾਰ ਦਾ ਮਤਲਬ ਰੱਬ ਜੀ ਦੀ ਕਾਰ ਤੇ ਭਲੀ ਹੈ। ਜੋ ਗੁਰ ਕਿਹਾ ਉਕਾਰ ਜੀਣਾ, ਗੁਰ ਕਿਹਾ ਸਾਕਾਰ ਕਮਾਓ। ਉਹ ਕਾਰ ਤੇ ਕਮਾਉਣੀ ਚੰਗੀ ਹੈ, ਪਰ ਜੇ ਤੈਨੂੰ ਭਾਉਂਦੀ ਹੋਵੇ, ਉਹ ਕਾਰ ਤੁਧ ਭਾਵੈ ਕੌਣ ਹੈ? ਕਾਰ ਨੂੰ ਪਸੰਦ ਕਰਨ ਵਾਲਾ ਮੇਰਾ ਮਨ ਹੈ। ਜਦੋਂ ਇਹ ਪਸੰਦ ਕਰੇਗਾ ਤਾਂ ਇਹ ਉਹ ਕਾਰ ਕਮਾਏਗਾ। ਜੇ ਨਹੀਂ ਪਸੰਦ ਕਰੇਗਾ ਤੇ ਆਪਣੇ ਦੁਨੀਆਦਾਰੀ ਦੇ ਜੀਵਨ ਵਿੱਚ ਮਸਤ ਰਹੇਗਾ। ਜਾਂ ਅਸੀਂ ਆਪਣੇ ਕੰਮਾਂ ਕਾਜਾਂ ਤੱਕ ਹੀ ਮਹਦੂਦ ਰਹਿੰਦੇ ਹਾਂ, ਜਾਂ ਆਪਣੀਆਂ ਪੜ੍ਹਾਈਆਂ ਤੱਕ ਮਹਦੂਦ ਰਹਿੰਦੇ ਹਾਂ, ਜਾਂ ਆਪਣੇ ਟੱਬਰ ਜਿਸ ਨੂੰ ਹਾਊਸ ਚੋਰਸ ਕਹਿੰਦੇ ਨੇ, ਘਰ ਦੇ ਕੰਮਾਂ ਤੱਕ। ਲੇਕਿਨ ਗੁਰੂ ਦੀ ਕਾਰ ਕਮਾਉਣ ਵਾਸਤੇ ਮੈਨੂੰ ਆਪਣੇ ਨਿੱਜੀ ਜੀਵਨ ਤੋਂ ਹੀ ਇਲਾਵਾ ਇੱਕ ਹਕੀਕਤ ਨੂੰ ਦੇਖਣ ਦੀ ਅੱਖ ਪ੍ਰਾਪਤ ਹੁੰਦੀ ਹੈ। ਸੋ ਇਹ 4 ਪੌੜੀਆਂ ਵਿੱਚ ਇਹ ਇੱਕ ਕਿਸਮ ਦਾ ਰਹਾਓ ਸਮਝ ਕੇ ਚੱਲਦੇ ਹਾਂ। ਹੁਣ ਤੱਕ ਅਸੀਂ ਇਤਨਾ ਸਮਝਿਆ ਸੀ ਕਿ ਚੁੱਪ ਰਹਿਣ ਨਾਲ, ਭੁੱਖੇ ਰਹਿਣ ਨਾਲ, ਕਈ ਕਿਸਮਾਂ ਦੀਆਂ ਚਤਰਾਈਆਂ ਸਿਆਣਪਾਂ ਦੇ ਨਾਲ, ਸੁਚਮ ਕਰਨ ਦੇ ਨਾਲ ਇਹ ਕੂੜ ਦੂਰ ਨਹੀਂ ਹੁੰਦੀ। ਪਹਿਲੀ ਪੌੜੀ ਫਿਰ ਉਹਦੇ ਵਿੱਚ ਕਿਹਾ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਜੇ ਕੂੜ ਤੋਂ ਛੁੱਟਣਾ ਤਾਂ ਜੋ ਰੱਬ ਜੀ ਦੀ ਰਜ਼ਾ ਭਾਵ, ਜੋ ਅੰਦਰੋਂ ਅੰਤःਕਰਣ ਤੋਂ ਤੇਰੇ ਹਿਰਦੇ 'ਚੋਂ ਵਸੀ ਰੱਬ ਹਿਆਲੀ ਹੈ, ਰੱਬ ਜੀ ਨੇ ਜਿਹੜਾ ਸੁਨੇਹਾ ਦਿੱਤਾ ਉਹਦੇ ਮੁਤਾਬਕ ਜੀਵੋ, ਤਾਂ ਇਹ ਕੂੜ ਦੂਰ ਹੁੰਦੀ ਹੈ। ਹੁਕਮ ਰਜ਼ਾਈ ਚੱਲਣਾ, ਚੱਲਣਾ ਮੀਨਸ ਐਸਾ ਜੀਵਨ ਜੀਵਣਾ। ਇਹ ਜੀਵਨ ਜੀਣ ਵਾਸਤੇ ਸਾਨੂੰ ਆਪਣੇ ਆਪ ਨੂੰ ਅੰਦਰੋਂ ਪਹਿਲਾਂ ਠੀਕ ਕਰਨਾ ਪੈਂਦਾ, ਤਾਂ ਉਹ ਬਾਹਰ ਪੋਰਟਰੇ ਹੁੰਦਾ ਵੈਸਾ ਜੀਵਨ। ਜੇ ਮੇਰਾ ਅੰਦਰੋਂ ਮਿੱਠਾ ਬੋਲ ਨਹੀਂ ਹੈ ਤਾਂ ਮੈਂ ਬਾਹਰੋਂ ਨਹੀਂ ਬੋਲ ਸਕਦਾ। ਜੇ ਅੰਦਰੋਂ ਮੈਨੂੰ ਕ੍ਰੋਧ ਚੜ੍ਹਦਾ ਔਰ ਮੈਂ ਕਲਪਦਾ ਹਾਂ ਤਾਂ ਮੇਰਾ ਬਾਹਰ ਵੀ ਉਹ ਕਲ ਪੋਰਟਰੇ ਹੋ ਜਾਏਗੀ। ਇਹਦਾ ਮਤਲਬ ਮੈਨੂੰ ਆਪਣੇ ਆਪ ਨੂੰ ਅੰਦਰੋਂ ਠੀਕ ਕਰਨਾ ਪਏਗਾ। ਅੰਦਰੋਂ ਮੇਰੇ ਰੱਬ ਜੀ ਦਾ ਸੁਨੇਹਾ ਹੈ, ਜਿਸ ਨੂੰ ਹੁਕਮੀ ਕਹਿੰਦੇ ਨੇ। ਸਾਰੀ ਦੁਨੀਆ ਸਮਝਦੀ ਹੈ ਰੱਬ ਹੁਕਮੀ ਹੈ, ਪਰ ਅੰਦਰੋਂ ਮੈਨੂੰ ਮੇਰਾ ਮਨ ਵੀ ਹੁਕਮ ਕਰਦਾ ਹੈ। ਸੋ ਦੂਜੀ ਪੌੜੀ ਵਿੱਚ ਹੁਕਮ ਦੀ ਗੱਲ ਕਰਕੇ
ਆਸਤਾ ਆਸਤਾ ਇਸ ਦੀ ਨਵੀਂ ਸ੍ਰਿਸ਼ਟੀ ਦੀ ਸਾਜਨਾ ਕਰਨ ਵਾਸਤੇ ਇਸ ਨੂੰ ਕਿਹਾ ਤੂੰ ਸੱਚ ਤੋਂ ਮੂੰਹ ਫੇਰਿਆ ਹੋਇਆ ਹੈ, ਮੂੰਹ ਫੇਰਿਆ ਮੂੰਹ ਝੂਠਾ ਹੋਏ। ਸੱਚ ਤੋਂ ਮੂੰਹ ਫੇਰ ਲਓ ਨਾ, ਝੂਠੇ ਹੋ ਜਾਂਦੇ ਨੇ, ਅਪਵਿੱਤਰ ਹੋ ਜਾਂਦੇ ਨੇ। ਹੁਣ ਮੈਨੂੰ ਨਾਨਕ ਚੁਲੀਆਂ ਸੁੱਚੀਆਂ ਸਮਝਾਈਆਂ ਕਿਸ ਤਰ੍ਹਾਂ ਸੁੱਚੇ ਹੋਈਦਾ। ਜੇ ਭਰ ਜਾਣਾ ਕੋਈ, ਜੇ ਕਿਸੇ ਨੂੰ ਭਰਨੀ ਆਉਂਦੀ ਹੋਏਗੀ, ਸੱਚੀ ਸੁੱਚੀ ਚੁੱਲੀ ਕਿਸ ਤਰ੍ਹਾਂ ਭਰੀਦਾ ਉਹ ਸਤਿਗੁਰ ਕੋਲੋਂ ਪੁੱਛਦੇ ਹਾਂ। ਫਿਰ ਸਤਿਗੁਰ ਸਾਨੂੰ ਖੋਟਿਓਂ ਖਰਾ ਕਰ ਦਿੰਦਾ ਹੈ। ਪਾਰਸ ਦੇ ਨਾਲ ਅਸੀਂ ਆਪਣਾ ਅਵਗੁਣੀ ਮਨੂਰ ਭਰਿਆ ਲੋਹਾ ਕੰਚਨ ਵਰਗਾ ਕਰਨ ਜੋਗੇ ਹੋ ਜਾਂਦੇ ਹਾਂ। ਇਸ ਤੋਂ ਬਾਅਦ ਮੇਰੇ ਮਨ ਨੂੰ ਨਿਜ ਘਰ ਅੰਦਰ ਜਿੱਥੇ ਰੱਬ ਜੀ ਵਸਦੇ ਨੇ, ਉੱਥੇ ਇਸ ਦੀ ਮੂਰਤੀ ਨੂੰ ਟਿਕਾਣ ਦਾ ਢੰਗ ਸਮਝਾਇਆ ਕਿ ਅੰਦਰ ਰੱਬ ਜੀ ਦੇ ਦੁਨੀਆ ਅੰਦਰ ਕਦੀ ਵੀ ਕੋਈ ਇਨਸਾਨ ਜੇ ਪੱਥਰ ਗਾਰੇ ਦੀ ਮੂਰਤੀ ਬਣਾਉਂਦਾ ਹੈ, ਉਸ ਮੂਰਤੀ ਨੂੰ ਕਿਸੇ ਵੀ ਮੰਦਰ ਵਿੱਚ ਸਥਾਪਿਤ ਨਹੀਂ ਕੀਤਾ ਜਾਂਦਾ ਜਦੋਂ ਤੱਕ ਉਸ ਦਾ ਇੱਕ ਪੂਰਾ ਪ੍ਰੋਸੈਸ ਨਾ ਕੀਤਾ ਜਾਏ। ਫਿਰ ਇੱਕ ਖਾਸ ਢੰਗ ਹੁੰਦਾ ਮੂਰਤੀ ਨੂੰ ਅੰਦਰ ਸਥਾਪਿਤ ਕਰਦੇ ਨੇ। ਮੇਰੇ ਨਿਜ ਘਰ ਅੰਦਰ ਮੇਰੇ ਮਨ ਦੀ ਮੂਰਤੀ ਨੂੰ ਸਥਾਪਿਤ ਕਰਨਾ, ਉਹਨੂੰ ਕਹਿੰਦੇ ਨੇ ਸੂਰਜ ਕਿਰਨ ਮਿਲੀ ਜਲ ਕਾ ਜਲੂ ਆਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਉਹਨੂੰ ਕਹਿੰਦੇ ਨੇ ਸਤਿਗੁਰ ਕੀ ਜਿਸਨੂੰ ਮਤ ਆਵੈ ਸੋ ਸਤਿਗੁਰ ਮਾਏ ਸਮਾਨਾ। ਉਹ ਅੰਦਰ ਉਹਦੀ ਮੂਰਤੀ ਸਥਾਪਿਤ ਹੋ ਜਾਂਦੀ ਹੈ। ਜਦੋਂ ਤੱਕ ਮੂਰਤੀ ਅੰਦਰ ਸਥਾਪਿਤ ਨਹੀਂ ਹੋਈ ਹੈ ਤਾਂ ਤੱਕ ਵੀ ਮੇਰਾ ਮਨ ਹੀ ਇਸ ਸਰੀਰ ਉੱਤੇ ਹੁਕਮ ਕਰਦਾ ਹੈ, ਲੇਕਿਨ ਮੈਨੂੰ ਖੁਆਰੀ ਵੱਲ ਜਾਂਦਾ ਹੈ। ਲੇਕਿਨ ਜਦੋਂ ਮੂਰਤੀ ਅੰਦਰ ਸਥਾਪਿਤ ਹੋ ਜਾਂਦੀ ਹੈ ਤਾਂ ਵੀ ਮੇਰਾ ਮਨ ਹੀ ਇਸ ਸਰੀਰ ਨੂੰ ਮਨੂਵਰ ਕਰਦਾ ਹੈ ਪ੍ਰੋਪਰ ਢੰਗ ਨਾਲ। ਇਸ ਦਾ ਰਾਜਾ ਸੁਲਤਾਨ ਹੈ, ਲੇਕਿਨ ਇਹ ਕੁੜਿਆਰ ਤੋਂ ਫਿਰ ਸਚਿਆਰ ਬਣ ਜਾਂਦਾ ਹੈ। ਜੇ ਕੁੜਿਆਰ ਬਣਿਆ ਰਵੇ ਤਾਂ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਵਾਲਾ ਸਾਰਾ ਜੀਵਨ ਬਣਿਆ ਰਹਿੰਦਾ, ਪਰ ਜੇ ਸਚਿਆਰ ਹੋ ਜਾਏ ਤਾਂ ਉਹ ਸੱਚ ਤਾਂ ਪਰ ਜਾਣੀਏ ਵਾਲਾ ਜੀਵਨ ਬਣਦਾ ਹੈ। ਸੋ ਇਸ ਮਨ ਨੂੰ ਅੱਗੇ ਸਮਝਾਇਆ ਕਿ ਤੂੰ ਸਤਿਗੁਰ ਦੀ ਗੱਲ ਸੁਣਨੀ ਹੈ ਸਚਿਆਰ ਬਣਨ ਵਾਸਤੇ। ਸੋ ਸੁਣਿਆ ਦੀਆਂ 4 ਪੌੜੀਆਂ ਨੇ। ਸਤਿਗੁਰ ਦੀ ਗੱਲ ਸੁਣ ਲਓ ਤਾਂ ਸੁਣਿਆ ਪਹੁ ਨਾ ਸਕੈ ਕਾਲ ਦੀ ਇੱਕ ਅਵਸਥਾ ਬਣ ਜਾਂਦੀ ਹੈ। ਫਿਰ ਤੈਨੂੰ ਵਿਕਾਰ ਸਤਾਉਂਦੇ ਨਹੀਂ ਨੇ। ਸੁਣਿਆ ਤੋਂ ਬਾਅਦ ਮੰਨੇ ਦੀਆਂ 4 ਪੌੜੀਆਂ ਆਈਆਂ ਕਿ ਜੋ ਮਨੁੱਖ ਸੱਚ ਨੂੰ ਮੰਨ ਲੈਂਦਾ ਹੈ। ਇੱਕ ਮੰਨਣਾ ਹੁੰਦਾ ਕਿ ਮੈਂ ਇੱਕ ਗੱਲ ਨੂੰ ਸੁਣਦਾ ਹਾਂ, ਸੁਣ ਕੇ ਮੰਨਦਾ ਹਾਂ, ਪਰ ਮੈਂ ਪ੍ਰੈਕਟੀਕਲ ਨਹੀਂ ਕਰਦਾ। ਮੰਨ ਲਿਆ मैं सुने कि रिश्वत नहीं लेनी चाहिए, भ्रष्टाचार नहीं करना चाहिए, हाँ अच्छी गल है, यस किसी को नहीं करना चाहिए, पर नाल ही असीं कहते बताओ फिर क्या करें, इसके बिना गुजारा भी नहीं चलता, सारे ही तो भ्रष्टाचार ही चल रही है। एक कह के फिर मैं सुनिया भी है मन्निया भी है पर प्रैक्टिकल नहीं किया। पर सुन के मन के प्रैक्टिकल करन नूं सच दी विचार कहते। ਅੱਜ ਦੇ ਇਸ ਪੌੜੀ 'ਚ ਹੈਗਾ ਜੇ ਕੋ ਕਹਿ ਕਰੇ ਵਿਚਾਰ, ਮਤਲਬ ਉਹਦੇ 'ਤੇ ਵਿਚਾਰ ਕਰਦਾ ਫਿਰ ਪ੍ਰੈਕਟੀਕਲੀ ਅਮਲੀ ਤੌਰ 'ਤੇ ਉਹਦੇ 'ਤੇ ਟੁਰਨ ਲੱਗ ਪੈਂਦਾ। ਉਹ ਜਿਹੜਾ ਟੁਰਦਾ ਹੈ ਨਾ ਬਰਨਿੰਗ ਡਿਜ਼ਾਇਰ ਨਾਲ, ਪੈਸ਼ਨ ਨਾਲ, ਉਹਨੂੰ ਕਹਿੰਦੇ ਨੇ ਪਿੱਛੇ ਪਛ ਤਾਏ। ਉਹ ਉਹਦੇ ਪਿੱਛੇ ਬਰਨਿੰਗ ਡਿਜ਼ਾਇਰ ਨਾਲ ਪੂਰੇ ਪੈਸ਼ਨ ਨਾਲ ਤੱਪ ਕੇ ਉਹਦੇ ਪਿੱਛੇ ਟੁਰਦਾ। ਇਹ ਗੁਰਮਤਿ ਦਾ ਤਪ ਹੈ। ਗੁਰਮਤਿ ਦਾ ਤਪ ਇਹ ਨਹੀਂ ਹੈ ਤੁਸੀਂ ਚੌਂਕੜਾ ਮਾਰ ਲਓ ਇੱਕ ਟੰਗ 'ਤੇ ਖੜੇ ਹੋ ਜਾਓ ਜਾਂ ਕੋਈ ਵੀ ਹੱਠ ਜੋਗ ਕਰੋ, ਇਹਨੂੰ ਗੁਰਮਤਿ ਦਾ ਤਪ ਨਹੀਂ ਕਹਿੰਦੇ ਨੇ। ਗੁਰਮਤਿ ਦਾ ਤਪ ਹੈ ਸੱਚ ਜਿਹੜਾ ਦੱਸਿਆ ਉਸ ਸੱਚ ਪਿੱਛੇ ਮੈਂ ਆਪਣਾ ਸਾਰਾ ਕੁਝ ਕੁਰਬਾਨ ਕਰਕੇ ਮੈਂ ਟੁਰਨ ਨੂੰ ਤਿਆਰ ਹਾਂ। ਦਿਸ ਇਜ਼ ਮਾਈ ਬਰਨਿੰਗ ਡਿਜ਼ਾਇਰ। ਜੀ ਕੋ ਕਹੇ ਪਿੱਛੇ ਪਛ ਤਾਏ। ਉਹ ਪਛਤਾਉਂਦਾ ਵਾਲਾ ਅਰਥ ਨਹੀਂ ਬਣਦੇ ਨੇ ਉਹਦੇ। ਜਿਨ੍ਹਾਂ ਨੂੰ ਪਛਤਾਉਣ ਵਾਲੇ ਅਰਥ ਮਾਫਕ ਹਨ ਮੁਬਾਰਕ ਹੈ, ਲੇਕਿਨ ਅਸੀਂ ਪ੍ਰਕਰਣ ਹੀ ਸਮਝ ਰਹੇ ਹਾਂ। ਪ੍ਰਕਰਣ ਸਾਡਾ ਚੱਲ ਰਿਹਾ ਪਹਿਲੀ ਪੌੜੀ ਵਿੱਚ। ਇੱਕ ਮਨ ਨੇ ਪੁੱਛਿਆ ਮੈਂ ਕੁੜਿਆਰ ਤੋਂ ਸਚਿਆਰ ਕਿਵੇਂ ਬਣਾ। ਕੁੜਿਆਰ ਤੋਂ ਸਚਿਆਰ ਬਣਨ ਦੇ ਨਾਲ ਮੇਰੀ ਤੁਹਾਡੇ ਨਾਲ ਇੱਕ ਮਿੱਕਤਾ ਹੋ ਜਾਏਗੀ, ਵਰਨਾ ਮੈਂ ਕੁੜਿਆਰ ਅਵਸਥਾ 'ਚ ਰਹਿੰਦਾ। ਕੁੜਿਆਰ ਅਵਸਥਾ ਨੂੰ ਗੁਰਬਾਣੀ ਵਿੱਚ ਜੰਮਣ ਮਰਨ ਕਹਿੰਦੇ ਨੇ। ਕੁੜਿਆਰ ਅਵਸਥਾ ਨੂੰ ਗੁਰਬਾਣੀ ਵਿੱਚ ਅਨਸਟੇਬਿਲਿਟੀ ਕਹਿੰਦੇ ਨੇ। ਅਸਥਿਰ ਔਰ ਸਥਿਰ, ਸਥਿਰ ਹੁੰਦਾ ਸਟੇਬਲ, ਅਸਥਿਰ ਹੁੰਦਾ ਅਨਸਟੇਬਲ। ਇਸ ਕਰਕੇ ਮੈਨੂੰ ਟਿਕਣ ਦੀ ਅਵਸਥਾ ਸਮਝਾ ਰਹੇ ਨੇ। ਥਿਰ ਕਰ ਬੈ ਸੁਰਜਨ ਪਿਆਰੇ। ਸੋ ਸੱਚ ਪਿੱਛੇ ਟੁਰਨਾ। ਜੀ ਕੋ ਕਹਿ ਪਿੱਛੇ ਪਛਤਾਏ, ਉਹਦੇ ਪਿੱਛੇ ਟੁਰਦਾ ਹੈ। ਪਛ ਦੇ ਛੱਛੇ ਨੂੰ ਔਂਕੜ ਹੈ।
ਗ੍ਰਾਮਰ ਅਨੁਸਾਰ ਅਸੀਂ ਉਸਨੂੰ ਨਿਖੇੜ ਕੇ ਪੜ੍ਹਾਂਗੇ, ਬੜੇ ਸਵਾਦਲੇ ਵਿਸਮਾਦਤ ਅਰਥ ਸਾਡੇ ਸਾਹਮਣੇ ਆਉਣਗੇ। ਕਾਸ਼ ਅਸੀਂ ਬਾਣੀ ਨੂੰ ਇਤਨੀ ਗਹਿਰਾਈ ਵਿੱਚ ਪੜ੍ਹਿਆ ਕਰੀਏ ਔਰ ਉਸਦੇ ਔਂਕੜ ਦੁਲੈਂਕੜ ਗ੍ਰਾਮਰ ਨੂੰ ਸਮਝ ਕੇ ਉਸ ਦਾ ਉਚਾਰਨ ਕਰੀਏ। ਅਸੀਂ ਇਹ ਪਾਠ ਤੁਸੀਂ ਸਾਰੇ ਜਾਣਦੇ ਹੋ, ਲੇਕਿਨ ਅਸੀਂ ਹਰ ਵਾਰੀ ਇਹ ਪੌੜੀਆਂ ਨੂੰ, ਹਰ ਪੰਕਤੀ ਨੂੰ ਦੋ ਵਾਰੀ ਤਾਂ ਪੜ੍ਹਦੇ ਹਾਂ ਕਿ ਤਾਂ ਕਿ ਸਾਨੂੰ ਆਸਤਾ ਆਸਤਾ ਸ਼ੁੱਧ ਉਚਾਰਨ ਵੀ ਆਉਂਦਾ ਜਾਏ। ਸੋ ਹੁਣ ਕੂੜ ਤੋਂ ਛੁੱਟੋ ਤਾਂ ਸਚਿਆਰ ਹੁੰਦੇ ਹਾਂ, ਇਹ ਪਹਿਲੀ ਪੌੜੀ ਵਿੱਚ ਸਵਾਲ ਹੈ। 38 ਪੌੜੀਆਂ ਵਿੱਚ ਕੀ ਸਮਝਾ ਰਹੇ ਨੇ? ਸਚਿਆਰ ਹੋ ਜਾਓ ਤਾਂ ਰੱਬੀ ਇਕਮਿਕਤਾ ਮਿਲਦੀ ਹੈ। ਜੇ ਮੇਰੇ ਕੋਲ ਕੋਈ ਕਿਸਮ ਦੀ ਕੂੜ ਹੈ, ਮੈਂ ਰੱਬੀ ਇਕਮਿਕਤਾ ਨਹੀਂ ਮਾਣ ਸਕਦਾ। If I have deficiencies or shortcomings or flaws, then I cannot achieve oneness with God. Oneness with God ਦਾ ਜਿਹੜਾ ਆਨੰਦ ਹੁੰਦਾ ਨਾ, ਉਹਨੂੰ ਇੰਗਲਿਸ਼ ਵਿੱਚ ਐਕਸਟੈਸੀ ਕਹਿੰਦੇ ਨੇ। ਅਸੀਂ ਕਹਿੰਦੇ ਹਾਂ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਆਨੰਦ ਆ ਗਿਆ। ਲੇਕਿਨ ਇਹ ਆਨੰਦਤ ਅਵਸਥਾ, ਵਿਗਾਸ ਖੇੜੇ ਦੀ ਸਦੀਵੀ ਅਵਸਥਾ ਸਾਨੂੰ ਜੇ ਮਾਫਕ ਨਹੀਂ ਹੈ ਤਾਂ ਅਸੀਂ ਇਤਨੇ 'ਚ ਖੁਸ਼ ਹਾਂ। ਉਹ ਵੀਰ ਜੀ ਜਦੋਂ ਮੈਂ ਗੁਰਦੁਆਰੇ ਜਾਂਦੀ ਹਾਂ ਨਾ, ਉਸ ਵੇਲੇ ਤੇ ਬਹੁਤ ਆਨੰਦ ਆ ਜਾਂਦਾ। ਫਿਰ ਮੈਂ ਉਹਨੂੰ ਪੁੱਛਦਾ, ਅੱਛਾ ਬਾਹਰ ਨਿਕਲ ਕੇ ਆਨੰਦ ਕਿੱਥੇ ਚਲਾ ਜਾਂਦਾ? ਜੇ ਬਾਹਰ ਨਿਕਲ ਕੇ ਆਨੰਦ ਚਲਾ ਜਾਂਦਾ, ਇਹਦਾ ਮਤਲਬ ਅੰਦਰ ਆਨੰਦ ਆਇਆ ਨਹੀਂ ਸੀ, ਉਹ ਮੇਰੇ ਮਨ ਦਾ ਖਿਆਲ ਸੀ, ਕਿਸਮ ਦਾ ਐਸਕੇਪਿਜ਼ਮ ਸੀ ਕਿ ਇਸ ਵੇਲੇ ਮੈਂ ਘਰ ਦੇ ਕੰਮ ਤੋਂ ਛੁੱਟ ਆਈ ਹਾਂ, ਮੈਨੂੰ ਕੋਈ ਘਰ ਦੀ ਫਿਕਰ ਨਹੀਂ ਹੈ, ਅਤੇ ਇੱਥੇ ਮੈਂ ਸੁਣ ਰਹੀ ਹਾਂ, ਕੋਈ ਟਿਊਨ ਅੱਛੀ ਬੋਲ ਰਹੇ ਨੇ, ਪਾਠ ਕਰ ਰਹੇ ਨੇ। ਬਾਣੀ ਤੇ ਸਾਨੂੰ ਸਹੀ ਮੈਨੇ 'ਚ ਸਦੀਵੀ ਆਨੰਦ ਦੀ ਅਵਸਥਾ ਸਿਖਾਉਂਦੀ ਹੈ। ਉਹ ਜਿਤਨੀ ਦੇਰ ਮਾਲਾ ਫੇਰਦੇ ਹਾਂ ਉਤਨੀ ਚਿਰ ਤੇ ਆਨੰਦ ਰਹਿੰਦਾ ਨਾ, ਕਿਸੇ ਦੀ ਨਿੰਦਾ ਨਹੀਂ ਕਰਦੇ ਹਾਂ। ਇਹਦਾ ਮਤਲਬ ਮੈਂ ਬਾਕੀ ਸਮੇਂ ਨਿੰਦਾ ਕਰ ਸਕਦੀ ਹਾਂ, ਪਰ ਉਹ ਟੈਂਪਰੇਰੀ ਹੁੰਦਾ ਹੈ। ਸਦੀਵੀ ਪਰਮਾਨੈਂਟ ਨਾਨਕ ਭਗਤਾਂ ਸਦਾ ਵਿਗਾਸ, ਉਹ ਅਟਲ ਅਮਰ ਨਾ ਮੂਆ ਦੀ ਅਵਸਥਾ ਕਹਿਲਾਉਂਦੀ ਹੈ। ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੂਆ। ਰੱਬੀ ਇਕਮਿਕਤਾ ਦੀ ਅਵਸਥਾ ਵਿੱਚ ਅਵਗੁਣ ਰਹਿੰਦੇ ਹੀ ਨਹੀਂ, ਕਿਉਂਕਿ ਰੱਬੀ ਇਕਮਿਕਤਾ ਵਾਸਤੇ ਅਵਗੁਣ ਛੱਡਣੇ ਪੈਂਦੇ ਨੇ। ਅਵਗੁਣ ਛੋੜ ਗੁਣਾ ਕੋ ਤਾਵ, ਜੇ ਨਹੀਂ ਛੱਡਾਂਗੇ ਕਰ ਅਵਗੁਣ ਪਛਤਾ ਹੀ ਜੀਓ, ਫਿਰ ਪਛਤਾਉਂਦੇ ਰਹਾਂਗੇ, ਅਪਸੈਟ ਰਹਾਂਗੇ। ਸਾਰਾ ਕੁਝ ਦੁਨੀਆ ਭਰ ਦਾ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ, ਅਖੀਰ ਤੱਕ ਸਭ ਕੁਝ ਦੁਨਿਆਵੀ ਫਰਜ਼ ਵੀ ਨਿਭਾ ਕੇ ਅਪਸੈਟ ਹੀ ਰਹਾਂਗੇ। ਇਸ ਕਰਕੇ ਮੋਸਟਲੀ ਬੁਢਾਪੇ ਵੇਲੇ ਬਜ਼ੁਰਗਾਂ ਨੂੰ ਤੁਸੀਂ ਰੋਂਦੇ ਹੋਏ ਦੇਖੋਗੇ, ਉਹਨਾਂ ਦੇ ਰੋਣ ਦੇ ਪਿੱਛੇ ਇਹ ਨਹੀਂ ਹੁੰਦਾ ਹਾਏ ਮੈਂ ਮਰ ਜਾਵਾਂਗਾ, ਉਹਨਾਂ ਨੂੰ ਰੋਣ ਦੇ ਪਿੱਛੇ ਇਹ ਪਛਤਾਵਾ ਹੁੰਦਾ ਕਿ ਸਾਰੀ ਉਮਰ ਕੋਈ ਚੱਜ ਦਾ ਕੀਮਤੀ ਕੰਮ, ਨੋਬਲ ਕਾਜ਼ ਵਾਸਤੇ ਮੈਂ ਆਪਣੇ ਆਪ ਨੂੰ ਲਾਇਆ ਹੀ ਨਹੀਂ। ਸੋ ਸਚਿਆਰ ਰੱਬੀ ਇਕਮਿਕਤਾ ਦਾ ਲਖਾਇਕ ਹੈ। ਰੱਬੀ ਇਕਮਿਕਤਾ ਨਹੀਂ ਤਾਂ ਮਾਨੋ ਮਨ ਕੂੜ ਨਾਲ ਲਿਬੜਿਆ ਹੋਇਆ। ਇਹੀ ਤਾਂ ਪਹਿਲੇ ਪੌੜੀ ਵਿੱਚ ਸਵਾਲ ਹੈ। ਕੂੜ ਨੂੰ ਹਨੇਰਾ ਕਹਿੰਦੇ ਨੇ, ਧੁੰਦ ਕਹਿੰਦੇ ਨੇ, ਫੌਗ ਕਹਿੰਦੇ ਨੇ, ਅਗਿਆਨਤਾ ਕਹਿੰਦੇ ਨੇ, ਔਰ ਇਹੀ ਅਗਿਆਨਤਾ ਦੀ ਅਵਸਥਾ ਨੂੰ ਜੰਮਣ ਮਰਨ ਕਹਿੰਦੇ ਨੇ। ਇੱਕ ਅਸੀਂ ਸੁਣਿਆ ਹੋਇਆ, ਪਾਪ ਕਰੋ ਤਾਂ ਅਗਲੇ ਜਨਮ ਮੇਂ ਐਸੇ ਹੋ ਜਾਓਗੇ, ਪੁੰਨ ਕਰੋ ਤਾਂ ਐਸੇ ਹੋ ਜਾਏਗਾ। ਉਹ ਪਾਪ ਪੁੰਨ ਦੀ ਕਰਮਾ ਥਿਉਰੀ ਗੁਰਮਤ ਨਹੀਂ ਮੰਨਦੀ ਹੈ। ਗੁਰਮਤ ਕਹਿੰਦੀ ਹੈ ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਇਹ ਤੇਰੀ ਅਵਸਥਾ ਹੋਣੇ ਹੈ, ਜੈਸਾ ਬੀਜਦਾ ਵੈਸਾ ਬਣ ਜਾਂਦਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜੇ ਬਚਪਨ ਤੂੰ ਮੰਦੇ ਖਿਆਲ ਲੈ ਕੇ ਬੈਠਾ ਹੋਇਆ ਤਾਂ ਤੂੰ ਅਪਸੈਟ ਰਹੇਗਾ। ਜਿਤਨੇ ਨਰਕ ਸੋ ਮਨਮੁਖ ਭੋਗ ਹੈ। ਅਵਗੁਣੀ ਖਿਆਲਾਂ ਦੇ ਸੁਭਾਅ ਬਣਦੇ ਹਨ ਅਗਿਆਨਤਾ ਵਸ ਰਹਿ ਕੇ, ਹਨੇਰੇ ਵਿੱਚ ਰਹਿ ਕੇ। ਕੂੜ ਹੀ ਭਰਮ ਕਹਿਲਾਉਂਦੀ ਹੈ। ਇਹੀਓ ਤੇ ਭਟਕਣਾ ਹੈ। ਜਦੋਂ ਕੂੜ ਮੈਨੂੰ ਚਮੜੀ ਹੋਈ ਹੈ, ਮੈਂ ਭਟਕ ਰਿਹਾ, ਤਾਂ ਇਹਨੂੰ ਕਹਿੰਦੇ ਨੇ ਕਈ ਜਨਮ ਵਿਛੜੇ। ਮੈਂ ਇਸੇ ਜਨਮ ਵਿੱਚ, ਇਸੇ ਮਨੁੱਖਾ ਦੇ ਜਿਹਨੂੰ ਮੈਂ ਸਮਝ ਰਿਹਾ, ਇਸੇ ਸਰੀਰਕ ਕਾਲ ਵਿੱਚ ਮੈਨੂੰ ਜਦੋਂ ਕੁੱਤੇ ਵਰਗੀ ਜੀਵਨੀ ਪਸੰਦ ਆਉਂਦੀ ਹੈ, ਲੋਭੀ ਵਰਗੀ ਜੀਵਨੀ ਪਸੰਦ ਆਉਂਦੀ ਹੈ, ਤਾਂ ਮੇਰਾ ਜੀਵਨ ਕੁਛ ਹੋਰ ਬਣਦਾ ਜਾਂਦਾ ਹੈ ਔਰ ਮੈਂ ਅਪਸੈਟ ਹੁੰਦਾ ਜਾਂਦਾ। ਕਈ ਲੋਕੀ ਸਮਝਦੇ ਨੇ ਕਿ ਮਰਨ ਤੋਂ ਬਾਅਦ ਕੁੱਤੇ ਬਣਾਂਗੇ। ਅਸੀਂ ਨੋਇਡਾ ਸ਼ਬਦ ਪੜ੍ਹਿਆ ਸੀ, ਸੁਣ ਮਨ ਅੰਧੇ ਕੁੱਤੇ ਕੂੜੀਆ, ਸੁਣ ਮਨ ਅੰਧੇ ਕੁੱਤੇ ਕੂੜੀਆ, ਬਿਨ ਬੋਲਿਆ
ਬੁਝੈ ਸਚਿਆ ਬਿਨ ਬੋਲੇ ਬੁਝੈ ਸਚਿਆਰ ਸੁਣ ਮਨ ਅੰਧੇ ਕੁੱਤੇ ਕੂੜਿਆ। ਇਹਦਾ ਮਤਲਬ ਮੈਂ ਹੁਣੇ ਅੰਨਾ ਹਾਂ, ਮੈਨੂੰ ਲੱਗ ਰਿਹਾ ਮੈਂ ਆਮ ਨਾਟ ਬਲਾइंड, मैं कुत्ता भी हाँ। ज्यों ही जिसके अंदर राज अभिमान आया कि मैं किसी भी मनुख नूं, ईवन किसी जानवर नूं भी, कुत्ते बिल्ली नूं भी जदों मैं डोमीनेट करा, किसी नूं भी, एक मनुख नूं भी मैं जदों डोमीनेट करदा वो राज अभिमान की बो होंदी है। जिसके अंदर राज अभिमान सो नरक पाती होवत सुहान। ਇਹਦਾ ਮਤਲਬ ਇਹ ਸਾਰੇ ਅਨੇਕਾਂ ਜੀਆਂ ਜਨਤਾ ਵਾਲੇ ਅਵਗੁਣੀ ਜੀਵਨ ਨੂੰ ਮੈਂ ਜੀਂਦਾ ਰਹਿੰਦਾ। ਸੋ ਹੁਣ ਇਹਦਾ ਮਤਲਬ ਇਹ ਹੋਇਆ ਕਿ ਕੂੜ ਹੀ ਭਰਮ ਹੈ, ਭਟਕਣਾ ਹੈ, ਅਤੇ ਕਈ ਜੂਨੀਆਂ 'ਚ ਭਟਕਣ ਵਾਲਾ ਜੀਵਨ ਅਸੀਂ ਜੀਂਦੇ ਰਹਿੰਦੇ ਹਾਂ। ਕੂੜ ਨੂੰ ਪਛਾਣਨਾ ਇਹ ਜਪਜੀ ਸਾਹਿਬ ਦਾ ਕੰਮ ਹੈ। ਜਪਜੀ ਸਾਹਿਬ ਪੂਰੀ ਦੁਨੀਆ ਵਾਸਤੇ ਇੱਕ ਐਸਾ ਕੀਮਤੀ ਮੈਸੇਜ ਹੈ। ਇਟ ਟੀਚਿਜ਼ ਅਸ ਹਾਊ ਟੂ ਬੀ ਇੰਟਰੋਸਪੈਕਟਿਵ, ਆਪਣੇ ਅਵਗੁਣਾਂ ਨੂੰ ਪਛਾਣਨਾ, ਫਿਰ ਅਵਗੁਣਾਂ ਦੇ ਕਾਰਨ ਜੋ ਆਫਟਰ ਇਫੈਕਟਸ ਹੁੰਦੇ ਨੇ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਅਵਗੁਣਾਂ ਦੇ ਕਾਰਨ ਮੈਂ ਨੇੜੇ ਤੇ ਰੱਬ ਜੀ ਨਾਲ ਹੋ ਨਹੀਂ ਪਾਇਆ, ਹੋਰ ਦੂਰੀ ਮੈਂ ਵਧਾ ਲਈ। ਆਫਟਰ ਇਫੈਕਟਸ ਅਤੇ ਫਿਰ ਕੂੜ ਤੋਂ ਛੁੱਟ ਕੇ ਰੱਬੀ ਮਿਲਣ ਦੀ ਅਵਸਥਾ ਪ੍ਰਾਪਤ ਕਰਨੀ, ਪਹਿਲੀ ਪੌੜੀ ਤੋਂ 38 ਪੌੜੀ ਤੱਕ ਇਹ ਯਾਤਰਾ ਸਿਖਾਈ ਹੈ। ਇਹਦਾ ਮਤਲਬ ਇਹ ਨਿਕਲਿਆ ਕਿ ਜਪਜੀ ਸਾਹਿਬ ਇਹ ਕਿਸੀ ਵੇਲੇ ਕੋਈ ਕਿਸੀ ਮਨੁੱਖਾਂ ਦੇ ਨਾਲ ਕਿਸੀ ਡਿਫਰੈਂਟ ਪਲੇਸਿਸ 'ਤੇ ਗੁਰੂ ਸਾਹਿਬ ਨੇ ਅਲੱਗ-ਅਲੱਗ ਪੌੜੀਆਂ ਨਹੀਂ ਉਚਾਰੀਆਂ। ਇੱਕ ਮਨੁੱਖੀ ਮਨ ਨੂੰ ਐਲੀਵੇਟ ਕਰਕੇ ਰੱਬੀ ਇਕਮਿਕਤਾ, ਰੱਬ ਦੇ ਦਰ ਦੇ ਅੰਦਰ ਤੱਕ ਪਹੁੰਚਾਉਣ ਦਾ ਢੰਗ ਸਿਖਾਇਆ, ਉਹਨੂੰ ਅਵਗੁਣ ਦੱਸੇ ਨੇ। ਕੂੜ ਨਾਲ ਰੱਬ ਜੀ ਦੇ ਨਾਲ ਇਕਮਿਕਤਾ ਨਹੀਂ ਹੁੰਦੀ, ਲੇਕਿਨ ਕੂੜ ਛੁੱਟ ਜਾਏ ਤਾਂ ਰੱਬ ਜੀ ਦੇ ਨਾਲ ਇਕਮਿਕਤਾ ਤਾਂ ਹੁੰਦੀ ਹੈ ਕਿਉਂਕਿ ਕੂੜ ਲੈ ਕੇ ਰੱਬ ਜੀ ਦੇ ਦਰ ਅੰਦਰ ਜਾ ਨਹੀਂ ਸਕਦੇ ਆ। ਕੂੜ ਫੁੱਲ ਆਫ ਜਮਾ ਵਾਲੀ ਮੱਤ, ਇਹਦੇ ਨਾਲ ਡਿਸਟਰਕਸ਼ਨ ਹੁੰਦੀ ਹੈ, ਇਹਦੇ ਨਾਲ ਡਿਸਹਾਰਮਨੀ ਹੁੰਦੀ ਹੈ, ਇਹਦੇ ਨਾਲ ਹੇਟਰੇਡ ਵੱਧਦੀ ਹੈ, ਇਹਦੇ ਨਾਲ ਲੋਕਾਂ ਨਾਲ ਵਿਤਕਰਾ ਵੱਧਦਾ ਹੈ, ਇਹਦੇ ਨਾਲ ਤੇਰ ਮੇਰ ਵੱਧਦੀ ਹੈ, ਇਹਦੇ ਨਾਲ ਤ੍ਰਿਸ਼ਨਾ ਹੋਰ ਵੱਧਦੀ ਹੈ ਕੂੜ ਦੇ ਨਾਲ। ਪਰ ਜੇ ਰੱਬੀ ਗੁਣ ਲੈ ਲਓ, ਰੱਬੀ ਗੁਣ ਨੂੰ ਵਰਚੂਜ਼ ਕਹਿੰਦੇ ਨੇ। ਵਰਚੂਜ਼ ਦੇ ਅਗੇਂਸਟ ਵਾਈਸਿਸ ਹੁੰਦਾ ਹੈ, ਵਾਈਸਿਸ ਕੂੜ ਹੈ। ਅਵਗੁਣੀ ਮਤ, ਅਵਗੁਣੀ ਖਿਆਲਾਂ ਨਾਲ ਜੀਣਾ ਕੂੜ ਹੈ, ਲੇਕਿਨ ਵਰਚੂਜ਼ ਦੇ ਨਾਲ ਸਭ ਨਾਲ ਪਿਆਰ ਵੱਧਦਾ ਹੈ। ਕਰਤਾ ਪੁਰਖ ਵਾਲੇ ਕ੍ਰੀਏਟਿਵ ਕੰਮਾਂ ਕਰਨ ਦੀ ਜਾਂਚ ਬਣਦੀ ਹੈ, ਸੁਭਾਅ ਬਣ ਜਾਂਦਾ ਹੈ, ਵਿਤਕਰੇ ਨਹੀਂ ਰਹਿੰਦੇ, ਤੇਰ ਮੇਰ ਨਹੀਂ ਰਹਿੰਦੀ, ਸਭ ਆਪਣੇ ਆਪਣੇ ਲੱਗਦੇ ਨੇ, ਕੋਈ ਤ੍ਰਿਸ਼ਨਾ ਨਹੀਂ ਰਹਿੰਦੀ, ਬਲਕਿ ਸੰਤੋਖ, ਸਬਰ, ਸਹਿਜ ਵਾਲੇ ਗੁਣ ਆ ਜਾਂਦੇ ਨੇ ਅਤੇ ਮਨੁੱਖ ਟਿਕ ਜਾਂਦਾ ਹੈ, ਥਿਰ ਕਰ ਬੈਸੋ ਉਹਦੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਅਵਗੁਣਾਂ ਨੂੰ ਚੈੱਕ ਕਰਨਾ ਅਤੇ ਆਪਣੇ ਅਵਗੁਣਾਂ ਦਾ ਅਵਲੋਕਨ ਕਰਨਾ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ, ਇਹ ਮੰਗ ਮੰਗੀ ਹੈ ਜੋ ਮੰਗੇ ਠਾਕੁਰ ਆਪਣੇ ਤੇ। ਵੀ ਮੇਰੇ ਨਾ ਬਹੁਤ ਬਰੀਕੀ ਨਾਲ ਮਾਈਕਰੋਸਕੋਪਿਕਲੀ ਮੇਰੇ ਨਾ ਛੋਟੇ ਟਾਈਨੀ ਅਵਗੁਣ ਵੇਖੋ, ਵੇਖ ਕੇ ਤੁਸੀਂ ਤੇ ਭਲਾ ਮੰਗਦੇ ਹੋ ਨਾ, ਤੁਸੀਂ ਮੇਰੀ ਭੰਡੀ ਤੇ ਨਹੀਂ ਕਰੋਗੇ ਪਰ ਇਹ ਸਾਰੇ ਅਵਗੁਣ ਕੱਢ ਦਿਓ, ਇਹ ਮੈਂ ਮੰਗਦਾ। ਜੋ ਤੁਹਾਡੇ ਕੋਲ ਆਪਣੇ ਅਵਗੁਣ ਦੂਰ ਕਰਾਉਣਾ ਆਵੇ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਦੇਵੇ, ਉਹਨੂੰ ਸੁਮਤ ਬਖਸ਼ ਦਿੰਦੇ ਹੋ ਕਿ ਅਵਗੁਣ ਦੂਰ ਕਿਵੇਂ ਕਰੀਦਾ। ਜਪਜੀ ਸਾਹਿਬ ਵਿੱਚ ਸਾਰੇ ਅਵਗੁਣ ਨੂੰ ਕੂੜ ਕਿਹਾ, ਪੂਰੇ ਅਵਗੁਣਾਂ ਦੇ ਪੁਲੰਦੇ ਇਸ ਮਨ ਨੂੰ ਕੂੜਾ ਮਨ ਕਿਹਾ। ਜੇ ਇਹ ਮਨ ਕੂੜ ਨਾਲ ਲਿਬੜਿਆ ਹੋਇਆ ਤੇ ਕਾਮ ਕ੍ਰੋਧ ਲੋਭ ਓਂਕਾਰ ਇਸ ਨੂੰ ਵਰਤਨੇ ਨਹੀਂ ਆਉਂਦੇ। ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿਚਾਏ। ਕਾਮ ਕ੍ਰੋਧ ਲੋਭ ਓਂਕਾਰ ਤੇਰੇ ਬਿਲਟ ਇਨ ਤੈਨੂੰ ਪ੍ਰਾਪਤ ਹੋਏ ਨੇ, ਕੀਮਤੀ ਨੇ, ਪਰ ਕੂੜ ਦੇ ਕਾਰਨ ਤੂੰ ਕਾਮ ਕ੍ਰੋਧ ਲੋਭ ਓਂਕਾਰ ਨੂੰ ਡਿਸਟਰਕਸ਼ਨ ਵਾਸਤੇ, ਨਫ਼ਰਤ ਵਾਸਤੇ, ਹੇਟਰੇਡ ਵਾਸਤੇ ਵਰਤਦਾ ਹੈ, ਜ਼ਾਤ ਪਾਤ ਵਾਸਤੇ ਵਰਤਦਾ ਹੈ, ਊਚ ਨੀਚ ਵਾਸਤੇ ਵਰਤਦਾ ਹੈ। ਇੱਕ ਕਾਮ ਕ੍ਰੋਧ ਲੋਭ ਓਂਕਾਰ ਨੂੰ ਤੂੰ ਨੈਗੇਟਿਵ ਸੈਂਸ ਵਿੱਚ ਵਰਤਦਾ ਹੈ। ਪਰ ਜੇਕਰ ਇਹਨਾਂ ਦੇ ਬਾਰੇ ਸਮਝ ਆ ਜਾਏ ਔਰ ਸਤਿਗੁਰ ਦੀ ਸੁਜਾਨ ਮਤ ਦੇ ਨਾਲ ਵਿਵੇਕ ਬੁੱਧੀ ਨਾਲ ਵਰਤੋ ਤਾਂ ਇਹ ਕਾਮ ਕ੍ਰੋਧ ਲੋਭ ਓਂਕਾਰ ਪੋਜ਼ਿਟਿਵ ਹੋ ਜਾਂਦੇ ਨੇ। ਇਹਨੂੰ ਕਹਿੰਦੇ ਕਾਮ ਕ੍ਰੋਧ ਦੋਇ ਕਰੋ ਵਸੂਲੇ, ਗੋਡੁਕ ਧਰਤੀ ਪਾਈ, ਜਿਉਂ ਗੋਡੋ ਤੋਂ ਤੁਮ ਸੁਖ ਪਾਓ। ਕੀਰਤਨਾ ਮੇਟਿਆ ਜਾਈ, ਸ਼ਰਤ ਇਹੀ ਰਹਿਣੀ ਹੈ ਕਿ ਆਪਣੇ ਕਾਮ ਕ੍ਰੋਧ ਓਂਕਾਰ ਨੂੰ ਕਾਬੂ ਕਰਕੇ ਆਪਣੇ ਜੀਵਨ ਦੀ ਧਰਤੀ ਬੀਜ।
ਚੁਣ ਚੁਣ ਕੇ ਅਵਗੁਣਾਂ ਨੂੰ ਕੱਢੀਏ, ਇਹਨੂੰ ਕਹਿੰਦੇ ਨੇ ਚੁਣ ਵੱਖ ਕੱਢੇ ਜਜ ਮਾਲਿਆ। ਮੰਦੇ ਮੰਦੇ ਖਿਆਲਾਂ ਦੇ ਸੁਭਾਅ ਨੂੰ ਕੱਢਣਾ। ਜਦੋਂ ਅਸੀਂ ਅਵਗੁਣਾਂ ਵਾਲੇ ਖਿਆਲ ਕੱਢ ਦਿੰਦੇ ਆ ਨਾ, ਤਾਂ ਜੋ ਬਚਦਾ ਨਾ, ਉਹਨੂੰ ਸਚਿਆਰ ਕਹਿੰਦੇ ਨੇ, ਉਹਨੂੰ ਚੰਗੇ ਗੁਣ ਵਾਲਾ ਕਹਿੰਦੇ ਨੇ, ਉਹਨੂੰ ਰੱਬੀ ਇਕਮਿਕਤਾ ਦੀ ਅਵਸਥਾ ਕਹਿੰਦੇ ਨੇ। ਸੋ ਗੁਰਮਤਿ ਅਨੁਸਾਰ ਰੱਬ ਜੀ ਕੋਈ ਅਚਾਨਕ ਕਿਸੇ 7ਵੇਂ ਅਸਮਾਨ ਤੋਂ ਥੱਲੇ ਆ ਕੇ ਕਿਸੇ ਖਾਸ ਕਿਸੇ ਨਗਰੀ ਵਿੱਚ ਤੁਹਾਨੂੰ ਘੋੜੀ 'ਤੇ ਚੜ੍ਹ ਕੇ ਨਹੀਂ ਮਿਲਣਗੇ। ਹਮੇਸ਼ਾ ਹੀ ਹਨ, ਅੱਜ ਵੀ ਹਨ, ਆਲਵੇਜ਼ ਅਵੇਲੇਬਲ ਹਨ, ਸਭ ਜਗ੍ਹਾ ਹਨ। ਤੂੰ ਰੱਬੀ ਇਕਮਿਕਤਾ ਨੂੰ ਮਹਿਸੂਸ ਕਰ ਸਕੇਗਾ ਅਵਗੁਣ ਛੱਡ ਕੇ। ਹੁਣ ਅਸੀਂ ਅੱਜ ਦੇ ਇਸ ਪੌੜੀ ਵਿੱਚ ਐਂਟਰ ਕਰਦੇ ਹਾਂ ਕਿ ਜਦੋਂ ਇਸ ਨੂੰ ਸੁਣਨ ਦੀ ਅਵਸਥਾ ਅਤੇ ਮੰਨਣ ਦੀ ਅਵਸਥਾ ਪ੍ਰਾਪਤ ਹੋ ਗਈ ਤਾਂ ਮੰਨੈ ਪਾਵਹਿ ਮੋਖ ਦੁਆਰ, ਇਹਨੂੰ ਮੁਕਤ ਦਾ ਦੁਆਰਾ ਸਮਝ ਆ ਗਿਆ, ਕੁੜਿਆਰ ਤੋਂ ਸਚਿਆਰ ਹੋਣ ਲੱਗਾ। ਜਦੋਂ ਕੋਈ ਵੀ ਕੂੜ ਤੋਂ ਛੁੱਟਣ ਲਈ ਸਤਿਗੁਰ ਦੀ ਮੱਤ ਦੀ ਜਾਚਨਾ ਕਰਦਾ, ਉਸ ਦਾ ਨਾਂ ਅਸੀਂ ਸ਼ੁਰੂ ਤੋਂ ਰੱਖਿਆ ਹੈ ਪ੍ਰੋਗਰਾਮ ਵਿੱਚ, ਉਸ ਨੂੰ ਵਿਰਲਾ ਮਨ ਕਹਿੰਦੇ ਨੇ। ਉਹ ਵਿਰਲਾ ਬਣ ਜਾਂਦਾ ਹੈ ਜੋ ਕੂੜ ਨੂੰ ਛੱਡ ਕੇ ਸਚਿਆਰਾ ਜੀਵਨ ਵਾਸਤੇ ਜਾਚਨਾ ਕਰਦਾ। ਕੇਵਲ ਜਾਚਨਾ ਹੀ ਨਹੀਂ ਕਰਦਾ, ਅਮਲ ਕਰਕੇ ਸਚਿਆਰ ਹੁੰਦਾ ਜਾਂਦਾ ਹੈ। ਪੰਜ ਪ੍ਰਵਾਨ ਦਾ ਮਤਲਬ ਗਿਣਤੀ ਵਾਲੇ ਪੰਜ ਨਹੀਂ ਹੁੰਦਾ। ਕਾਮ ਕ੍ਰੋਧ ਹੰਕਾਰ ਵਾਂਗੂ ਅਨੇਕਾਂ ਐਸੇ ਲਫ਼ਜ਼ ਹਨ ਜਿਨ੍ਹਾਂ ਨੂੰ ਪੰਜ ਕਹਿੰਦੇ ਹਨ। ਜੇਕਰ ਅਸੀਂ ਕਾਮ ਕ੍ਰੋਧ ਹੰਕਾਰ ਨੈਗੇਟਿਵ ਸੈਂਸ ਵਿੱਚ ਵਰਤ ਰਹੇ ਹਾਂ ਆਪਣੇ ਜੀਵਨ ਵਿੱਚ, ਤਾਂ ਇਹ ਸਾਰਿਆਂ ਨੂੰ ਗੁਰਬਾਣੀ ਵਿੱਚ ਪੰਜ ਚੋਰ, ਮਹਾਬਿਖਾਦੀ, ਇਸ ਤਰੀਕੇ ਦੇ ਨਾਲ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਕਹਿੰਦੇ ਨੇ। ਲੇਕਿਨ ਜੇ ਇਹਨਾਂ ਨੂੰ ਸਿੱਧੇ ਰਾਹ ਪਾ ਲਈਏ ਤਾਂ ਇਹ ਕਾਮ ਕ੍ਰੋਧ ਹੰਕਾਰ ਕੀਮਤੀ ਹੋ ਜਾਂਦੇ ਨੇ, ਔਰ ਸਹਿਜ, ਸੰਤੋਖ, ਸਬਰ, ਦਇਆ, ਹਲੀਮੀ, ਨਿਮਰਤਾ, ਹੰਬਲਨੈਸ, ਇਹ ਸਾਰੇ ਗੁਣ ਸਾਨੂੰ ਪ੍ਰਾਪਤ ਹੋ ਜਾਂਦੇ ਨੇ। ਜੇ ਅਵਗੁਣ ਹਨ ਤਾਂ ਵੀ ਉਹਨਾਂ ਨੂੰ ਬੇਅੰਤ ਅਵਗੁਣ ਕਹਿੰਦੇ ਨੇ, ਉਹਨਾਂ ਨੂੰ ਵੀ ਪੰਜ ਕਹਿੰਦੇ ਨੇ। ਲੇਕਿਨ ਜੇ ਉਹਨਾਂ ਨੂੰ ਚੰਗੇ ਗੁਣਾਂ ਵੱਲ ਧਾਰਨ ਕਰ ਲਈਏ ਤਾਂ ਇਹ ਵੈਰੀ ਮਿੱਤਰ ਸਭ ਕੀਤਿਆਂ ਹੋ ਜਾਂਦਾ ਹੈ, ਤਾਂ ਵੀ ਇਹ ਪੰਜ ਹੀ ਕਹਿਲਾਉਂਦੇ ਹਨ। ਅਤੇ ਪੰਜ ਚੁਣ ਵੱਖ ਕੱਢੇ ਜਜ ਮਾਲਿਆ, ਜਦੋਂ ਅਵਗੁਣ ਕੱਢ ਦਿੱਤੇ ਔਰ ਚੰਗੇ ਵਾਲੇ ਜਿਹੜੇ ਗੁਣ ਬਚੇ, ਉਹਨਾਂ ਨੂੰ ਕਹਿੰਦੇ ਨੇ, ਉਹਨਾਂ 'ਚੋਂ ਪੰਜ ਮਨਾਏ, ਪੰਜ ਰੁਸਾਏ, ਪੰਜ ਵਸਾਏ, ਪੰਜ ਗਵਾਏ, ਇਨ ਬਿਦ ਨਗਰ ਉੱਠਾ ਮੇਰੇ ਭਾਈ। ਮਤਲਬ ਅਵਗੁਣਾਂ ਨੂੰ ਵੀ ਕੱਢ, ਇਹ ਪੰਜ ਨੇ, ਪਰ ਚੰਗੇ ਗੁਣ ਵਸਾ ਲੈ, ਇਹ ਵੀ ਪੰਜ ਨੇ। ਸੋ ਅਸੀਂ ਹੁਣ ਧਿਆਨ ਕਰਨਾ ਹੈ ਕਿ ਪੰਜ ਡਜ਼ ਨਾਟ ਮੀਨ 5, ਔਰ ਪੰਜ ਦਾ ਮਤਲਬ ਜਦੋਂ ਪੰਜ ਨਹੀਂ ਹੈ ਤਾਂ ਇਹ ਬੇਅੰਤ ਹਨ। ਔਰ ਇਹਨਾਂ ਗੁਣਾਂ 'ਚੋਂ ਕਿਹੜੇ ਗੁਣ, ਜਿਨ੍ਹਾਂ ਦਾ ਨਾਂ ਅਵਗੁਣ ਰੱਖੀਏ, ਕਿਹੜੇ ਗੁਣ ਭਾਵ ਅਵਗੁਣ ਹਨ ਜਿਹੜੇ ਮੈਨੂੰ ਰੱਬੀ ਇਕਮਿਕਤਾ ਵਿੱਚ ਰੁਕਾਵਟ ਪਾਉਂਦੇ ਨੇ। ਕੂੜ ਕੀ ਪਾਲ ਉਹਨਾਂ ਨੂੰ ਕਹਿੰਦੇ ਨੇ। ਜੇਕਰ ਇਹ ਪੁਆਇੰਟ ਸਾਨੂੰ ਸਮਝ ਆ ਜਾਏ ਕਿ ਜਪਜੀ ਮੇਰੀ ਕੂੜ ਉਤਾਰ ਰਿਹਾ ਹੈ, ਇੱਕ ਇੱਕ ਪੌੜੀ ਮੇਰੀ ਕੂੜ ਉਤਾਰਨ ਦੀ ਖੇਡ ਸਿਖਾਈ ਜਾ ਰਹੀ ਹੈ, ਤਾਂ ਸਚਿਆਰ ਬਣ ਜਾਂਦੇ ਆ। ਅੰਦਰ ਜਾਣ ਦੀ ਜਾਚ ਆ ਜਾਂਦੀ ਹੈ, ਅੰਦਰ ਰੱਬ ਜੀ ਨਜ਼ਰ ਆ ਜਾਂਦੇ ਨੇ। ਉਹਨੂੰ ਕਹਿੰਦੇ ਨੇ ਸੱਚਖੰਡ ਵਸੈ ਨਿਰੰਕਾਰ। ਸੋ ਦਇਆ, ਧਰਮ, ਸੰਤੋਖ, ਨਿਮਰਤਾ, ਮਿਠਾਸ ਵਿਰ ਕੇ ਚੰਗੇ ਚੰਗੇ ਗੁਣਾਂ ਨੂੰ ਅੱਜ ਦੀ ਪੌੜੀ ਵਿੱਚ ਪੰਜ ਕਿਹਾ। ਇਹ ਪ੍ਰਚਲਿਤ, ਇਹ ਮਸ਼ਹੂਰ ਚੰਗੇ ਚੰਗੇ ਗੁਣ, ਇਹਨਾਂ ਨਾਲ ਸਚਿਆਰ ਬਣੀਦਾ। ਕੂੜ ਦੇ ਮੰਦੇ ਖਿਆਲ ਅਵਗੁਣਾਂ ਤੋਂ ਛੁੱਟਣ ਲਈ ਨਿਜ ਕਰ ਅੰਤਰ ਆਤਮੇ ਦੀ ਦਰਗਾਹ ਦੀ ਆਵਾਜ਼ ਨੂੰ ਸੁਣਨਾ, ਕਿਉਂਕਿ ਉੱਥੇ ਕੇਵਲ ਚੰਗੇ ਗੁਣਾਂ ਵਾਲੇ ਪੰਜ ਪ੍ਰਵਾਨ ਹੁੰਦੇ ਨੇ, ਅਵਗੁਣੀ ਪੰਜ ਪ੍ਰਵਾਨ ਨਹੀਂ ਹੁੰਦੇ ਨੇ। ਪੰਜ ਪ੍ਰਵਾਨ, ਪੰਜ ਪ੍ਰਧਾਨ। ਵਿਰਲੇ ਮਨ ਨੂੰ ਸਮਝ ਪੈ ਜਾਂਦੀ ਹੈ ਕਿ ਮੇਰੇ ਨਿਜ ਘਰ ਵਿੱਚ, ਦਰਗਾਹ ਵਿੱਚ ਚੰਗੇ ਗੁਣਾਂ ਦੀ ਪ੍ਰਧਾਨਤਾ ਕਰੋ, ਇਹਨਾਂ ਦੀ ਪ੍ਰਧਾਨਤਾ, ਇਹਨਾਂ ਦੀ ਅਗਵਾਈ ਲਵੋ, ਤਾਂ ਇਹ ਪ੍ਰਵਾਨ ਹੁੰਦੇ ਨੇ, ਤਾਂ ਰੱਬੀ ਦਰਗਾਹ ਵਿੱਚ ਆਦਰ ਮਾਨ ਮਿਲ ਸਕਦਾ ਹੈ। ਪੰਚੇ ਪਾਵੇਂ ਦਰਗਾਹ ਮਾਨ, ਚੰਗੇ ਗੁਣਾਂ ਦਾ ਨਿਜ ਘਰ ਵਿੱਚ ਮਾਣ ਪ੍ਰਾਪਤ ਹੁੰਦਾ ਹੈ। ਭਾਵ ਜਦੋਂ
ਅਸੀਂ ਕਿਸੇ ਇੱਕ ਹੋਰ ਬਾਰੇ ਨਹੀਂ ਕਹਿ ਸਕਦੇ ਹਾਂ, ਕੇਵਲ ਆਪਣੇ ਬਾਰੇ ਸਮਝ ਸਕਦੇ ਹਾਂ ਕਿ ਦਰਅਸਲ ਮੇਰੇ ਅੰਦਰ ਦੀ ਗੱਲ ਚੱਲ ਰਹੀ ਹੈ। ਜੇ ਮੈਨੂੰ ਅੰਦਰ ਚੰਗੇ ਗੁਣਾਂ ਦਾ ਮਾਣ ਰੱਬੀ ਇਕਮਿਕਤਾ ਵਿੱਚ ਪ੍ਰਾਪਤ ਹੋਇਆ ਹੈ, ਜੇ ਮੈਂ ਰੱਬ ਜੀ ਦੀ ਦਰਗਾਹ ਵਿੱਚ ਪ੍ਰਾਪਤ ਕਰ ਸਕਿਆ ਵਾਂ, ਤਾਂ ਉਹਦੀ ਨਿਸ਼ਾਨੀ ਹੋਏਗੀ ਹਮੇਸ਼ਾ ਆਨੰਦਤ ਖੇੜਾ ਦੀ ਅਵਸਥਾ। ਅਤੇ ਇੱਕ ਪ੍ਰੋਗਰਾਮ ਵਿੱਚ ਅਸੀਂ ਸਾਂਝ ਕਰ ਚੁੱਕੇ ਹਾਂ, ਜਿਹੜਾ ਮਨੁੱਖ ਹਮੇਸ਼ਾ ਆਨੰਦਤ ਰਹਿੰਦਾ ਹੈ, ਉਹਦਾ ਮਤਲਬ ਇਹ ਨਹੀਂ ਹੈ ਕਿ ਉਹ ਆਪਣੇ ਦੰਦ ਹਮੇਸ਼ਾ ਦਿਖਾਉਂਦਾ ਰਹਿੰਦਾ, ਖੇੜੇ ਵਿੱਚ ਖੁਸ਼ੀ ਵਿੱਚ ਰਹਿੰਦਾ। ਉਹਦਾ ਮਤਲਬ ਇਹ ਹੈ ਉਹ ਸਿੱਖ ਜਾਂਦਾ ਹੈ ਹਾਊ ਟੂ ਲਿਵ ਫॉर ਅਦਰਸ। ਫਿਰ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬਸਣ ਪਾਈਏ, ਦੂਜਿਆਂ ਵਾਸਤੇ ਕਿਵੇਂ ਜੀਵੀਦਾ ਇਹ ਜਾਚ ਸਮਝ ਆ ਜਾਂਦੀ ਹੈ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਦੇਖ ਸਮਝ, ਸੱਤੀ ਪੈਰੀ ਸਤ ਭਲਾ ਬਹੀਐ ਪੜਿਆ ਪਾਸ। ਸੱਤੀ ਪੈਰੀ ਸਤ ਭਲਾ ਬਹੀਐ ਪੜਿਆ ਪਾਸ। ਉਥੈ ਪਾਪ ਪੁੰਨ ਵਿਚਾਰੀਐ, ਉਥੈ ਪਾਪ ਪੁੰਨ ਵਿਚਾਰੀਐ। ਕੂੜੈ ਕੱਟੈ ਰਾਸ, ਕੂੜੈ ਕੱਟੈ ਰਾਸ। ਉਥੈ ਖੋਟੇ ਸੱਟੀਐ, ਉਥੈ ਖੋਟੇ ਸੱਟੀਐ। ਉਥੈ ਖੋਟੇ ਸੱਟੀਐ, ਉਥੈ ਖੋਟੇ ਸੱਟੀਐ। ਖਰੇ ਕੀਚੈ ਸ਼ਾਬਾਸ, ਖਰੇ ਕੀਚੈ ਸ਼ਾਬਾਸ। ਸੱਤੀ ਪੈਰੀ ਸਤ ਭਲਾ ਬਹੀਐ ਪੜਿਆ ਪਾਸ। ਸੱਤੀ ਪੈਰੀ ਸਤ ਭਲਾ ਬਹੀਐ ਪੜਿਆ। ਹੁਣ ਪੜ੍ਹਿਆ ਕੌਣ ਹੈ? ਦੁਨੀਆ 'ਚ ਲੋਕੀ ਬਹੁਤ ਪੜ੍ਹਾਈਆਂ ਕੀਤੀਆਂ ਹੋਈਆਂ, ਉਹਨਾਂ ਪੜ੍ਹਾਈਆਂ ਦੀ ਗੱਲ ਨਹੀਂ ਚੱਲ ਰਹੀ ਹੈ। ਕਬੀਰ ਸਾਹਿਬ ਕਹਿੰਦੇ ਨੇ ਮੈਂ ਜਾਣਿਓ ਪੜ੍ਹਬੋ ਭਲੋ, ਉਸ ਪੜ੍ਹਨ ਨਾਲੋਂ ਤਾਂ ਰੱਬੀ ਇਕਮਿਕਤਾ ਦਾ ਸੰਜੋਗ ਚੰਗਾ ਵੇ। ਪਰ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਪੜ੍ਹਿਆ ਮੂਰਖ ਆਖੀਐ ਜਿਸ ਲਭ ਲੁਬੰਕਾਰ। ਇਹਦਾ ਮਤਲਬ ਇਹ ਬਾਹਰਲੀ ਪੜ੍ਹਾਈ ਦੀ ਗੱਲ ਨਹੀਂ ਚੱਲ ਰਹੀ। ਜਿਨ੍ਹਾਂ ਨੇ ਅੰਦਰ ਨਿਜਕਾਰ ਵਿੱਚ ਨਾਨਕ ਲਿਖਿਆ ਨਾਲ ਵਾਲਾ ਸੱਚ ਦਾ ਸੁਨਿਆ ਲਿਖਿਆ ਹੋਇਆ, ਉਹਨੂੰ ਜੋ ਪੜ੍ਹਨਾ ਜਾਣਦੇ ਨੇ। ਜਿਹੜੇ ਖਿਆਲ ਮੈਨੂੰ ਉਹ ਪੜ੍ਹਨਾ ਸਿਖਾਉਂਦੇ ਨੇ, ਉਹਨਾਂ ਖਿਆਲਾਂ ਦੀ ਸੰਗਤ ਕਰਿਆ ਕਰ। ਸੱਤੀ ਪਹਿਰੀ, ਪਹਿਰੀ ਸਾਧ ਸੰਗਤ ਜੀ ਪਹਿਰ ਹੁੰਦੇ ਨੇ, ਜਿਸ ਤਰ੍ਹਾਂ ਅਸੀਂ ਇਹ ਸਵੇਰ ਦਾ ਪਹਿਰ ਹੈ, ਸ਼ਾਮ ਦਾ ਪਹਿਰ ਹੈ, ਇਸ ਤਰ੍ਹਾਂ ਅਸੀਂ ਪੜ੍ਹਦੇ ਹਾਂ। ਪਰ ਗੁਰਬਾਣੀ ਤਾਂ 8 ਪਹਿਰ ਵੀ ਆਇਆ, ਫਿਰ ਕਿਹੜਾ ਪਹਿਰ ਮੰਨੀਏ? ਸੋ 7 ਪਹਿਰ ਹੁੰਦਾ, ਮੇਰੇ 5 ਇੰਦਰੇ ਅਤੇ 6ਵਾਂ ਮੇਰਾ ਮਨ ਅਤੇ 7ਵਾਂ ਮੇਰੀ ਬੁੱਧੀ। ਇਹ ਸਾਰੇ ਜਦੋਂ ਸੱਚ ਦਾ ਸੰਗ ਕਰਦੇ ਨੇ ਤਾਂ ਇਹਨਾਂ ਨੂੰ ਸਮਝ ਆਉਂਦੀ ਹੈ ਕਿ ਮਾੜਾ ਕਰਮ ਕੀ ਹੈ, ਮਾੜਾ ਖਿਆਲ ਕਿਹੜਾ ਅਤੇ ਚੰਗਾ ਖਿਆਲ ਕਿਹੜਾ। ਉੱਥੇ ਪਾਪ ਪੁੰਨ ਵਿਚਾਰੀਏ, ਕੂੜੈ ਕੱਟੈ ਰਾਸ। ਜਿਹੜਾ ਮੈਂ ਕੂੜ ਇਕੱਠੀ ਕੀਤੀ ਹੋਈ ਸੀ, ਜਿਹਦੇ ਵਾਸਤੇ ਪਹਿਲੀ ਪੌੜੀ 'ਚ ਬੇਨਤੀ ਕੀਤੀ ਹੈ ਮੈਨੂੰ ਕੂੜ ਤੋਂ ਛੁਡਾਓ, ਉਹਦੀ ਰਾਸ, ਉਹਦਾ ਕੈਪੀਟਲ ਅਸੈਟ ਕੱਟਦਾ ਜਾਂਦਾ ਹੈ। ਕਿਵੇਂ ਕੱਟਦਾ ਜਾਂਦਾ ਹੈ? ਜਦੋਂ ਉਹਦੀ ਵਿਚਾਰ ਕਰਦੇ ਜਾਂਦੇ ਹਾਂ ਕਿ ਇਹ ਅਵਗੁਣਾਂ ਨਾਲ ਇਹ ਨੁਕਸਾਨ ਹੁੰਦਾ ਤੇਰਾ ਆਪਣਾ ਅਤੇ ਤੇਰੇ ਆਸ-ਪਾਸ ਵਾਲਿਆਂ ਦਾ, ਇਹ ਅਵਗੁਣ ਛੱਡ। ਉਹ ਅਵਗੁਣ ਛੱਡਣਾ ਕਹਿਲਾਉਂਦਾ। ਉੱਥੇ ਖੋਟੇ ਸੱਟੀ ਹੈ। ਇੰਝ ਨਹੀਂ ਹੈ ਕਿ ਅਸੀਂ ਮਰ ਜਾਵਾਂਗੇ, ਮਰਨ ਤੋਂ ਬਾਅਦ ਅਸੀਂ ਉੱਥੇ ਜਾਵਾਂਗੇ ਤਾਂ ਰੱਬ ਜੀ ਫਿਰ ਖੋਟ ਚੈੱਕ ਕਰਨਗੇ, ਫਿਰ ਖੋਟਿਆਂ ਨੂੰ ਵਾਪਸ ਦੁਨੀਆ 'ਚ ਸੁੱਟ ਦੇਣਗੇ। ਇੰਝ ਨਹੀਂ ਗੱਲ ਚੱਲ ਰਹੀ ਹੈ, ਗੁਰਮਤਿ ਅਨੁਸਾਰ ਚੱਲ ਰਹੀ ਹੈ। ਜਦੋਂ ਨਿਜਕਰ ਅੰਦਰ ਅੰਤਰਾਤਮੇ ਜਾਂਦੇ ਨੇ, ਉੱਥੋਂ ਆਵਾਜ਼ ਸੁਣਦੇ ਨੇ ਔਰ ਸੁਣ ਕੇ ਕੂੜ ਛੱਡਣ ਦਾ ਦਿਲ ਹੈ ਤਾਂ ਕੂੜ ਛੱਡਣਾ ਹੀ ਖੋਟ ਛੱਡਣਾ ਕਹਿਲਾਉਂਦਾ ਹੈ। ਉੱਥੇ ਖੋਟਾਂ ਸੱਟੀਆਂ, ਫਿਰ ਕੀ ਹੁੰਦਾ? ਖਰੇ ਕੀਚੇ ਸ਼ਾਬਾਸ਼। ਉਹਨੂੰ ਹੀ ਤੇ ਕਿਹਾ ਪੰਚੇ ਪਾਵੇਂ ਦਰਗਾਹ ਮਾਨ, ਮਾਨ ਪ੍ਰਾਪਤ ਹੋ ਗਿਆ, ਤੇਰੇ ਗੁਣ ਪ੍ਰਾਪਤ ਹੋ ਗਏ। ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੇ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ, ਜੇ ਸਾਂਝ ਕਰੀ ਜੇ ਗੁਣਾ ਕੇਰੀ ਛੋੜ ਅਵਗੁਣ ਚੱਲੀ ਹੈ। ਪਹਿਰੇ ਪਟੰਬਰ ਕਰ ਡੰਬਰ ਆਪਣਾ ਪਿੜ ਮੱਲੀ ਹੈ, ਜਿੱਥੇ ਜਾਏ ਬਈਏ ਭਲਾ ਕਹੀ ਹੈ। ਝੋਲ ਅੰਮ੍ਰਿਤ ਪੀਜੈ, ਝੋਲ ਅੰਮ੍ਰਿਤ ਪੀਜੀਏ, ਆਪਣੀ ਝੋਲੀ ਵਿੱਚ ਅੰਮ੍ਰਿਤ ਪਵਾ ਲੈ। ਇਹ ਵਾਲਾ ਸੱਚ ਦਾ ਝਕੋਲ ਕੇ ਅੰਮ੍ਰਿਤ ਆਪਣੀ ਮੱਤ ਅੰਦਰ ਪਾ ਲੈ। ਇਹਦੇ ਨਾਲ ਫਾਇਦਾ ਕੀ ਹੁੰਦਾ? ਤਾਂ ਅਟਲ ਅਮਰ ਨਾ ਮੂਆ,
फिर हमेशा वास्ते इकमिकता प्राप्त होगी, ना वो मरे ना होवे सोग। फिर ये अवस्था साड़ी बन जाती है। सत है सत कर बाचा जान, आत्म राम लियो प्रवान। निज कर दी आवाज़ में सुन लवो तो ये प्रवान एक्सैप्टिड हो जाता है। पंचे सोहें दर राजान, साडा मन राजा कहलाता है और ए निज कर अंदर इसनूं इकमिकता, इसनूं माण प्राप्त होता है। असी एक शब्द पढ़ चुके हैं, उस उत्ते पूरा सैमीनार कर चुके हैं। दूध पियो गोबिंदे राय, दूध पियो मेरो मन पतियाए, नहीं तो घर को बाप रिसाए। वो बाप रिसाए क्या होंदा? संतोख चला गया। संतोख आ जाए ताकि होंदा नामे देख नारायण हस्से, विकास की अवस्था। पंचे सोहे दर राजान, निर्मल ख्यालों का सुभाव रखो तो हमेशा आनंद विकास की अवस्था बनती है। रब्बी दरगाह केवल चंगे गुणों को ही प्रवान किया जाता है, उन्होंने शोभा मिलती है, ये नेचल राज प्राप्त होता है। दुनिया वोटां लैके किसी जगह बैठ के किसी कुर्सी ते मान प्राप्त की गल्लां करती है। गुरु पातशाह निज घर दे अंदर नेचल राज की गद्दी प्राप्त करना सिखाते हैं। जे वो ना होवे ना तो असी अच्छत रात बिजरत दुख पाया, सोगत पई हमारी हो जाती है। पंचा का गुर एक ध्यान, रब्बी कुदरत तो चंगे चंगे गुणां नूं समझ लेना अते उन्हां दे नाल ट्यून्ड रहना, उन्होंने सीखते रहना, हमेशा सीख के। सो सतगुर की मत राही प्राप्त चंगे गुणों वाला निज घर चो जो पैगाम सानू सुनाई देता है ना, उस ते ट्यून्ड रहना, उन्होंने कहते हैं तुनमय ध्यान। लगातार उहदे ते टुरदे रहना, बिना इंटरप्शन तो, बिना शक शुबा तो। और जे कोई अवगुणियारा मिल जाए तो भी चंगे गुण ना छड्डने, इनू गुरबाणी ध्यान कहती है, इनू गुरबाणी समाधि कहती है, इन्हों लिवतार कहती है, इनू मैडिटेशन कहती है। हमेशा जुड़े रहे। सो चंगे गुणों का ध्यान जो स्रोत है ना, वो रब्बी पैगाम अनुसार तुरना सीख जाते हैं। सत संतोख का तरो ध्यान, असी ते ध्यान धर रहे सी कोई एक लफ्जी रटन का, असी ते ध्यान धर रहे सी किसी तीरथ का, असी ते ध्यान धर रहे सी कोई खास बिंदु ते अपनी बिरती नूं टिकाण दा। लोकी पुछदे ने कि वीर जी मन नूं किवें टिकाईए। जदों असी मन नूं टिकाण दीयां गल्लां करांगे ना, कदी नहीं टिकेगा, क्योंकि मन नूं टिकाण वाला मेरा मैं खड़ा है। जे मैं किसी को कहा मेरा मन टिक गया है, ਇਹਦਾ मतलब मैं कुछ हो रहा, मेरा मन कुछ हो रहा है। अते वो जे टिक गया है तो मैं कहण वाला किवें मौजूद हाँ, पर गुरु पातशाह कहते नहीं तू मौजूद रह ही नहीं सकता। कबीर मोए मरने का चाहो है, मरो तो हर के द्वार, मत हर पूछे कौन है पर हमारे बार। मैं तो विचों अपनी मैं ख़त्म ही करना चाहता, तू करता तू अब मुझ में रहना हूँ, जब आपा पर का मिट गया जत देखा तत तू। सो पंचा का गुर एक ध्यान, चंगे चंगे गुणों के पिछे जिहड़ा स्रोत होंदा ना, सच की मत होंदी है। जे को कह करे विचार, जदों इस सच का सुनिया वो सुन लैंदा है अते इस दे उत्ते विचार करता है, तो सारे सुरत मत बुद्ध नूं भी ये विचार सुनांदा है। चंगे चंगे सुभाव का जीवन बनता जाता है। जदों बनता जाता है, करते क्या करना है नहीं शुमार। विरला मन विस्मादित हो उठता है कि कितने बयानों बार बेशुमार चंगे गुण मैनू प्राप्त हो रहे हैं। जिस इंसान को चंगे गुण प्राप्त होंदे ने, वो इंसान उन्हां दा हंकार नहीं करता है, उन्होंने समझ आ जाती है। हर गुण गाओ मना, सतगुर से हर गुण गाओ मना, सतगुर से प्यार। क्या थोड़ी बात हुआ, क्या थोड़ी बात गुमान,
ਮਨਾ ਸਤਿਗੁਰ ਸੇ ਪਿਆਰ। ਸਤਿਗੁਰ ਦੀ ਮੱਤ ਲੈਂਦਾ, ਇਹਨੂੰ ਸੇਵਾ ਕਹਿੰਦੇ ਨੇ। ਤੇ ਸਤਿਗੁਰ ਦੀ ਮੱਤ ਲੈ ਕੇ ਰੱਬੀ ਗੁਣ ਸਿੱਖਦਾ ਔਰ ਰੱਬੀ ਗੁਣਾਂ ਦਾ ਢਿੰਡੋਰਾ ਨਹੀਂ ਪਿੱਟਦਾ। ਅਵਗੁਣਿਆਰਾ ਕਹਿ ਸਕਦਾ ਮੈਂ ਬੜਾ ਕ੍ਰੋਧੀ ਹਾਂ, ਅਵਗੁਣਿਆਰਾ ਕਹਿ ਸਕਦਾ ਮੈਨੂੰ ਬੜੀਆਂ ਗਾਲਾਂ ਕੱਢਣੀਆਂ ਆਉਂਦੀਆਂ ਹੈ, ਅਵਗੁਣਿਆਰਾ ਕਹਿ ਸਕਦਾ ਮੇਰੀ ਜ਼ਾਤ ਇੰਨੀ ਉੱਚੀ ਹੈ, ਅਵਗੁਣਿਆਰਾ ਕਹਿ ਸਕਦਾ ਹੈ ਕਿ ਮੈਂ ਦੁਨੀਆ 'ਚ ਕਿਸੇ ਦੀ ਵੀ ਹੇਠਲੀ ਉਤਲੀ ਕਰ ਸਕਦਾ ਹਾਂ। ਪਰ ਜਿਹਨੂੰ ਰੱਬੀ ਗੁਣ ਪ੍ਰਾਪਤ ਹੋ ਜਾਂਦੇ ਨੇ ਉਹ ਕਹਿੰਦਾ ਹਰ ਗੁਣ ਗਾਉ ਮਨਾ, ਮੈਂ ਰੱਬੀ ਗੁਣਾਂ ਨੂੰ ਜੀਂਦਾ ਦਿਨ ਰਾਤ। ਸਤਿਗੁਰ ਸੇਵ ਪਿਆਰ। ਅਤੇ ਜਿਹੜੇ ਰੱਬੀ ਗੁਣ ਮੈਨੂੰ ਪ੍ਰਾਪਤ ਹੋਏ ਨੇ, ਮੇਰਾ ਮੁਝ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ, ਰੱਬ ਜੀ ਦੇ ਨੇ, ਇਸ ਕਰਕੇ ਉਹਨਾਂ ਦਾ ਮਾਣ ਹੀ ਨਹੀਂ ਕਰਦਾ। ਉਹਨੂੰ ਕਹਿੰਦੇ ਨੇ ਕਿਆ ਥੋੜੜੀ ਬਾਤ ਗੁਮਾਨ। ਉਹ ਗੁਮਾਨ ਕਰਦਾ ਹੀ ਨਹੀਂ ਹੈ ਕਿ ਮੈਂ ਬਹੁਤ ਨਮਰਤਾ ਵਾਲਾ ਹਾਂ, ਮੈਂ ਬਹੁਤ ਸੰਤੋਖੀ ਹਾਂ, मैंने इतना त्याग किया है, ये सारियां गल्लां ਉਹ नहीं करता। ਉਹਨੂੰ ਰੱਬੀ ਗੁਣ ਬੇਸ਼ੁਮਾਰ ਪ੍ਰਾਪਤ ਹੁੰਦੇ ਜਾਂਦੇ ਨੇ, ਕਿਉਂਕਿ ਅਸੀਂ ਪਹਿਲਾਂ ਸਿੱਖ ਚੁੱਕੇ ਹੋਏ ਹਾਂ। ਜਦੋਂ ਕਹਿੰਦੇ ਨੇ ਨਾਨਕ ਨਿਰਗੁਣ ਗੁਣ ਕਰੇ, ਜਿਹਦੇ ਕੋਲ ਗੁਣ ਨਹੀਂ ਹਨ ਉਹਨਾਂ ਨਿਰਗੁਣਿਆਰਾਂ ਨੂੰ ਗੁਣ ਦੇ ਦਿੰਦੇ ਨੇ। ਅਤੇ ਜਿਹੜੇ ਗੁਣ ਵਾਲੇ ਨੇ ਗੁਣਵੰਤਿਆਂ ਗੁਣ ਦੇ, ਉਹਨਾਂ ਨੂੰ ਹੋਰ ਗੁਣ ਦਿੰਦੇ ਨੇ। ਤੇਰੇ 'ਤੇ ਡਿਪੈਂਡ ਕਰਦਾ, ਜੇ ਤੂੰ ਅਵਗੁਣਾਂ ਨਾਲ ਹੀ ਖੁਸ਼ ਹੈ ਤਾਂ ਤੂੰ ਗੁਣ ਲੈਣਾ ਹੀ ਨਹੀਂ ਚਾਹੁੰਦਾ। ਲੇਕਿਨ ਜੇ ਤੂੰ ਗੁਣ ਲੈਣਾ ਚਾਹੇ ਤਾਂ ਫਿਰ ਗੁਣ ਵੱਧਦੇ ਨੇ, ਇਟ ਮਲਟੀਪਲਾਈਜ਼, ਫੋਰਟੀਫਾਈਜ਼ ਹੁੰਦੇ ਨੇ, ਚੌਗਣ ਵੰਨ ਹੁੰਦੇ ਨੇ, ਚੜ੍ਹਦੇ ਵੱਧਦੇ ਹੀ ਜਾਂਦੇ ਨੇ, ਹੋਰ ਦਸੂਣੀ ਹੋਈ ਹੁੰਦੇ ਜਾਂਦੇ ਨੇ, ਘਟਦੇ ਨਹੀਂ ਨੇ, ਵੱਧਦੇ ਜਾਂਦੇ ਨੇ। ਪਰ ਜਿਸ ਦਿਨ ਮੈਨੂੰ ਇਹ ਖਿਆਲ ਆ ਜਾਏ ਮੇਰੇ ਕੋਲ ਚੰਗੇ ਗੁਣ ਹਨ, ਉੱਥੇ ਸਟੈਗਨੈਂਟ ਹੋ ਜਾਂਦੀ ਹੈ ਲਾਈਫ। ਔਰ ਜੋ ਹੀ ਚੰਗੇ ਗੁਣਾਂ ਦਾ ਉੱਥੇ ਜਾ ਕੇ ਰੋਕਾ ਲਗਾ ਦਈਏ ਤਾਂ ਚੰਗੇ ਗੁਣ ਹੋਰ ਪ੍ਰਾਪਤ ਨਾ ਕਰੀਏ, ਉਹਨਾਂ ਦੇ ਵਾਸਤੇ ਮਿਹਨਤ ਨਾ ਕਰੀਏ, ਤਾਂ ਮੈਂ ਫਿਰ ਆਪਣੇ ਭਾਣੇ ਚੱਲਣ ਲੱਗ ਪੈਂਦਾ। ਵਿਛੜ ਝੋਟਾ ਖਾਵੇ ਦਾ ਜੀਵਨ ਬਣ ਜਾਂਦਾ ਹੈ। ਇਹਦਾ ਮਤਲਬ ਅਸੀਂ ਸਾਰੀ ਉਮਰ ਇਹ ਮਿਹਨਤ ਕਰਦੇ ਰਹਾਂਗੇ ਕਿ ਮੈਂ ਚੰਗੇ ਗੁਣ ਪ੍ਰਾਪਤ ਕਰਨੇ ਨੇ, ਔਰ ਸਾਰੀ ਉਮਰ ਹੀ ਸਾਨੂੰ ਅਵਗੁਣਿਆਰੇ ਟੱਕਰਦੇ ਰਹਿਣਗੇ, ਤਾਂ ਅਸੀਂ ਆਪਣੇ ਚੰਗੇ ਗੁਣਾਂ ਦੇ ਨਾਲ ਜੀਣਾ ਹੈ। ਸੰਤ ਨਾ ਛਾਡੈ ਸੰਤਈ, ਜੇ ਕੋਟਕ ਮਿਲੇ ਅਸੰਤ। ਹੁਣ ਇਸ ਤੋਂ ਬਾਅਦ ਇੱਕ ਹੋਰ ਵਿਸਮਾਦਤ ਗੱਲ ਸਾਹਮਣੇ ਆਈ ਕਿ ਜੇ ਸਲਾਮਤੀ ਵਾਲਾ ਜੀਵਨ ਜੀਣਾ ਹੈ ਤਾਂ ਤੈਨੂੰ ਟਿਕਾ ਵਾਲਾ ਜੀਵਨ ਚਾਹੀਦਾ ਹੈ, ਵਰਨਾ ਕੁਰਬਲ ਕੁਰਬਲ ਅਪਸੈਟ, ਕਬੂ ਜੀੜਾ ਊਪ ਚੜ੍ਹਤ ਹੈ ਕਬੂ ਜਾਏ ਪਿਆਲੇ ਵਾਲਾ ਰਹੇਗਾ। ਤੈਨੂੰ ਨਾ ਇਹ ਵਾਲਾ ਨਾ ਸਟੇਬਿਲਿਟੀ ਵਾਲਾ ਜੀਵਨ ਪ੍ਰਾਪਤ ਕਰਨ ਵਾਸਤੇ ਨਾ ਆਪਣੇ ਮਨ ਦੇ ਥੱਲੇ ਨਾ ਕੋਈ ਆਧਾਰ ਦੇਣਾ ਪਏਗਾ। ਉਹ ਆਧਾਰ ਕੇਵਲ ਤੇ ਕੇਵਲ ਜਿਉਂ ਮੰਦਰ ਕੋ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮੰਨਿਆ ਸਥੰਮਨ। ਜਿਵੇਂ ਬਿਲਡਿੰਗ ਨੂੰ ਥੱਲੇ ਪਿਲਰ ਦਿੰਦੇ ਨੇ, ਇਸ ਤਰ੍ਹਾਂ ਸਤਿਗੁਰ ਦੀ ਮੱਤ ਦਾ ਥੱਲੇ ਬੇਸ ਤੈਨੂੰ ਬਣਾਉਣਾ ਪਏਗਾ, ਆਧਾਰ ਬਣਾਉਣਾ ਪਏਗਾ। ਉਹ ਜਿਹੜਾ ਆਧਾਰ ਬਣੇਗਾ ਉਹ ਤੈਨੂੰ ਸਟੇਬਲ ਰੱਖੇਗਾ। ਭਾਵੇਂ ਜਿਤਨੇ ਮਰਜ਼ੀ ਧਰਤੀ 'ਤੇ ਭੁਚਾਲ ਆਉਣ, ਸੁੱਖ ਦੁੱਖ ਆਉਣ, ਮਾਨ ਅਪਮਾਨ ਆਏ, ਉਸਤਤ ਨਿੰਦਾ ਹੋਵੇ, ਤੂੰ ਇਸ ਤਰ੍ਹਾਂ ਰਹੇਗਾ। ਇਹ ਜਿਹੜੀ ਤੈਨੂੰ ਥੱਲੇ ਧਰਮ ਦਾ ਬੇਸ ਦਿੱਤਾ ਜਾਏਗਾ ਨਾ, ਇਹਨੂੰ ਧੌਲ ਧਰਮ ਕਹਿੰਦੇ ਨੇ। ਇਹਨੂੰ ਕਹਿੰਦੇ ਨੇ ਮਾਨੋ ਧਰਤੀ ਦਾ ਬੈਲ ਚਾਰ ਪੈਰਾਂ 'ਤੇ ਪ੍ਰੋਪਰ ਟਿਕ ਗਿਆ ਹੈ। ਜਦੋਂ ਚਾਰ ਪੈਰਾਂ 'ਤੇ ਪ੍ਰੋਪਰਲੀ ਟਿਕ ਜਾਏ ਨਾ ਬੈਲ, ਇਹਨੂੰ ਕਹਿੰਦੇ ਨੇ ਚਾਰੇ ਵੇਦ ਹੋਏ ਸਚਿਆਰ। ਇੱਕ ਪੈਰ ਖਿਸਕ ਜਾਏ ਸਤਯੁਗ ਤੋਂ ਦੁਆਪਰ ਤ੍ਰੇਤਾ ਤ੍ਰਿਤੀਆ ਕਰਦੇ ਕਰਦੇ ਦੂਜਾ ਖਿਸਕਿਆ, ਤੀਜਾ ਖਿਸਕਿਆ, ਇੱਕ ਟੰਗ 'ਤੇ ਖੜੇ ਰਹੋ ਨਾ, ਇੱਕ ਟੰਗ 'ਤੇ ਬੰਦਾ ਬੈਲੈਂਸਡ ਬਿਲਕੁਲ ਨਹੀਂ ਰਹਿੰਦਾ ਔਰ ਹਰ ਪਲ ਡਿੱਗਣ ਦਾ ਡਰ ਲੱਗਾ ਰਹਿੰਦਾ ਹੈ। ਬੜੇ ਸਾਰੇ ਸਹਾਰੇ ਚਾਹੀਦੇ ਹੁੰਦੇ ਨੇ, ਇਸ ਕਰਕੇ ਇੱਕ ਟੰਗ ਵਾਲੀ ਅਵਸਥਾ ਨੂੰ ਕਲ 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 ਵਿਆਕੁਲਤਾ, ਅਪਸੈਟ ਦੀ ਅਵਸਥਾ ਕਹਿੰਦੇ ਨੇ, ਉਹ ਬਣ ਜਾਂਦੀ ਹੈ। ਉਹਨੂੰ ਕਲਯੁਗ ਦੀ ਅਵਸਥਾ ਕਹਿੰਦੇ ਨੇ। ਸੋ ਹੁਣ ਇਸ ਨੂੰ ਇੱਕ ਬੇਸ ਦਿੱਤਾ ਜਾ ਰਿਹਾ। ਬੇਸ ਮੇਰਾ ਮਨ ਜੇ ਚਾਹੁੰਦਾ ਹੈ, ਇਹਦਾ ਮਤਲਬ ਮੈਨੂੰ ਮੇਰੇ ਮਨ ਉੱਤੇ ਦਇਆ ਕਰਨੀ ਆਉਣੀ ਚਾਹੀਦੀ ਹੈ। ਜਿਹੜਾ ਇਨਸਾਨ ਆਪਣੇ 'ਤੇ ਦਇਆ ਨਹੀਂ ਕਰਦਾ, ਉਹ ਕ੍ਰੋਧ ਕਰਦਾ, ਉਹ ਕ੍ਰੋਧ ਨਾਲ ਅੱਖਾਂ ਵੀ ਲਾਲ ਕਰਦਾ, ਆਪਣੇ ਆਪ 'ਤੇ ਪਹਿਲਾਂ ਦਇਆ ਨਹੀਂ ਕਰਦਾ, ਪਹਿਲਾਂ ਆਪਣੇ ਸਰੀਰ ਦਾ ਨੁਕਸਾਨ ਕਰਦਾ, ਮੰਦੇ ਮੰਦੇ ਖਿਆਲਾਂ ਦੇ ਨਾਲ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦਾ ਹੈ, ਔਰ ਮੰਦੇ ਖਿਆਲਾਂ ਦੇ ਕਾਰਨ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਸਭ ਤੋਂ ਪਹਿਲਾਂ ਆਪਣੇ 'ਤੇ ਦਇਆ ਕਰਨੀ ਪਏਗੀ। ਜੋ ਇਨਸਾਨ ਆਪਣੇ 'ਤੇ ਦਇਆ ਨਹੀਂ ਕਰਦਾ, ਉਸ ਨੂੰ ਦੁਨੀਆ ਦਾ ਕੋਈ ਮਨੁੱਖ ਧਰਮ ਨਹੀਂ ਸਿਖਾ ਸਕਦਾ।
ਬੜੇ ਲੋਕੀ ਕਹਿੰਦੇ ਨੇ ਵੀਰ ਜੀ ਫਲਾਣੇ ਨੂੰ ਕਿਸ ਤਰ੍ਹਾਂ ਸਮਝਾਈਏ। ਮੈਂ ਬੇਨਤੀ ਕਰਦਾ ਤੁਸੀਂ ਨਹੀਂ ਸਮਝਾ ਸਕਦੇ। ਜੇ ਉਹਨੂੰ ਆਪਣੇ ਤੇ ਖੁਆਰੀ ਤੋਂ ਦਇਆ ਨਹੀਂ ਆ ਰਹੀ, ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੇ ਜਾ ਕੋ ਓਟ ਤੁਆਰੀ, ਉਹ ਤਾਂ ਧੋਖੇ 'ਚ ਰਹਿਣਾ ਚਾਹੁੰਦਾ। ਉਹਨੂੰ ਮਨ ਕੀ ਮੱਤ ਦੀ ਓਟ ਮਿਲੀ ਹੋਈ ਹੈ। ਉਹ ਬਿਨ ਸਿਮਰਨ ਜੋ ਜੀਵਨ ਬੱਲਾ ਸਰਪ ਜੈਸੇ ਰਜਾਰੀ, ਸੱਪ ਵਾਂਗੂ ਜ਼ਹਿਰ ਘੋਲਦਾ ਰਹਿੰਦਾ ਹੈ। ਉਹਦੀ ਉਮਰ ਭਾਵੇਂ ਜਿੰਨੀ ਮਰਜ਼ੀ ਲੰਬੀ ਹੋ ਜਾਏ, ਆਪਣੀ ਮੱਤ ਦੇ ਸਿਰ ਨੂੰ ਬਚਾ ਕੇ ਰੱਖਦਾ। ਸੱਪ ਨੂੰ ਤੁਸੀਂ ਦੇਖੋ ਕੁੰਡਲੀ ਮਾਰ ਕੇ ਬੈਠਦਾ, ਜਦੋਂ ਕੁੰਡਲੀ ਮਾਰ ਕੇ ਇਸ ਤਰ੍ਹਾਂ ਚਾਰੋਂ ਪਾਸੇ ਆਪਣੇ ਸਰੀਰ ਨੂੰ ਲਪੇਟ ਲੈਂਦਾ, ਵਿੱਚ ਆਪਣਾ ਸਿਰ ਰੱਖਦਾ ਵੀ ਮੇਰਾ ਸਿਰ ਨਾ ਚਲਾ ਜਾਏ, ਮੇਰੇ ਸਿਰ 'ਚੋਂ ਜ਼ਹਿਰ ਨਾ ਕੋਈ ਕੱਢ ਲਵੇ। ਅਸੀਂ ਜਦੋਂ ਇਸ ਤਰ੍ਹਾਂ ਕੁੰਡਲੀ ਮਾਰਦੇ ਹਾਂ, ਮੈਂ ਆਪਣੇ ਮਨ ਕੀ ਮਤ ਦੇ ਥਾਟ ਪ੍ਰੋਸੈਸ ਨੂੰ ਬਚਾ ਕੇ ਰੱਖਦਾ ਔਰ ਸੱਪ ਵਾਲਾ ਜੀਵਨ ਬਣ ਜਾਂਦਾ ਹੈ। ਔਰ ਮੈਂ ਆਪਣੀ ਉਹ ਕੂੜ ਹੀ ਨਹੀਂ ਛੱਡਣਾ ਚਾਹੁੰਦਾ। ਬਾਹਰੋਂ ਭਾਵੇਂ ਮੇਰੇ ਕੋਲ ਤੁਸੀਂ ਦੁਨਿਆਵੀ ਲਫ਼ਜ਼ੀ ਰਟਨ ਕਰਾ ਲਓ, ਦੁਨੀਆ ਭਰ ਦਾ ਜੋ ਮਰਜ਼ੀ ਕਰਾ ਲਓ, ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਸਾਪ ਕੁੰਚ ਛੋੜੈ ਨਹੀਂ ਛਾੜੈ, ਉਦਕ ਮਾਏ ਜੈਸੇ ਬਗ ਧਿਆਨ ਮਾਂਡੈ, ਉਦਕ ਮਾਏ ਜੈਸੇ ਬਗ ਧਿਆਨ ਮਾਂਡੈ, ਕਾਹੇ ਕੋ ਕੀਜੈ ਧਿਆਨ ਜਪੰਨਾ, ਕਾਹੇ ਕੋ ਕੀਜੈ ਧਿਆਨ ਜਪੰਨਾ, ਜਬ ਤੇ शुद्ध नाही मन अपना, जब ते शुद्ध नाही मन अपना, सांप कुंच छोड़े बिख नहीं छाड़े। बारों की ध्यान लगाना, हर हर करे नित कपट कमावे, हिरदा शुद्ध न होई। इस तरह तेरी कूड़ नहीं दूर होएगी। ਤੈਨੂੰ ਕੂੜ ਦੂਰ ਕਰਨ ਵਾਸਤੇ ਆਪਣੇ ਔਗੁਣਾਂ ਦਾ ਸਿਰ ਨਹੀਂ ਬਚਾਉਣਾ। ਇਹ ਮਨ ਕੀ ਮਤ ਤਿਆਗ, ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ। ਆਪਣੇ ਤੇ ਦਇਆ ਕਰ। ਜਦੋਂ ਆਪਣੇ ਤੇ ਦਇਆ ਕਰਦੇ ਆ, ਇਹਨੂੰ ਜੀ ਦਇਆ ਕਹਿੰਦੇ ਨੇ, ਵਰਨਾ ਖੁਆਰੀ ਹੁੰਦੀ ਆ। ਜਦੋਂ ਮੈਂ ਆਪਣੇ ਤੇ ਦਇਆ ਨਹੀਂ ਕਰਦਾ ਤਾਂ ਸਵਾਲ ਉੱਠਦਾ, ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆਇਆ। ਅਸੀਂ ਸਾਰੇ ਇੰਦਰੇ ਗਿਆਨਿੰਦਰੇ ਪਰੇਸ਼ਾਨ ਆ, ਹੋਲ ਬਾਡੀ ਪਰੇਸ਼ਾਨ ਹੈ, ਪੂਰੀ ਬਾਡੀ 'ਤੇ ਕਲ ਵਾਪਰੀ ਹੋਈ ਹੈ, ਤੈਨੂੰ ਤਰਸ ਨਹੀਂ ਆ ਰਿਹਾ। ਪਰ ਮਨ ਆਪਣੀ ਗਲਤੀ ਮੰਨਦਾ ਹੀ ਨਹੀਂ, ਆਪੇ ਦੋਸ਼ ਨਾ ਦੇਈ ਕਰਤਾ। ਮਨ ਕਰਤਾ ਬਣਿਆ ਹੋਇਆ, ਆਪਣੀ ਗਲਤੀ ਮੰਨਦਾ ਹੀ ਨਹੀਂ। ਜੰਮ ਕਰ ਮੁਗਲ ਚੜਾਇਆ, ਬਲਕਿ ਵਿਕਾਰ ਹੋਰ ਇਕੱਠੇ ਲੈ ਕੇ ਅਟੈਕ ਕਰਦੇ ਨੇ। ਵਿਰਲੇ ਮਨ ਨੂੰ ਸਮਝ ਪੈ ਜਾਂਦੇ ਕਿ ਔਗੁਣਾਂ ਨਾਲ ਜੋ ਖੁਆਰੀ ਹੈ ਉਸ ਤੋਂ ਮੈਂ ਛੁੱਟਣਾ ਹੈ। ਉਹ ਆਪਣੇ ਤੇ ਦਇਆ ਕਰਦਾ ਹੈ। ਚੰਗੇ ਗੁਣਾਂ ਵਾਲੇ ਪੁੱਤਰ ਨੂੰ ਪ੍ਰਾਪਤ ਕਰਦਾ ਹੈ। ਇਹਦਾ ਮਤਲਬ ਇਹ ਔਗੁਣਿਆਰਾ ਮਨ 'ਚੋਂ ਹੁਣ ਸਾਨੂੰ ਇੱਕ ਚੰਗੇ ਗੁਣਾਂ ਦਾ ਪੁੱਤ ਪ੍ਰਾਪਤ ਹੋਏਗਾ। ਧੌਲ ਰੂਪੀ ਵਿਰਲਾ ਮਨ ਇਹਨਾਂ ਚੰਗੇ ਗੁਣਾਂ ਨੂੰ ਆਪਣੀ ਧਰਤੀ ਦਾ ਆਧਾਰ ਬਣਾ ਲੈਂਦਾ ਹੈ। ਧੌਲ ਧਰਮ ਦਇਆ ਕਾ ਪੂਤ, ਪਹਿਲਾਂ ਦਇਆ ਆਈ ਔਰ ਇਸ ਦਇਆ 'ਚੋਂ ਪੂਤ ਪ੍ਰਾਪਤ ਹੋਇਆ। ਕਿਹੜਾ? ਸੰਤੋਖ। ਸੰਤੋਖ ਥਾਪ ਰੱਖਿਆ ਜਿਨ ਸੂਤ। ਸੂਤ ਹੁੰਦਾ ਸੂਤਰ ਵਿੱਚ ਪਿਰੋ ਕੇ ਰੱਖਣਾ। ਜਦੋਂ ਵਿਰਲਾ ਮਨ, ਵਿਰਲਾ ਬਣਨ ਵਾਲਾ ਮਨ, ਜਿਸ ਦੀ ਜਾਚਨਾ ਹੈ ਕਿ ਮੈਂ ਕੂੜ ਤੋਂ ਛੁੱਟਾਂ। ਸਾਧ ਸੰਗਤ ਤੇ ਪਹਿਲਾਂ ਵੀ ਅਸੀਂ ਬਹੁਤ ਵਾਰੀ ਵਿਚਾਰ ਚੁੱਕੇ ਹਾਂ ਕਿ ਸਾਨੂੰ ਭੁਲੇਖਾ ਹੈ ਕਿ ਲੱਖਾਂ ਕਰੋੜਾਂ ਪਿੱਛੇ ਕੋਈ ਇੱਕ ਵਿਰਲਾ ਹੁੰਦਾ ਹੈ। ਗੁਰਬਾਣੀ ਅਨੁਸਾਰ ਸਭਨਾ ਸਾਵਰੇ ਵੰਜਣਾ ਸਭ ਮੁਕਲਾਵਣਾ, ਹਰ ਕੋਈ ਰੱਬ ਜੀ ਦੇ ਨਾਲ ਇੱਕ ਮਿਕਤਾ ਪ੍ਰਾਪਤ ਕਰ ਸਕਦਾ ਹੈ। ਜੇ ਹਰ ਕੋਈ ਰੱਬ ਜੀ ਨਾਲ ਇੱਕ ਮਿਕਤਾ ਪ੍ਰਾਪਤ ਕਰ ਸਕਦਾ ਤੇ ਹਰ ਕੋਈ ਵਿਰਲਾ ਬਣ ਸਕਦਾ ਹੈ। ਇਹ ਗੁਰਮਤਿ ਦਾ ਬੇਸਿਕ ਫੰਡਾਮੈਂਟਲ ਹੈ। ਪਰ ਸ਼ਰਤ ਇਹ ਰਹੇਗੀ, ਇਹ ਮਨ ਜੈਸਾ ਸੇਵੇਂ ਤੈਸੋ ਹੋਏ, ਤੇ ਇਹ ਕਰਮ ਕਮਾਏ। ਪਰ ਜੇ ਸਤਿਗੁਰ ਦੀ ਮੱਤ ਲੈ ਲੇ, ਵੈਸੀ ਕਾਰ ਕਮਾਣਾ ਪਵੇ, ਤਾਂ ਹਰ ਕੋਈ ਵਿਰਲਾ ਬਣ ਸਕਦਾ ਹੈ। ਹਰ ਕੋਈ ਚੰਗੇ ਗੁਣਾਂ ਦੀ ਜੀਵਨੀ ਪ੍ਰਾਪਤ ਕਰ ਸਕਦਾ ਹੈ। ਗੁਰਬਾਣੀ ਦਾ ਮਕਸਦ ਵੀ ਇਹੀ ਹੈ। ਜੇ ਅਸੀਂ ਗੁਰਬਾਣੀ ਦੇ ਮਕਸਦ ਨੂੰ ਛਿੱਕੇ ਟੰਗ ਦਈਏ ਔਰ ਫਿਰ ਕਹੀਏ ਪਿਛਲੇ ਜਨਮ ਕੀ ਕਿਸਮਤ ਕੇ ਭਾਗੋਂ ਕੇ ਕਾਰਨ ਹਮ ਐਸੇ ਬਨੂ ਹੈ, ਤਾਂ ਫਿਰ ਤਾਂ ਇਹ ਗੁਰਬਾਣੀ ਸਾਨੂੰ ਕੰਮ ਹੀ ਨਹੀਂ ਆਏਗੀ। ਸਾਨੂੰ ਪਸ਼ੂ ਪ੍ਰੇਤੋ ਦੇਵ ਕਰੇ ਦੇ ਜੀਵਨ ਜਾਚ ਸਿਖਾਉਂਦੀ ਹੈ। ਇਸੀ ਕਰਕੇ ਤਾਂ ਐਸੇ ਗੁਰੂ ਕੋ ਬਲ ਬਲ ਜਾਈਏ ਕਹਿੰਦੇ ਹਾਂ। ਜਿਨ ਮਾਨਸ ਤੇ ਦੇਵਤੇ ਕੀਏ, ਇਹ ਗੁਰਮਤ ਦਾ ਬਹੁਤ ਕੀਮਤੀ ਪਹਿਲੂ ਹੈ ਕਿ ਅਸੀਂ ਪਿਛਲੇ ਜਨਮ ਦੀ ਕਿਸਮਤ ਤੇ ਡਾਹ ਦਿਆਂਗੇ ਤਾਂ ਫਿਰ ਅਸੀਂ ਮਸਤਕ ਭਾਗ ਮੰਦੇਰੇ ਮਿਟਾਉਣਾ ਨਹੀਂ ਸਿੱਖ ਸਕਾਂਗੇ। ਸਤਿਗੁਰ ਦੀ ਮੱਤ ਲੈ ਕੇ ਮਸਤਕ ਭਾਗ ਚੰਗੇਰੇ ਲਿਖਦੇ ਹਾਂ। ਜਿਨ ਮਸਤਕ ਧੁਰ ਹਰ ਲਿਖਿਆ, ਇਹ ਵਾਲਾ ਅੱਜ ਦੀ ਇਸ ਪੌੜੀ ਵਿੱਚ ਸਾਨੂੰ ਅੱਗੇ ਸੁਣਿਆ ਮਿਲੇਗਾ।
सो संतोख थाप रखिया जिन सूत, ये वाला सूत्र गुरु पातशाह ने सानू समझाया है। जदों बारले धागे पाण दे बदले गुरु पातशाह कहते ने दया कपा, दया करण वाली कपा मन अंदर बना, दया कपा संतोख सूत, संतोखी सूत्र बना। जत गंडी सत वट ए जनेऊ जी का है ही तो पांडे कत, ओए पांडे ओए मेरे मन तू भी पांडा बनया फिरदा है, बड़ा चतर सियाणा धर्म की तैनू बड़ी नॉलेज है, लेकिन मेरे अंदर दया पैदा करना। जदों दया रूपी माँ तू मैनू दे देगा ना, फिर अंदरों जिहड़ा पुत्र प्राप्त होएगा ना, संतोख प्राप्त होएगा। ਇਹਦਾ मतलब मनुख अपनी नवी सृष्टि की साजना आप करता है। अदरवाइज ਇਹਦੀ ਜਿਹੜੀ सृष्टि है इन्हें मन की मत की सृष्टि बनाई हुई है। जदों विरला मन अपने धौल धवल की धरती चंगे गुणा के आधार पर रखता है तो इसकी जो अवस्था बनती है वो सारे इंद्रे ज्ञानेंद्रे सब जगह सुरत मत बुद्ध विच इसनूं परो के रख लैंदा है। हुण इसनूं परोण वास्ते उन्हें की कीता, असीं आसा की वारी च रोज़ पढ़िया, सच तां पर जानिए जा हृदय सच्चा होए, सच तां पर जानिए जा हृदय सच्चा होए, कूड़ की मल उतरे तन करे अच्छा तोए, कूड़ की मल उतरे तन करे अच्छा सोए, सच तां पर जानिए जा सच तरे प्यार, नाम सुन मन रहसिए तपाए मोख दुआर, सच तां पर जानिए जा जुगत जाने जियो, तरत काया साज के रचने करता बियो, सच तां पर जानिए जा सिख सच्ची ने, दया जाने जी की किछ पुण्य दान करे, सच तां पर जानिए जा आत्म तीरथ करे निवास, सतगुरु नु पुछ के पैरे करे निवास, सच सबना होए दारू पाप कड्डे धोए, नानक वखाणे बेनती जिन सच पल्ले होए। सच तो सारे दे हिरदे च रब जी वसते ने, सच तो सारिਆਂ ਦੇ पल्ले है, लेकिन जिन्हें नहीं लिया वो पल्ले पिया होया भी गवा बैठता है। जिन्हें लिया जिन सच पल्ले होए, जिसने मीन सच नूं सुन के समझ के कमाया है, उन्हें पल्ले विच एक छीक गाठड़ी बांधा ਉਹਦੇ पल्ले च है, वरना होया होया भी खिसर परियो पूम पर डारियो, कीमती हीरा हत्थ च आया सी गवा दिता, कौडियां दे पा गवा दिता। जदों एक कूड़ दी मल उतारना चाहता है सच नूं हृदय तो, तां सच समझ आती है, सच तां पर जानिए सच तरे प्यार, सच नाल प्यार करे नाउ सुन मन रहसीए तां पाए मोख दुआर। हुण सच सुनदा है मन टिकदा जांदा है और खेड़े विच आंदा जांदा है, सच तां पर जानिए जा जुगत जाने जियो, जुगत सिखदा है सतगुर कोलों अपने जीव ते किवें दया करीदा है। धरत काया साधके विच दे करता भी वो अपने मन की धरती तैयार करता है। सच तां पर जानिए जा सिख सच्ची ले अंदर वसदे रब जी की सिख लैंदा है, सुनिया सुनता है, उन्होंने गुरमुख कहते हैं, गुरु के मुख तो निकलिया होया सुनिया, गुरमुख नादंग, नाद सुनता है गुरु का। सत्संग जी कल बेलेपन अंदर अखा बंद कर लो, कोई ट्यून सुनाई देती रहती है, गुरमत दा अनंद नाद नहीं है। सच नूं लगातार निज कर चों सुनना, गुरमुख नादंग, निज कर चो जिहड़ी आवाज़ सुनाई देंदी है इहनूं वेद कहते हैं, गुरमुख वेदंग। तां सारे शरीर उत्ते सच किवें वापरदा है, गुरमुख रिया समाई समझ आंदा जांदा है। दया जाने जी की किछ पुण्य दान करे, उस अपने जीव ते दया करदा है, चंगे चंगे गुणा दा दान करदा है, पुण्य करदा है। कर साधु अंजलि पुण्य वड्डा है, कर डंडौत पुण्य वड्डा है, करदा है सच दी मत लैंदा है। ये बाहरले दान पुण्य दी नहीं गल चल रही। सच तां पर जानिए जा आत्म तीरथ करे निवास, अंदर टिकना सीख जाता है, ये उसका तीरथ है। सतगुरु नूं पुछ के बह रह करे निवास, टिक जाता है, मैं किवें थिर कर बैसो होवां। सच सबना होए दारू पाप कड्डे तोए। हुण
ਚੁਣ ਵੱਖ ਕੱਢੇ ਜਜਮਾਲਿਆ ਕਰ ਲਿਆ, ਹੁਣ ਆਪਣੇ ਤੇ ਦਇਆ ਕਰਨੀ ਆਈ ਜਾ ਰਹੀ ਹੈ ਔਰ ਸੰਤੋਖ ਪੈਦਾ ਹੁੰਦਾ ਜਾ ਰਿਹਾ। ਤਾਂ ਇਹ ਵਾਲੀ ਬੇਨਤੀ ਇਸ ਪੌੜੀ ਵਿੱਚ ਇੱਥੋਂ ਕੀਤੀ ਗਈ, ਜਿਹੜੀ ਅਸੀਂ ਆਸਾ ਕੀ ਵਾਰ ਵਿੱਚ ਰੋਜ਼ ਗਾਉਂਦੇ ਹਾਂ। ਹੁਣ ਅੱਗੇ ਕਹਿੰਦੇ ਨੇ, ਜੇ ਕੋ ਬੁਝੈ ਹੋਵੇ ਸਚਿਆਰ, ਜੋ ਇਹ ਸੱਚ ਦੀ ਜਾਂਚ ਸਿੱਖ ਜਾਂਦਾ ਹੈ ਤਾਂ ਸਚਿਆਰ ਹੋ ਜਾਂਦਾ ਹੈ। ਸੱਚ ਸਭਨਾ ਹੋਈ ਦਾਰੂ, ਪਾਪ ਕੱਢੇ ਧੋਏ, ਸਚਿਆਰ ਹੋ ਗਿਆ, ਸਾਰੇ ਪਾਪ ਕੱਢ ਦਿੱਤੇ। ਉਹਨੂੰ ਇਸ ਪੌੜੀ 'ਚ ਕਹਿੰਦੇ ਨੇ, ਪੌੜੀ ਦਾਨ ਮਹਿੰਦਾ ਤਲੀ ਖਾ, ਜੇ ਮਿਲੇ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲਖ ਤੇ ਆਈਐ, ਫਲ ਤੇ ਵੇ ਹੋ ਪਾਈਐ, ਜੇ ਵੇ ਹੀ ਕਾਰ ਕਮਾਈਐ, ਜੇ ਹੋਵੇ ਪੂਰਬ ਲਿਖਿਆ, ਤਾਂ ਧੂੜ ਤਿਨਾ ਦੀ ਪਾਈਐ, ਮਤ ਥੋੜੀ ਸੇਵ ਗਵਾਈਐ, ਮਤ ਥੋੜੀ ਸੇਵ ਗਵਾਈਐ। ਇਹ ਜਿਹੜੀ ਔਗੁਣੀ ਮੱਤ ਸੀ ਨਾ, ਪਾਪ ਕੱਢੇ ਧੋਏ ਕਰਨੀ ਪਏਗੀ। ਮੱਤ ਭੈੜੀ ਮੱਤ, ਮਨ ਕੀ ਮੱਤ, ਕੂੜ ਵਾਲੀ ਮੱਤ, ਜਮਾ ਵਾਲੀ, ਅਗਿਆਨਤਾ ਵਾਲੀ, ਮੂਰਖਾਂ ਵਾਲੀ, ਇਹ ਮੱਤ ਨਾ ਤਿਆਗਣੀ ਪਏਗੀ, ਛੱਡਣੀ ਪਏਗੀ। ਕਿਸ ਤਰ੍ਹਾਂ ਗਵਾਈ ਹੈ, ਕਿਵੇਂ ਇਸ ਮੱਤ ਨੂੰ ਗਵਾਈਦਾ, ਕਿਵੇਂ ਛੱਡੀਦਾ, ਕਿਵੇਂ ਛੁੱਟਦਿਆਂ? ਥੋੜੀ ਸੇਵ, ਇਹਦਾ ਉਚਾਰਨ ਕਰਾਂਗੇ, ਮੱਤ ਥੋੜੀ ਸੇਵ ਗਵਾਈ ਹੈ। थोड़ी सेव होता है कीमती सेवा, कीमती सेवा सबसे ऊपर गुर शब्द विचार, सतगुरु की सेवा सफल है। जहाँ सतगुरु का मन मने, जहाँ सतगुरु का मन मन्या सा सेवा की सफल है। जहाँ सतगुरु का मन मन्ने, जहाँ सतगुरु का मन मन्या ता पाप कसम्मल पन्ने, भैड़े ख्याल गए, मंदे ख्याल, अवगुणी ख्याल गए, इंज पाप जाते ने, इंज मत गवाइया करीदा। पर शर्त की रहेगी, दान महिंडा तो लिखा, जे मिले तो मस्तक लाइए, निमरता ना ला। सतगुर की मत लैनी है निमरता च। जो इंसान अपनी मन की ईगो और हंकारी च है ना, वो अपने मन को हंकारी च उपर चाड़ के रखता है। पर जो ही मन नीवा करो ना, ह्यूमिलिटी निमरता करो, फिर सुरत मत बुद्ध उच्ची हो जाती है। पर जिदा मन उच्चा बन के रवे ना, वो सुरत मत बुद्ध नीवी हो जाती है, मंदे ख्यालों वाली, नीच ख्यालों वाली बन जाती है। और रोज़ अरदास कहते मन नीवा मत उच्ची, मत का राखा। मत का राखा हो गया ना, मत पत का राखा नहीं लिखा होया। जे असी रहत मर्यादा भी पढ़ी है ना, उत्थे मत पत का राखा नहीं लिखा होया, क्या मत का राखा। मत एक बार टिकाने आ जाए ना, फिर जम तेरी पत नहीं लुट सकते ने। हुण पर मेरा मन हंकारिया होया तो मेरी सुरत मत बुद्ध नीवी हो गई। पर जे मेरा मन नीवा हो जाए तो सुरत मत बुद्ध उच्ची हो जाती है। इसका मतलब हुण निमरता नाल जांचना करनी पेगी। दान महिंडा तली खाक, जे मिले तो मस्तक लाइया, कूड़ा लालच छड्डी है, यही तो मत गवाणी सी, यही तो पाप कड्डा धोए करना सी। इसी नूं ते कूड़ कहते हैं। कूड़ा लालच छड्डी है, होए एक मन अलख त्याई। हुण एक अलख ही त्याई रहा। जे कूड़ा लालच छड्ड दिता ना तो यह अलख है। कूड़ा लालच छड्डिया हो, एक मन अलग थे। ये फल ते वे हो पाइए, जे वे ही कार कमाई। जैसी कार कमाओ वैसा फल मिलता है। इत्थे चंगी कार कमाण की गल कर रहे हैं, जो तुत भावे साई भली कार कमाण की गल कर रहे हैं। ये सलामती होती है, ये वाला फल प्राप्त होता है। फल ते वे हो पाइए, जे वे ही कार कमाई है। जे होवे पूरब लिखिया, जे होवे पूरब लिखिया तो नहीं है, पिछले जन्म की किस्मत लिखिया होएगा। जे होवे पूरब लिखिया मीनस जो सच लिया उन्होंने जे तू कमाया है। जे होवे पूरब लिखिया तो धूड़ तिना दी पाई है, वो जाच वो वाली मत प्राप्त हो जाता है। धूड़ होंदा है सत्संगत की धूड़ पड़ी उड़ नेत्री, हमरी दुर्मत मैल गवाए। सतगुर दी मत दी धूड़ पाओ ना अखां विच, सुरमा पाओ ना, अवगुणा दी सोच चली जाती है, विजन ठीक हो जाता है। इस तरह ये मत नूं गवाईदा है, थोड़ी सेव करके। हुण अगे कहंदे ने, जे को बुझिया होवे सचियार, वो सचियार हो जाता है। सचियार किवें होया? उन्हें चंगे चंगे गुण प्राप्त किए ने। कीता की है उन्हें?
ਉਹਨੇ ਅਵਗੁਣ ਛੱਡੇ ਨੇ। ਇਹ ਗੱਲ ਤੇ ਕੂੜ ਹੈ ਸਾਰੀ। ਕੂੜ ਮੈਲ ਵਿੱਚ ਕੀ ਹੁੰਦਾ? ਨਿੰਦਕ, ਹੇਟਰੇਡ, ਨਫ਼ਰਤ, ਈਰਖਾ, ਤ੍ਰਿਸ਼ਨਾਲੂ, ਮੈਂ ਮੇਰੀ ਤੇਰ ਮੇਰ ਕਰਦੇ ਹਾਂ, ਊਚ ਨੀਚ ਕਰਦੇ ਹਾਂ, ਜ਼ਾਤ ਪਾਤ ਕਰਦੇ ਹਾਂ, ਜੈਂਡਰ ਡਿਸਕ੍ਰਿਮੀਨੇਸ਼ਨ ਕਰਦੇ ਹਾਂ। ਇਹ ਸਾਰਾ ਜੋ ਕੁਛ ਅਸੀਂ ਕਰਦੇ ਹਾਂ ਨਾ, ਇਹ ਸਾਰੀ ਕੂੜ। ਇਸ ਕੂੜ ਨੂੰ ਛੱਡਣਾ ਹੈ। ਇਸ ਕੂੜ ਦਾ ਹੀ ਤੇ ਮਨ ਉੱਤੇ ਭਾਰ ਹੁੰਦਾ ਹੈ। ਜਿਤਨਾ ਅਵਗੁਣਾ ਦਾ ਭਾਰ ਹੋਏਗਾ, ਨਾਨਕ ਅਵਗੁਣ ਜੇਤੜੇ ਤੇ ਗਲੀ ਜੰਜੀਰ। ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਵਾਲਾ ਜੀਵਨ ਬਣ ਜਾਂਦਾ ਹੈ। ਗੱਲ ਸੰਗਲ ਘੱਤ ਕੌਣ ਚਲਾਉਂਦਾ ਹੈ? ਸਾਧ ਸੰਗਤ ਇੱਕ ਤਾਂ ਹੁੰਦਾ ਵੀ ਮੈਂ ਬਹੁਤ ਅਮੀਰ ਜ਼ਾਦਾ, ਬੜਾ ਨੋਨ ਪਰਸਨੈਲਿਟੀ ਹਾਂ, ਮੈਨੂੰ ਦਿਨ ਦੇ 10 ਕਾਰਡ ਆਏ ਹੁੰਦੇ ਨੇ, ਮੈਨੂੰ ਹਰ ਕਾਰਡ ਵਾਲੇ ਦੇ ਪ੍ਰੋਗਰਾਮ 'ਤੇ ਜਾਣਾ ਪੈਂਦਾ। ਹੁਣ ਕੀ ਕਰੀਏ, ਉੱਥੇ ਜਾਂਦੇ, ਉੱਥੇ ਜਾਂਦੇ ਹਾਂ। ਪਰ ਉਹ ਮੈਨੂੰ ਸੰਗਲ ਪਾ ਕੇ ਖਿੱਚਦੇ ਤਾਂ ਨਹੀਂ ਪਏ ਨੇ, ਮੈਨੂੰ ਜੰਮ ਖਿੱਚ ਰਹੇ ਨੇ, ਵਿਕਾਰ ਖਿੱਚ ਰਹੇ ਨੇ। ਜੈ ਖਿੱਚੇ ਤਾਂ ਜਾਓ ਹੋ ਰਿਹਾ ਮੇਰਾ। ਵੱਡਾ ਹੋਇਆ ਦੁਨੀਦਾਰ ਗੱਲ ਸੰਗਲ ਘੱਤ। ਜਿਹਨੂੰ ਇਹ ਗੱਲ ਸਮਝ ਆ ਜਾਏਗੀ ਨਾ, ਉਹ ਵੱਡਾ ਦੁਨੀਦਾਰ ਨਹੀਂ ਬਣਨਾ ਚਾਹੇਗਾ। ਲੋਕੀ ਦੁਨੀਦਾਰ ਬਣਨ ਵਾਸਤੇ ਨਾ ਅਵਗੁਣ ਵੀ ਕਰ ਲੈਂਦੇ ਨੇ। ਲੋਕੀ ਦੁਨੀਦਾਰ ਬਣਨ ਵਾਸਤੇ ਹਰ ਕਰਤੂਤ ਕਰ ਲੈਂਦੇ ਨੇ, ਪਰ ਉਹ ਸੁਖੀ ਨਹੀਂ ਰਹਿੰਦੇ ਨੇ। ਅਵਗੁਣਾ ਦਾ ਭਾਰ ਹੁੰਦਾ ਹੈ। ਲੋਕ ਅਵਗੁਣਾ ਕੀ ਬੰਨੈ ਗੰਠੜੀ, ਗੁਣ ਨਾ ਵਿਆਜੈ ਕੋਏ। ਅਵਗੁਣ ਇਕੱਠੇ ਕਰਦੀ ਰਹਿੰਦੀ ਹੈ ਦੁਨੀਆ। ਲੋਕ ਅਵਗੁਣਾ ਕੀ ਬੰਨੈ ਗੰਠੜੀ, ਗੁਣ ਨਾ ਵਿਆਜੈ ਕੋਏ। ਖਰਾ ਸਿਆਣਾ ਬਹੁਤਾ ਭਾਰ, ਧਾਨਕ ਰੂਪ ਰਹਾ ਕਰਤਾਰ। ਮੈਂ ਬੜਾ ਸਿਆਣਾ ਆਪਣੇ ਆਪ ਨੂੰ ਸਮਝਦਾ, ਪਰ ਸਿਰ 'ਤੇ ਬਹੁਤ ਭਾਰ ਚੁੱਕਿਆ, ਇਸ ਕਰਕੇ ਮੇਰੇ ਮਨ ਦੀ ਧਰਤੀ ਸਟੇਬਲ ਨਹੀਂ ਰਹਿੰਦੀ ਹੈ। ਮੈਂ ਪਲ ਪਲ ਵੋਲਕੈਨੋ ਵਾਂਗੂ ਫਟਦਾ। ਤੁਸੀਂ ਦੇਖਣਾ ਕਈ ਲੋਕੀ ਨਾ ਕਦੀ ਬਹੁਤ ਗੁੱਸੇ ਹੋ ਜਾਣਗੇ, ਗੁੱਸੇ ਹੋ ਕੇ ਬੜਾ ਉੱਚਾ ਬੋਲਣਗੇ, ਬਹੁਤ ਉੱਚਾ ਬੋਲ ਕੇ ਬੜੀਆਂ ਸਾਰੀਆਂ ਗੱਲਾਂ ਵੀ ਕੱਢਣਗੇ, ਔਰ ਕਦੀ ਬਿਲਕੁਲ ਇਸ ਤਰ੍ਹਾਂ ਝੰਮ ਜਾਣਗੇ, ਕਦੇ ਰੋਣ ਲੱਗ ਪੈਣਗੇ, ਕਦੇ ਉਦਾਸ ਹੋ ਜਾਣਗੇ, ਕਦੇ ਤੁਹਾਡੇ ਕੋਲ ਦਇਆ ਦੀ ਭੀਖ ਮੰਗਣ ਲੱਗ ਪੈਣਗੇ, ਕਦੇ ਤੁਸੀਂ ਦਇਆ ਮੰਗੋ ਵੀ, ਤੁਸੀਂ ਝੁਕ ਵੀ ਜਾਓ, ਤੁਹਾਡੀ ਕਮਰ ਉੱਤੇ ਹੋਰ ਮੁੱਕਾ ਮਾਰ ਦੇਣਗੇ। ਉਹ ਕਹਿੰਦਾ ਬਹੁਤ ਸਿਆਣਪ ਦਾ ਭਾਰ, ਬਹੁਤ ਸਿਆਣਪ ਜੰਮ ਕਾ ਪਾਉ ਵਿਆਪੈ। ਉਹਨੂੰ ਹੁੰਦਾ ਹਾਏ ਮੇਰਾ ਕਦੀ ਕੁਛ ਨਾ ਖੁੱਸ ਜਾਏ। ਉਹ ਆਪਣੀ ਇਸ ਖੇਡ ਵਿੱਚ ਹੁੰਦਾ ਹੈ, ਟਿਕਦਾ ਨਹੀਂ ਹੈ। ਖਰਾ ਸਿਆਣਾ ਬਹੁਤਾ ਭਾਰ, ਧਾਨਕ ਰੂਪ ਰਹਾ ਕਰਤਾਰ। ਉਹਦਾ ਰੂਪ ਡਰਾਵਣਾ ਹੋ ਜਾਂਦਾ, ਉਹਦੇ ਨੇੜੇ ਤੇੜੇ ਕੋਈ ਵੈ ਉਹ ਡਰਾ ਕੇ ਰੱਖੇਗਾ। ਗੁਣਾ ਗਵਾਈ ਗੰਠੜੀ, ਅਵਗੁਣ ਚੱਲੀ ਬੰਨ। ਅਵਗੁਣਾ ਦੀ ਪੰਡ ਬੰਨ ਲੈਂਦੇ ਹਾਂ ਤਾਂ ਇਹਦੀ ਜੰਜੀਰੀ ਨਾਲ ਬੱਧੇ ਹੋਏ ਦਿਨ ਰਾਤ ਜੀਂਦੇ ਰਹਿੰਦੇ ਹਾਂ। ਨਾ ਆਪ ਸੁਖੀ ਰਹਿੰਦੇ ਹਾਂ, ਨਾ ਹੋਰਾਂ ਨੂੰ ਸੁਖੀ ਹੋਣ ਦਿੰਦੇ ਹਾਂ। ਹੁਣ ਕਬੀਰ ਸਾਹਿਬ ਦਾ ਇੱਥੇ ਇੱਕ ਸ਼ਲੋਕ ਕਲਿੱਕ ਹੁੰਦਾ ਹੈ। ਕਬੀਰ ਸਾਹਿਬ ਕਹਿੰਦੇ ਨੇ, ਰਾਮ ਪਦਾਰਥ ਪਾਏ ਕੈ, ਰਾਮ ਪਦਾਰਥ ਪਾਏ ਕੈ, ਰਾਮ ਪਦਾਰਥ ਪਾਏ ਕੈ, ਕਬੀਰਾ ਗਾਂਠ ਨਾ ਖੋਲ, ਕਬੀਰਾ ਗਾਂਠ ਨਾ ਖੋਲ। ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਕ ਨਹੀਂ ਮੋਲ, ਨਹੀਂ ਗਾਕ ਨਹੀਂ ਮੋਲ। ਰਾਮ ਪਦਾਰਥ ਪਾਏ ਕੈ, ਰਾਮ ਪਦਾਰਥ ਪਾਏ ਕੈ, ਕਬੀਰਾ ਗਾਂਠ ਨਾ ਖੋਲ। ਇੱਕ ਸਵਾਲ ਪੈਦਾ ਹੋਇਆ, ਜੇ ਸੱਚ ਪਤਾ ਲੱਗ ਜਾਏ, ਸੱਚ ਦਾ ਖਜ਼ਾਨਾ ਮਿਲ ਜਾਏ, ਤਾਂ ਇਹਦੇ ਲਫ਼ਜ਼ੀ ਅਰਥ ਲਿਖੇ ਹੋਏ ਨੇ, ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। ਜੇ ਤੈਨੂੰ ਸੱਚ ਸਮਝ ਆ ਗਿਆ ਨਾ, ਫਿਰ ਇਹਦੀ ਗੰਠੜੀ ਖੋਲ੍ਹਣ ਦੀ ਲੋੜ ਨਹੀਂ। ਕਿਉਂ? ਕਿਉਂਕਿ ਲੋਕੀ ਮੂਰਖ ਨੇ। ਵਾਹ ਜੀ ਵਾਹ, ਕਿਵੇਂ ਲੋਕੀ ਮੂਰਖ ਨੇ? ਗੁਰਬਾਣੀ ਤੇ ਕਹਿੰਦੇ ਨਾ ਕੋ ਮੂਰਖ ਨਾ ਕੋ ਸਿਆਣਾ। ਗੁਰਬਾਣੀ ਤੇ ਮੈਨੂੰ ਸਿਖਾ ਰਹੀ ਹੈ ਵੀ ਹਮ ਮੂਰਖ ਮੁਗਧ ਸ਼ਰਨਾਗਤੀ। ਮੈਨੂੰ ਆਪਣੇ ਆਪ ਨੂੰ ਮੂਰਖ ਸਮਝਣਾ ਚਾਹੀਦਾ, ਤਾਂ ਮੈਂ ਸਤਿਗੁਰ ਦੀ ਮੱਤ ਲੈ ਸਕਾਂਗਾ। ਮੈਂ ਕਿਵੇਂ ਮੰਨ ਜਾਵਾਂ ਲੋਕੀ ਮੂਰਖ ਨੇ? ਪਰ ਅਰਥ ਲੋਕੀ ਮੂਰਖ ਨੇ, ਲੋਕਾਂ ਨੂੰ ਕੁਝ ਸਮਝ ਨਹੀਂ ਆਇਆ, ਇਸ ਕਰਕੇ ਤੇਰੇ ਨਾ ਸੱਚ ਦੀ ਗੰਠੜੀ ਦੇ ਮਾਲ ਨੂੰ ਲੈਣਗੇ ਨਹੀਂ ਪੱਟਣ ਨਹੀਂ ਪਾਰਖੂ। ਨਾ ਕੋਈ ਐਸੀ ਦੁਕਾਨ ਹੈ, ਨਾ ਐਸਾ ਕੋਈ ਇਸ ਖਜ਼ਾਨੇ ਦਾ ਪਰਖ ਕਰਨ ਵਾਲਾ ਹੈ ਇਸ ਅਮੁੱਲ ਰਤਨਾਂ ਨੂੰ, ਅਤੇ ਇਹਦਾ ਮੋਲ ਵੀ ਕੋਈ ਨਹੀਂ ਦੇ ਪਾਏਗਾ। ਸਾਧ ਸੰਗਤ ਜੀ, ਜੇ ਗੱਲ ਹੁੰਦੀ
ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਰੇ ਅਸੀਂ ਕਹਿੰਦੇ ਹਾਂ 30 40 50 60 ਕਿਤਨੇ ਹਜ਼ਾਰ ਮੀਲ ਪੈਦਲ ਟੁਰ ਕੇ ਦੁਨੀਆ ਨਾਲ ਸਾਂਝ ਕਰਦੇ ਰਹੇ। ਕਬੀਰ ਸਾਹਿਬ ਲੋਕਾਂ ਨਾਲ ਵਿਚਾਰਾਂ ਕਰਦੇ ਰਹੇ। ਗੁਰਬਾਣੀ ਕਹਿੰਦੇ ਜਬ ਲਗ ਦੁਨੀਆ ਰਹੀ ਹੈ ਨਾਨਕ ਕੀ ਸੁਣੀਏ ਕੁਛ ਕਹੀ ਹੈ। ਹੁਣ ਪਤਾ ਲੱਗਦਾ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ ਦਾ ਮਤਲਬ ਹੈ ਜਦੋਂ ਤੈਨੂੰ ਸੱਚ ਦੀ ਮੱਤ ਸਮਝ ਆ ਗਈ ਹੈ ਨਾ, ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। ਇਹ ਔਗੁਣਾ ਦੀ ਗੰਠੜੀ ਹੁਣ ਛੋੜ ਦੇ, ਹੁਣ ਇਹ ਨਾ ਖੋਲ, ਕਬੀਰਾ ਗਾਂਠ ਨਾ ਖੋਲ, ਕਿਉਂਕਿ ਹੁਣ ਤੇਰੇ ਪੂਰੇ ਥਾਟ ਪ੍ਰੋਸੈਸ ਦੇ ਅੰਦਰ ਨਹੀਂ ਪੱਟਣ, ਨਹੀਂ ਪਾਰਖੂ, ਨਹੀਂ ਗਾਕ, ਨਹੀਂ ਮੋਲ। ਹੁਣ ਇਹ ਔਗੁਣਾ ਦੀ ਗੰਠੜੀ ਚੋਂ ਔਗੁਣ ਲੈਣ ਵਾਲਾ ਕੋਈ ਨਹੀਂ ਰਿਹਾ। ਉਸ ਵੇਲੇ ਕਹਿੰਦੇ ਨੇ ਕੋ ਬੰਜਾਰੋ ਰਾਮ ਕੋ ਮੇਰੋ ਟਾਂਡਾ ਲਾ ਦਿਆ ਜਾਏ ਰੇ, ਮੈਂ ਰਾਮ ਨਾਮ ਤਾਂ ਲਾ ਦਿਆ। ਸਾਧ ਸੰਗਤ ਜੀ ਜੇ ਅਸੀਂ ਇਹਦੇ ਇਹ ਉਲਟੇ ਅਰਥ ਕਰ ਲਈਏ ਵੀ ਸੱਚ ਪਤਾ ਲੱਗ ਜਾਏ ਦੁਨੀਆ ਨੂੰ ਨਾ ਦੱਸ, ਸੱਚ ਦੀ ਵਿਚਾਰ ਗੁਰੂ ਨਾਨਕ ਪਾਤਸ਼ਾਹ ਨੇ ਸਾਰਿਆਂ ਨੂੰ ਸੁਣਾਈ। ਚੜਿਆ ਸੋਧਣ ਧਰਤ ਲੁਖਾਈ, ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੀ ਸਾਈ, ਸਾਰਿਆਂ ਨਾਲ ਸਾਂਝ ਕੀਤੀ। ਪਰ ਕਿਸ ਤਰ੍ਹਾਂ ਕਰਦੇ ਨੇ ਸਾਂਝ? ਸਾਧ ਸੰਗਤ ਜੀ ਸੱਚ ਦੀ ਸਾਂਝ ਕਰਨ ਵਾਸਤੇ ਆਪਣੇ ਪਰਸਨਲ ਸੁੱਖ ਆਰਾਮ ਕੰਫਰਟ ਜ਼ੋਨ ਆਪਣੇ ਘਰਾਂ ਤੋਂ ਉੱਠ ਕੇ ਆਉਣਾ ਪੈਂਦਾ ਹੈ। ਗੁਰੂ ਨਾਨਕ ਪਾਤਸ਼ਾਹ ਆਪਣੇ 2 ਬੱਚੇ ਛੋੜ ਕੇ, ਉਹਨਾਂ ਨੂੰ ਪੁੱਤਰਾਂ ਨੂੰ, ਆਪਣੀ ਵਹੁਟੀ ਨੂੰ ਛੋੜ ਕੇ ਪੂਰੀ ਦੁਨੀਆ ਵਾਸਤੇ ਟੁਰ ਪੈਂਦੇ ਨੇ। ਜਿਸ ਨੂੰ ਸੱਚ ਸਮਝ ਆ ਜਾਏਗਾ ਉਹ ਆਪਣੇ ਸਰੀਰਕ ਸੁੱਖਾਂ ਆਰਾਮਾਂ ਤੋਂ, ਸਰੀਰ ਦੇ ਆਪਣੇ ਘਰ ਦੇ ਕੰਫਰਟ ਜ਼ੋਨ ਤੋਂ ਉੱਠੇਗਾ ਹੀ ਉੱਠੇਗਾ, ਉਹ ਟਿਕ ਨਹੀਂ ਸਕਦਾ। ਵਰਨਾ ਅਸੀਂ ਸ਼ਬਦ ਪੜ੍ਹਿਆ ਸੀ, ਕੁੱਕੜ ਦੀ ਉਡਾਰੀ, ਕੁੱਕੜ ਦੀ ਉਡਾਰੀ, ਹੰਸਾ ਸੇਤੀ ਚਿਤ ਉਲਾਸੈ, ਹੰਸਾ ਸੇਤੀ ਚਿਤ ਉਲਾਸੈ, ਕੁੱਕੜ ਦੀ ਉਡਾਰੀ, ਕੁੱਕੜ ਦੀ ਉਡਾਰੀ, ਚੜ ਕੇ ਘੋੜੜੇ ਕੁੰਡੇ ਪਕੜੈ, ਚੜ ਕੇ ਘੋੜੜੇ ਕੁੰਡੇ ਪਕੜੈ, ਖੁੰਡੀ ਦੀ ਖਿਡਾਰੀ, ਖੁੰਡੀ ਦੀ ਖਿਡਾਰੀ, ਕੁੱਕੜ ਦੀ ਉਡਾਰੀ, ਕੁੱਕੜ ਦੀ ਉਡਾਰੀ। ਕੀ ਕੁੱਕੜ ਦੀ ਉਡਾਰੀ ਲੈਂਦਾ? ਹੰਸਾਂ ਵਾਲਾ ਜੀਵਨ ਜੀਣਾ ਚਾਹੁੰਦਾ, ਤੈਨੂੰ ਭੁਲੇਖਾ ਹੈ, ਤੂੰ ਸੁੱਖ ਨਹੀਂ ਮਾਣ ਸਕੇਗਾ। ਆਪਣੇ ਸਰੀਰ ਤੱਕ ਮਹਦੂਦ ਹੈ, ਆਪਣੇ ਘਰ ਆਪਣੇ ਟੱਬਰ ਤੱਕ ਹੀ ਮਹਦੂਦ ਹੈ। ਚੜ ਕੇ ਘੋੜੜੇ ਕੁੰਦੇ ਪਕੜੈ, ਖੁੰਡੀ ਦੀ ਖਿਡਾਰੀ, ਹਾਕੀ ਖੇਡਣ ਵਾਂਗੂ ਘੋੜੇ 'ਤੇ ਚੜ੍ਹ ਕੇ ਜਿਹੜੇ ਪੋਲੋ ਖੇਡਦੇ ਨੇ, ਸਿਰਫ ਬੋਲ ਤੱਕ ਹੀ ਧਿਆਨ ਹੈ। ਇਹ ਮੇਰਾ ਘਰ ਹੈ, ਮੇਰੇ ਬੱਚੇ ਨੇ, ਇਹ ਮੇਰਾ ਟੱਬਰ ਹੈ, ਬਸ। ਬੋਲ ਨੂੰ ਵੀ ਬਹੁਤਾ ਤੂੰ ਕੀ ਕਰ ਲੇਗਾ? ਜਾਂ ਗੋਲ ਕਰ ਲੇਗਾ, ਗੋਲ ਹੋ ਜਾਏਗਾ, ਬਸ। ਇੱਕ ਇਨਾਮ ਮਿਲ ਜਾਏਗਾ, ਤੂੰ ਸ਼ੈਂਪੇਨ ਦੀ ਬੋਤਲ ਇਸ ਤਰ੍ਹਾਂ ਖੜਕਾ ਕੇ ਸੈਲੀਬ੍ਰੇਟ ਕਰ ਦੇਗਾ, ਬਸ। ਜਿੱਤ ਹਾਰ ਕਰ ਲੇਗਾ। ਧਿਆਨ ਤਾਂ ਤੇਰਾ ਹਮੇਸ਼ਾ ਉਹਦੇ 'ਚ ਹੀ ਫਸਿਆ ਹੋਇਆ। ਤੂੰ ਆਪਣੇ ਸਰੀਰ ਤੱਕ ਕਿਉਂ ਮਹਦੂਦ ਹੈ? ਆਪਣੇ ਸਰੀਰ ਤੋਂ ਜਦੋਂ ਉੱਪਰ ਉੱਠੀਦਾ, ਉਹਨੂੰ ਕਹਿੰਦੇ ਨੇ ਰਾਮ ਰਤਨ ਤਬ ਪਾਈ ਹੈ ਜੋ ਪਹਿਲੇ ਤਜੇ ਸਰੀਰ। ਤਜੇ ਸਰੀਰ ਦਾ ਮਤਲਬ ਇਹ ਨਹੀਂ ਕਿ ਫਿਜ਼ੀਕਲ ਸੁਸਾਈਡ ਕਰ ਲਈਦਾ। ਜੋ ਪਹਿਲੇ ਤਜੇ ਸਰੀਰ ਮੀਨਸ ਆਪਣੇ ਸਰੀਰ ਦੇ ਸੋ ਕਾਰਡ ਸੁੱਖਾਂ, ਘਰ ਦੇ ਕੰਫਰਟ ਜ਼ੋਨ, ਘਰ ਦੇ ਬਸ ਇਹਨਾਂ ਸਾਰਿਆਂ ਤੋਂ ਉੱਪਰ ਉੱਠ। ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਅਤੇ ਜਿਹਨੂੰ ਰਾਮ ਰਤਨ ਪ੍ਰਾਪਤ ਹੋ ਗਿਆ, ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। ਉਹ ਔਗੁਣਾ ਦੀ ਗੰਠੜੀ ਖੋਲਦਾ ਹੀ ਨਹੀਂ, ਕਿਉਂਕਿ ਔਗੁਣ ਛੁੱਟ ਗਏ। ਉਹਨੂੰ ਕਹਿੰਦੇ ਨੇ ਧਵਲਾ ਉੱਪਰ ਕੇਤਾ ਭਾਰ। ਹੁਣ ਮਨ ਦੀ ਧਰਤੀ ਧਵਲ ਥੱਲੇ ਉਹਨੂੰ ਮਿਲ ਗਿਆ, ਉਸ ਧਵਲ ਉੱਤੇ ਹੁਣ ਕੋਈ ਭਾਰ ਰਹਿੰਦਾ ਹੀ ਨਹੀਂ। ਭਾਰ ਔਗੁਣਾ ਦਾ ਹੁੰਦਾ ਔਰ ਔਗੁਣ ਰਹਿੰਦੇ ਹੀ ਨਹੀਂ। ਇਸ ਵਿਰਲੇ ਬਣਨ ਵਾਲੇ ਮਨ ਨੂੰ ਸਮਝ ਆ ਜਾਂਦੀ ਹੈ ਕਿ ਔਗੁਣਾ ਦੀ ਮਨ ਦੀ ਧਰਤੀ ਦਾ ਭਾਰ ਖਤਮ ਹੋ ਗਿਆ, ਉਹ ਕੂੜ ਗੰਠੜੀ ਦਾ ਭਾਰ ਹੁਣ ਰਿਹਾ ਨਹੀਂ। ਧਰਤੀ ਹੋਰ ਪਰੈ ਹੋਰ ਹੋਰ। ਇਸ ਮਨ ਨੂੰ ਸਮਝ ਆਉਂਦੀ ਹੈ ਚੰਗੇ 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 ਬੇਅੰਤ ਗੁਣਾਂ ਦੀਆਂ ਧਰਤੀਆਂ ਨੇ, ਉਹਨਾਂ ਦੇ ਨਾਲ ਬੇਅੰਤ ਮੇਰੇ ਸੁਭਾਅ ਬਣਦੇ ਨੇ। ਅਤੇ ਔਗੁਣਾਂ ਦੀਆਂ ਵੀ ਬੇਅੰਤ ਧਰਤੀਆਂ ਨੇ, ਉਹਨਾਂ ਦੇ ਨਾਲ ਔਗੁਣੀ ਸੁਭਾਅ ਬਣਦੇ ਨੇ। ਔਗੁਣੀ ਧਰਤੀਆਂ ਨੂੰ ਪਤਾਲ ਕਹਿੰਦੇ ਨੇ, ਪਤਾਲਾਂ ਵਾਲੇ ਖਿਆਲ। ਪਰ ਚੰਗੇ ਚੰਗੇ ਖਿਆਲ ਪਤਾਲਾ ਪਤਾਲ ਲੱਖ, ਭੈੜੇ ਖਿਆਲ ਵੀ ਹਨ, ਆਗਾਸਾ ਆਗਾਸ, ਉੱਚੇ ਉੱਚੇ ਚੰਗੇ ਵੀ ਖਿਆਲ ਨੇ। ਹੁਣ ਇਹ ਧਿਆਨ ਕਰਦਾ ਹੈ ਕਿ ਵਿਰਲੇ ਮਨ ਨੂੰ ਸੁੱਝ ਜਾਂਦੇ ਕਿ ਨਿਜ ਘਰ 'ਚੋਂ ਰੱਬ ਜੀ ਦੇ ਮੁਖ ਤੋਂ, ਸਤਿਗੁਰ ਤੋਂ ਚੰਗੇ ਚੰਗੇ ਗੁਣਾਂ ਦੀ ਧਰਤੀਆਂ ਵਾਲੇ ਖਿਆਲ ਅਤੇ ਸੁਭਾਅ ਮਿਲਦੇ ਨੇ, ਤਾਂ ਉਸ ਖਜ਼ਾਨੇ ਨੂੰ ਕਮਾਉਣਾ ਚਾਹੀਦਾ ਹੈ।
ਹਲਕਾ ਹੁੰਦਾ ਜਾ ਰਿਹਾ ਨਾ ਦਿਨੋ ਦਿਨ। ਧਰਤੀ ਹੋਰ ਪਰੈ ਹੋਰ ਈਚ ਚੰਗੇ ਖਿਆਲ ਦੀ ਧਰਤੀ ਦਾ ਸੁਭਾਅ ਅਤੇ ਈਚ ਚੰਗੇ ਮੰਦੇ ਖਿਆਲਾਂ ਦੀ ਧਰਤੀ ਦੇ ਸੁਭਾਅ ਨੂੰ ਸਮਝਦਾ ਹੈ ਅਤੇ ਉਹਨਾਂ 'ਚੋਂ ਫਿਰ ਚੰਗੇ ਗੁਣਾਂ ਦੀ ਆਪਣੀ ਧਰਤੀ ਬਣਾਉਂਦਾ ਹੈ। ਧਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਵੀ ਹੁਣ ਆਪਣੀ ਧਰਤੀ ਸਾਜ ਰਿਹਾ। ਸਾਧ ਸੰਗਤ ਇਹਦਾ ਮਤਲਬ ਜਿਹੜਾ ਸਾਨੂੰ ਜਨਮ ਮਿਲਿਆ, ਇਸ ਸਰੀਰਕ ਜਨਮ ਨੂੰ ਜਦੋਂ ਤੱਕ ਅਸੀਂ ਸਤਿਗੁਰ ਦੀ ਮੱਤ ਲੈ ਕੇ ਨਵੀਂ ਸ੍ਰਿਸ਼ਟੀ ਨਹੀਂ ਨਾ ਸਾਜਾਂਗੇ, ਇਹ ਸਰੀਰਕ ਜਨਮ, ਇਹ ਸਰੀਰਕ ਧੀਆਂ ਪੁੱਤਰ, ਇਹ ਸਰੀਰਕ ਪਤੀ ਪਤਨੀ, ਇਹ ਸਰੀਰਕ ਸਾਰਾ ਟੱਬਰ, ਇਹ ਸਾਰਾ ਕੁਝ ਬਾਹਰਲਾ ਸਰੀਰਕ ਹੀ ਰਹਿ ਜਾਏਗਾ ਬਸ। ਪਰ ਆਪਣੀ ਨਵੀਂ ਸ੍ਰਿਸ਼ਟੀ ਦੀ ਸਾਜਨਾ ਕਰਨੀ, ਤਿਸ ਤੇ ਭਾਰਤ ਲੈ ਕਮਜ਼ੋਰ। ਹੁਣ ਇਹ ਜਿਹੜੇ ਚੰਗੇ ਗੁਣਾਂ ਦੀ ਢੇਰ ਸਾਰੀਆਂ ਧਰਤੀਆਂ ਮਿਲਦੀਆਂ ਜਾਂਦੀਆਂ, ਅਨੇਕਾਂ ਚੰਗੇ ਚੰਗੇ ਗੁਣ ਖਿਆਲ, ਇਹਨਾਂ ਦੇ ਥੱਲੇ ਕਿਹੜਾ ਬੇਸ ਹੁੰਦਾ ਹੈ? ਸਤਿਗੁਰ ਦੀ ਮੱਤ ਦਾ ਬਲ ਹੁੰਦਾ ਹੈ। ਤਿਸ ਤੇ ਭਾਰ ਤਲੈ ਕਵਣ ਜ਼ੋਰ, ਕਿਹੜਾ ਜ਼ੋਰ? ਇਸ ਨੂੰ ਵਿਰਲੇ ਮਨ ਨੂੰ ਇਸ ਗੱਲ ਦਾ ਸਵਾਲ ਦਾ ਉੱਤਰ ਮਿਲ ਜਾਂਦਾ ਹੈ। ਸਵਾਲ ਸਮਝ ਆ ਜਾਂਦਾ ਕਿ ਚੰਗੇ ਚੰਗੇ ਗੁਣਾਂ ਦੇ ਥੱਲੇ ਸਤਿਗੁਰ ਦੀ ਮੱਤ ਦਾ ਜ਼ੋਰ ਬਲ ਹੁੰਦਾ ਹੈ। ਜਿਉ ਮੰਦਰ ਕੋ ਥਾਮੈ ਥੰਮਣ ਵਾਲਾ, ਜੀ ਜਾਤ ਰੰਗਾ ਕੇ ਨਾਵ। ਅਸੀਂ ਹੁਕਮੀ ਹੋਵਨ ਕਾਰ ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਨ ਜੀ। ਉੱਥੇ ਇੱਕ ਅਸੀਂ ਇੱਕ ਲੇਖ ਡਿਸਕਸ ਕੀਤਾ ਸੀ ਕਿ ਬਾਹਰਲੀ ਸ੍ਰਿਸ਼ਟੀ ਵਿੱਚ ਅਨੇਕਾਂ ਜੀ ਜੰਤ ਹਨ। ਮੈਨੂੰ ਨਹੀਂ ਪਤਾ ਕਿ ਇਹ ਜੀ ਜੰਤ ਕਿਹੜੇ ਕਿਹੜੇ ਅਵਗੁਣਾਂ ਨਾਲ ਜੀ ਰਹੇ ਨੇ ਜਾਂ ਕਿਹੜੇ ਕਿਹੜੇ ਗੁਣਾਂ ਨਾਲ ਜੀ ਰਹੇ ਨੇ। ਉਹ ਜਿਹੜੇ ਜਿਹੜੇ ਅਵਗੁਣਾਂ ਨਾਲ ਜੀ ਰਹੇ ਨੇ, ਉਹ ਉਹਨਾਂ ਦੀ ਆਪਣੀ ਰੱਬੀ ਰਜ਼ਾ ਵਿੱਚ ਫਿਤਰਤ ਹੈ, ਸੁਭਾਅ ਹੈ। ਕੁੱਤਾ ਭੌਂਕਦਾ ਹੀ ਹੈ, ਬਿੱਲੀ ਮਿਆਉ ਮਿਆਉ ਕਰਦੀ ਹੀ ਹੈ, ਸੱਪ ਆਪਣਾ ਜ਼ਹਿਰ ਉਗਲਦਾ ਹੀ ਹੈ, ਨਿੰਮ ਆਪਣੀ ਕੁੜੱਤਣ ਰੱਖਦੀ ਹੀ ਹੈ, ਚੰਦਨ ਆਪਣੀ ਖੁਸ਼ਬੂ ਦਿੰਦਾ ਹੀ ਹੈ, ਹੰਸ ਉੱਚੀ ਉਡਾਰੀ ਤੇ ਮਾਰਦਾ ਹੀ ਹੈ, ਲੇਕਿਨ ਬਗਲਾ ਭਗਤੀ ਕਰਕੇ ਕਿਸੇ ਨੂੰ ਫਸਾਉਣ ਦੀ ਖੇਡ ਖੇਡਦਾ ਹੈ। ਇਹਨਾਂ ਦੇ ਗੁਣ ਅਵਗੁਣ ਬਾਰੇ ਮੈਨੂੰ ਸਮਝ ਨਹੀਂ ਹੈ, ਪਰ ਇਹਨਾਂ ਦੇ ਜਿਹੜੇ ਅਵਗੁਣ ਮੈਂ ਕਾਊਂਟ ਕਰਦਾ, ਉਹ ਰੱਬੀ ਰਜ਼ਾ ਅਨੁਸਾਰ ਇਹ ਆਪਣਾ ਉਸ ਅਨੁਸਾਰ ਜੀਂਦੇ ਨੇ। ਫਿਰ ਇਹਦਾ ਮਤਲਬ ਸਾਰਿਆਂ ਤੋਂ ਮੂਰਖ ਤੇ ਮਨੁੱਖ ਹੋਇਆ, ਜਿਹੜਾ ਆਪਣੇ ਸੁਭਾਅ ਅਨੁਸਾਰ ਜੀਂਦਾ ਨਹੀਂ ਹੈ। ਤਾਂ ਹੀ ਮਨੁੱਖ ਨੂੰ ਕਹਿਣਾ ਪੈਂਦਾ, ਉਹ ਬੰਦਿਆ ਓਏ ਬੰਦਾ ਬਣ। ਇਹ ਕਰਤੂਤ ਪਸ਼ੂ ਕੀ ਮਾਨਸ ਜਾਤ ਕਰਦਾ ਨਾ, ਇਹ ਬੰਦਾ ਹੀ ਨਹੀਂ ਹੈ। ਜਦੋਂ ਇਹ ਬੰਦਾ ਨਹੀਂ ਹੈ, ਕੁੱਤਾ ਕੁੱਤੇ ਵਾਲਾ ਜੀਵਨ ਜੀਂਦਾ ਹੈ, ਬਿੱਲੀ ਬਿੱਲੀ ਵਾਲਾ ਜੀਵਨ ਜੀਂਦੀ ਹੈ, ਸੱਪ ਸੱਪ ਵਾਲਾ ਜੀਵਨ ਜੀਂਦਾ ਹੈ, ਨਿੰਮ ਨਿੰਮ ਵਾਲਾ ਜੀਵਨ ਜੀਂਦੀ ਹੈ। ਇਹ ਸਾਰੇ ਪੇੜ ਪੌਦੇ, ਕਾਇਨਾਤ, ਜੀ ਜੰਤ ਸਾਰੇ ਆਪਣਾ ਆਪਣਾ ਜੀਵਨ ਕੁਦਰਤ ਦੇ ਨਿਯਮ ਰਜ਼ਾ ਵਿੱਚ ਜੀ ਰਹੇ ਨੇ। ਮਨੁੱਖ ਤੂੰ ਕਿਉਂ ਨਹੀਂ ਜੀਂਦਾ? ਸਾਧ ਸੰਗਤ ਜੀ, ਕਿਧਰੇ ਸਾਨੂੰ ਭੁਲੇਖਾ ਤਾਂ ਨਹੀਂ ਪੈ ਗਿਆ ਕਿ ਸਾਰੇ 84 ਲੱਖ ਜੂਨ ਸਾਰੇ ਮੂਰਖ ਨੇ, ਬੇਵਕੂਫ ਨੇ, ਸਿਰਫ ਇਨਸਾਨ ਸਿਆਣਾ ਹੈ? ਬੜਾ ਭਾਰੀ ਭੁਲੇਖਾ ਪੈ ਗਿਆ। ਸਾਡੀ ਹਾਈਟ ਆਫ ਈਗੋ ਹੈ ਕਿ ਅਸੀਂ ਸਭ ਤੋਂ ਸਿਆਣੇ ਹਾਂ। ਸਾਡੇ ਨਾਲ ਤਾਂ ਕੁੱਤੇ ਬਿੱਲੀ ਜ਼ਿਆਦਾ ਸਿਆਣੇ ਹੁੰਦੇ। जानवर आदमी से ज़्यादा वफादार है। आदमी क्या करता है? माल जिसका खाता है, गीत जिसके गाता है, उसके ही सीने में भोगता कटार है। ਇਹਦੇ ਵਰਸਿਸ ਘੋੜਾ ਸੁਣੋ, ਕੁੱਤਾ ਸੁਣੋ, ਉਸ ਗਾਣੇ ਵਿੱਚ ਤੁਹਾਨੂੰ ਸਾਰਾ ਖੇਡ ਸਮਝ ਆਉਂਦੀ ਜਾਏਗੀ। ਅਸੀਂ ਕਰਦੇ ਕੀ ਪਏ ਹਾਂ? ਅਸੀਂ ਕਰਤੂਤ ਪਸ਼ੂ ਕੀ ਮਾਨਸ ਜਾਤ ਜੀ ਰਹੇ ਹਾਂ। ਲੇਕਿਨ ਜੀਆਂ ਜਨਤਾ ਦੇ ਅੰਦਰ ਜਿਹੜੇ ਚੰਗੇ ਗੁਣ ਹਨ, ਉਹ ਤੇ ਤੂੰ ਲੈਂਦਾ ਨਹੀਂ, ਅਤੇ ਜਿਹੜੇ ਉਹਨਾਂ ਵਿੱਚ ਅਵਗੁਣ ਹਨ, ਉਹ ਸਾਰੇ ਤੂੰ ਲਏ ਹੋਏ ਨੇ। ਅਵਗੁਣਾਂ ਨੂੰ ਲਿਆ ਹੋਇਆ। ਹੁਕਮੀ ਹੋਵਨ ਜੀ, ਹੁਕਮ ਮਿਲਿਆ ਵਡਿਆਈ, ਤੇ ਮੇਰੇ ਅੰਦਰ ਐਸੇ ਅਨੇਕਾਂ ਜੀਆਂ ਜਿੰਤਾਂ ਵਾਲੇ ਅਵਗੁਣ ਹਨ, ਉਹਨਾਂ ਨੂੰ ਜਿਵੇਂ ਸਤਿਗੁਰ ਦੀ ਮੱਤ ਦੇ ਦਿਆਂ ਤਾਂ ਨਿਜ ਘਰ ਅੰਦਰ ਵਡਿਆਈ ਪ੍ਰਾਪਤ ਹੁੰਦੀ ਹੈ। ਉਸ ਹੁਕਮੀ ਦੀ ਪੌੜੀ ਵਿੱਚ ਸਮਝਾਇਆ, ਸਿਰਫ ਸਮਝਾਇਆ। ਹੁਣ ਇਹਨੂੰ ਪਤਾ ਨਹੀਂ ਹੈ ਮੈਂ ਜੀਣਾ ਇਹਨੂੰ, ਇਹ ਤਾਂ ਹੁਣ ਜੀਏਗਾ ਨਾ ਅੱਗੇ। ਹੁਕਮੀ ਹੋਵਨ ਜੀ, ਹੁਣ ਇੱਥੇ ਇਹਨੂੰ ਅੱਗੇ ਪਤਾ ਲੱਗ ਰਿਹਾ ਜੀ ਜਾਤ ਰੰਗਾਂ ਕੇ ਨਾਵ। ਹਰ ਕਿਸੇ ਦਾ ਆਪਣਾ ਨਾਵ ਇੱਕ ਫਲਸਫਾ ਹੈ। ਸਾਰੇ ਜੀ ਜੰਤ ਅਨੇਕਾਂ ਰੰਗਾਂ ਦੇ ਕਿਸਮਾਂ ਦੇ ਹਿਸਾਬ ਨਾਲ ਜੀਂਦੇ ਨੇ। ਇਹਨਾਂ 'ਚੋਂ ਮੈਨੂੰ ਚੰਗੇ ਚੰਗੇ ਗੁਣ ਲੈਣੇ ਨੇ। ਹੁਣ ਜਿਹਨੂੰ ਪੰਜ ਪ੍ਰਵਾਨ ਪੰਜ ਪ੍ਰਧਾਨ ਵਾਲੇ ਚੰਗੀ ਗੁਣ ਦੀ ਮੱਤ ਅਵਸਥਾ ਪ੍ਰਾਪਤ ਹੋਈ ਹੈ, ਉਹਨੇ ਅਵਗੁਣੀ ਮੱਤ ਛੱਡੀ ਹੈ, ਤਾਂ ਉਹਨੂੰ ਜੀਆਂ ਜਨਤਾ ਦੇ ਚੰਗੇ ਚੰਗੇ ਗੁਣ ਸਮਝ ਆਉਂਦੇ ਜਾਂਦੇ ਨੇ। ਕੁੱਤਾ ਵਫਾਦਾਰ ਹੈ, ਮੈਂ ਵਫਾਦਾਰੀ ਸਿੱਖਣੀ ਹੈ। ਕੁੱਤਾ ਥੈਂਕਲੈਸ ਨਹੀਂ ਹੈ, ਮੈਂ ਕਦੇ ਵੀ ਕਿਸੇ ਦਾ ਥੈਂਕਲੈਸ ਨਹੀਂ ਹੋਣਾ, ਅਕਿਰਤਕਣ ਨਹੀਂ ਹੋਣਾ। ਲੋਕੀ ਲੈ ਕੇ ਮੁੱਕਰ ਜਾਂਦੇ ਨੇ, ਲੋਕੀ ਭੁੱਲ ਜਾਂਦੇ ਨੇ, ਲੋਕੀ ਗ੍ਰੈਟੀਟਿਊਡ ਭੁੱਲ ਜਾਂਦੇ ਨੇ। ਜਿਸ थाली में खाया उसी में छेद किया। ਔਰ ਆਮ ਤੌਰ 'ਤੇ ਦੁਨੀਆ ਵਿੱਚ ਕਹਾਵਤ ਹੈ, ਤੁਹਾਡੀ ਕਿਸੇ ਨਾਲ ਬਹੁਤ ਅੱਛੀ ਫਰੈਂਡਸ਼ਿਪ ਹੋਏ ਨਾ, ਤੁਹਾਡੀ ਫਰੈਂਡਸ਼ਿਪ ਚੱਲਦੀ ਰਹੇਗੀ। ਤੁਸੀਂ ਮੇਰੇ ਘਰ ਰੋਟੀ ਖਾਣਾ ਹੋ, ਮੈਂ ਤੁਹਾਡੇ ਘਰ ਖਾਵਾਂ, ਆਓ ਰਲ ਕੇ ਛੁੱਟੀਆਂ ਬਿਤਾ ਜਾਈਏ, ਹੋ ਸਕਦਾ ਹੈ। ਪਰ ਤੁਸੀਂ ਉਸ ਨੂੰ ਦੁਸ਼ਮਣ ਬਣਾਉਣਾ, ਉਹਨੂੰ ਪੈਸੇ ਦੇ ਦਿਓ, ਬਸ ਨਾਓ ਦੁਸ਼ਮਣੀ ਵਿਲ ਸਟਾਰਟ।
की है, जिस थाली में खाता है उसमें छेद करता है। जी जा तिरंगा के नाव कुत्ता वफादार है, मैं वफादारी सीखनी है। ਹੁਣ ਕਹਿੰਦੇ ਨੇ ਵਿਰਲੇ ਮਨ ਨੂੰ ਸਮਝ ਪੈ ਜਾਂਦੀ ਹੈ ਕਿ ਹਰ ਇੱਕ ਜੀ ਜਾਂਦਾ ਕੁਦਰਤ ਦੇ ਨਿਯਮਾਂ ਵਿੱਚ ਕੀ ਸੁਭਾਅ ਹੈ, ਅਤੇ ਮੈਂ ਉਹਦੇ 'ਚੋਂ ਮਨ ਕੀ ਮਤ ਅਨੁਸਾਰ ਕਿਹੜੇ ਅਵਗੁਣ ਲੈਂਦਾ ਸੀ। ਹੁਣ ਮੈਨੂੰ ਚੰਗੇ ਚੰਗੇ ਉਹਨਾਂ ਦੇ ਰੰਗ ਲੈਣੇ ਨੇ, ਉਹਨਾਂ ਦੇ ਗੁਣ ਲੈਣੇ ਨੇ, ਜੋ ਸਤਿਗੁਰ ਦੀ ਮੱਤ ਦਾ ਨਾਮ ਦੇ ਕੇ ਜਦੋਂ ਮੇਰੇ ਅੰਦਰ ਦੇ ਅਵਗੁਣਾਂ ਵਾਲੇ ਸੁਭਾਅ ਜਿਤਨੇ ਜੀਆਂ ਜਨਤਾ ਦੇ ਨੇ, ਜੇ ਉਹਨਾਂ ਨੂੰ ਠੀਕ ਕਰਨਾ ਹੋਵੇ ਨਾ, ਉਹਨਾਂ ਨੂੰ ਸਤਿਗੁਰ ਦੀ ਮੱਤ ਦਾ ਸੰਤੋਖ ਦਾ ਰਿਜ਼ਕ ਦਾ ਭੋਜਨ ਦੇਈਦਾ ਹੈ। ਉਹਨੂੰ ਕਹਿੰਦੇ ਨੇ 84 ਲੱਖ ਜੂਨ ਉਪਾਈ। ਮੇਰੇ ਅੰਦਰ ਅਵਗੁਣਾ ਭਰੀ ਸੋਚ ਹੈ ਅਨੇਕਾਂ ਜੀਆਂ ਜਨਤਾ ਵਾਲੀ, ਉਹ 84 ਲੱਖ ਜੂਨ ਉਪਾਈ। ਕਦੋਂ? ਰਿਜ਼ਕ ਦਿਆ। ਰਿਜ਼ਕ ਕੀ ਦਿੱਤਾ? ਸੰਤੋਖ ਦਾ ਭੋਜਨ ਦਿੱਤਾ ਉਹਨਾਂ ਨੂੰ, ਸਤਿਗੁਰ ਦੀ ਮੱਤ ਦਾ ਰਿਜ਼ਕ। ਰਿਜ਼ਕ ਦਿਆ ਸਭ ਹੂੰ ਕੋ ਤਦ ਕਾ। ਮੇਰੇ ਅਵਗੁਣੀ ਸੋਚਾਂ ਵਾਲੇ ਜੀ ਜੰਤ ਜਿਤਨੇ ਮੇਰੇ ਅੰਦਰ ਸੁਭਾਅ ਹਨ ਨਾ, ਉਹਨਾਂ ਨੂੰ ਜੋ ਸਤਿਗੁਰ ਦੀ ਮੱਤ ਦਾ ਰਿਜ਼ਕ ਦੇ ਦਿਓ ਨਾ, ਉਹ ਐਲੀਵੇਟ ਹੋ ਜਾਂਦੇ ਨੇ। ਹੁਕਮ ਮਿਲੈ ਵਡਿਆਈ। ਸਭਨਾ ਲਿਖਿਆ ਵੁੜੀ ਕਲਾਮ। ਵਿਰਲੇ ਮਨ ਦੇ ਇੰਦਰੇ ਗਿਆਨ ਇੰਦਰੇ ਸਭਨਾ ਦੇ ਨਿਜ ਘਰ ਚੋਂ ਮਿਲਿਆ ਸੁਣਿਆ ਵੁੜੀ ਕਲਾਮ ਲੈ ਕੇ ਲਿਖਣ ਦਾ ਸੁਭਾਅ ਬਣਾ ਲਿਆ। ਮਿਹਨਤ ਕਰਕੇ ਸਤਿਗੁਰ ਦੀ ਮੱਤ ਦੇ ਨਾਲ ਅਵਗੁਣੀ ਖਿਆਲ ਛੱਡੇ। ਉਹਨਾਂ ਨੂੰ ਕਹਿੰਦੇ ਨੇ ਮਸਤਕ ਭਾਗ ਮੰਦੇਰੇ ਚੈੱਕ ਕੀਤਾ, ਚੁਣ ਵਕ ਕੱਢੇ ਜਜਮਾ ਲਿਆ, ਅਤੇ ਮਸਤਕ ਭਾਗ ਚੰਗੇਰੇ ਲਿਖਣ ਦੀ ਸਤਿਗੁਰ ਕੋਲੋਂ ਮੱਤ ਲਈ। ਜਦੋਂ ਸਤਿਗੁਰ ਕੋਲੋਂ ਮੱਤ ਲੈ ਕੇ ਲਿਖ ਲਈਦਾ ਨਾ, ਤਾਂ ਫਿਰ ਤਬਲਾ ਉੱਪਰ ਕੀਤਾ ਭਾਰ, ਫਿਰ ਇਸ ਧਰਤੀ 'ਤੇ ਭਾਰ ਨਹੀਂ ਰਹਿੰਦਾ। ਫਿਰ ਉਹਨੂੰ ਫੋਰਚੂਨੇਟ ਜੀਵਨ ਕਹਿੰਦੇ ਨੇ। ਹੁਣ ਤੱਕ ਦੁਨੀਆ ਗੁੱਡ ਲੱਕ ਬੈਡ ਲੱਕ ਦੀਆਂ ਗੱਲਾਂ ਕਰਦੀ ਸੀ, ਹੁਣ ਤੱਕ ਦੁਨੀਆ ਪਾਮਿਸਟਰੀ ਦੀ ਗੱਲਾਂ ਕਰਦੀ ਸੀ, ਹੁਣ ਤੱਕ ਦੁਨੀਆ ਕੁੰਡਲੀ ਦੀ ਗੱਲਾਂ ਕਰਦੀ ਸੀ, ਚੰਨ ਤਾਰੇ ਦੀਆਂ ਗੱਲਾਂ ਕਰਦੀ ਸੀ, ਹਸਤ ਰੇਖਾਵਾਂ ਤੋਂ ਲੈ ਕੇ ਜ਼ੋਡੀਅਕ ਸਾਇੰਸ ਦੀਆਂ ਗੱਲਾਂ ਕਰਦੀ ਸੀ। ਗੁਰੂ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਦੀ ਮੱਤ ਲੈ ਲੈ, ਵੱਡੇ ਭਾਗ ਇੰਜ ਬਣ ਜਾਂਦੇ ਨੇ। ਆਪਣੇ ਮੱਥੇ 'ਤੇ ਭਾਗ ਲਿਖ ਲੈ। ਸਭਨਾ ਜਿਤਨੇ ਮੇਰੇ ਅੰਦਰ ਅਵਗੁਣੀ ਖਿਆਲ ਸਨ, ਉਹਨਾਂ ਸਾਰੇ ਉੱਤੇ ਸਤਿਗੁਰ ਦੀ ਮੱਤ ਦਾ ਕਲਾਮ ਲਿਖ ਦਿੱਤਾ। ਇਹ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੀਤਾ ਹੋਇਆ। ਜਿਸ ਨੂੰ ਇਹ ਲੇਖਾ ਲਿਖਣਾ ਆ ਜਾਂਦਾ ਹੈ, ਉਹ ਇਸ ਅਵਗੁਣੀ ਸੋਚ ਤੋਂ ਛੁੱਟ ਜਾਂਦਾ ਹੈ। ਇਹ ਲੇਖਾ ਲਿਖਣਾ ਉਸ ਨੂੰ ਆ ਗਿਆ। ਲੇਖਾ ਲਿਖਿਆ ਕੀਤਾ ਹੋਇਆ, ਉਹਨੂੰ ਹੁਣ ਧਰਮ ਰਾਏ ਦਰ ਕਾਗਜ਼ ਫਾੜੇ ਜਦ ਨਾਨਕ ਲੇਖਾ ਸਮਝਾ, ਉਹਨੂੰ ਇਹ ਲੇਖਾ ਸਮਝ ਆ ਜਾਂਦਾ ਨਾ, ਉਹਦੇ ਅਵਗੁਣੀ ਸੋਚ ਦੇ ਲੇਖੇ ਮੁੱਕ ਜਾਂਦੇ ਨੇ। ਇਹ ਲੇਖਾ ਲਿਖ ਜਾਣੇ ਕੋਈ, ਲੇਖਾ ਲਿਖਿਆ ਕੀਤਾ ਹੋਏ। ਚੰਗੇ ਚੰਗੇ ਗੁਣ ਲਿਖਦਾ ਜਾਂਦਾ, ਬੇਅੰਤ ਗੁਣਾਂ ਨਾਲ ਵਿਸਮਾਦਤ ਅਵਸਥਾ 'ਚ ਰਹਿੰਦਾ। ਕੇਤਾ ਤਾਣ ਸਵਾਲੇ ਰੂਪ, ਕਿਤਨੀ ਉਸਨੂੰ ਸੁੰਦਰਤਾ ਪ੍ਰਾਪਤ ਹੁੰਦੀ ਹੈ, ਉਹਦਾ ਸੋਹਣਾ ਰੂਪ ਅੰਦਰ ਦਾ ਬਣਦਾ। ਕੇਤੀ ਦਾਤ ਜਾਣੇ ਕੌਣ ਕੂਤ, ਕੋਈ ਨਹੀਂ ਦੱਸ ਸਕਦਾ ਕਿਸੇ ਨੂੰ ਕਿ ਵੀ ਇਹ ਗੁਣ ਮੇਰੇ ਕੋਲ ਕਿਤਨੇ ਆਏ, ਕਿਤਨੀ ਦਾਤ ਮੈਨੂੰ ਪ੍ਰਾਪਤ ਹੋਈ। ਕੇਵਲ ਸਾਂਝ ਕਰ ਸਕਦੇ ਹਾਂ, ਇਸ ਤਰ੍ਹਾਂ ਕਰੋ ਤਾਂ ਇਸ ਤਰ੍ਹਾਂ ਚੰਗੇ ਗੁਣ ਪ੍ਰਾਪਤ ਹੁੰਦੇ ਨੇ ਐਸ ਪਰ ਗੁਰਮਤ। ਕੀਤਾ ਪਸਾਓ ਏਕੋ ਕੁਆਓ, ਉਹ ਚੰਗੇ ਗੁਣਾਂ ਦਾ ਪਸਾਰਾ। ਕੁਆਓ ਕੀ ਹੁੰਦਾ ਸਾਧ ਸੰਗਤ? ਕਵਾਓ ਹੁੰਦਾ ਕਵਚ, ਕਵਚ ਹੁੰਦਾ ਪ੍ਰੇਮ ਪਟੋਲਾ। ਉਹਨੂੰ ਕਹਿੰਦੇ ਨੇ ਪ੍ਰੇਮ ਪਟੋਲਾ ਤੈਂ ਸ਼ਾ ਦਿੱਤਾ ਢੱਕਣ ਕੁਪਤ ਮੇਰੀ। ਮੈਨੂੰ ਵਿਕਾਰ ਸਤਾਉਂਦੇ ਸਨ, ਵਿਕਾਰਾਂ ਨੂੰ ਅਵਗੁਣ ਕਹਿੰਦੇ ਨੇ, ਅਵਗੁਣਾਂ ਨੂੰ ਕੂੜ ਕਹਿੰਦੇ ਨੇ। ਪੂਰੇ ਜਪਜੀ ਦੇ ਟੌਪਿਕ ਅੰਦਰ ਮੇਰਾ ਨਵਾਂ ਪਸਾਰਾ ਹੋਇਆ। ਏਕੋ ਕਵਾਓ, ਜਦੋਂ ਮੈਂ ਸਤਿਗੁਰ ਦੀ ਮੱਤ ਦਾ ਚੋਲਾ ਆਪਣੀ ਮੱਤ ਉੱਤੇ ਪਾਇਆ, ਉਹਦੇ ਨਾਲ ਪੱਤ ਟੱਕੀ ਜਾਂਦੀ ਹੈ। ਫਿਰ ਦੁਰਯੋਧਨ ਵਾਂਗੂ ਮੇਰੀ ਪੱਤ ਕੋਈ ਨਹੀਂ ਲਾ ਸਕਦਾ, ਮੇਰੀ ਦ੍ਰੋਪਦੀ ਦੀ ਪੱਤ ਕੱਜੀ ਗਈ। ਇਹ ਗੁਰਮਤ ਅਨੁਸਾਰ ਅੰਦਰ ਦੀ ਦ੍ਰੋਪਦੀ ਕੋ ਪੱਤ ਰੱਖੀ ਜਾਂਦੀ, ਉਹਨੂੰ ਕਹਿੰਦੇ ਨੇ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਾਈ। ਗੁਰਬਾਣੀ ਅਨੁਸਾਰ ਅਸੀਂ ਇਹ ਜਿਹੜੇ ਪ੍ਰਤੀਕ ਹੁੰਦੇ ਨੇ, ਜਿਹੜੇ ਲਫ਼ਜ਼, ਇਹਨਾਂ ਨੂੰ ਆਪਣੇ ਉੱਤੇ ਕਿਵੇਂ ਵਾਪਰਦੇ ਨੇ ਉਹਨਾਂ ਦੇ ਬਾਰੇ ਸਮਝਦੇ ਹਾਂ। ਵਿਰਲੇ ਮਨ ਨੂੰ ਇਹ ਸਮਝ ਪੈ ਜਾਂਦੀ ਹੈ, ਪੱਤ ਟੱਕਣੀ ਆ ਜਾਂਦੀ ਹੈ। ਤਿਸਤੇ ਹੋਏ ਲਖ ਦਰਿਆਓ, ਜਦੋਂ ਪੱਤ ਟੱਕਣੀ ਆ ਜਾਂਦੀ ਹੈ, ਅਵਗੁਣਾ ਕਾਰਨ ਐਨਰਜੀ ਵੇਸਟ ਨਹੀਂ ਹੁੰਦੀ। ਉਹਨੂੰ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚੰਦੜੀਆਂ। ਇਸ ਮਨ ਦੇ ਜਿੱਥੇ ਜਿੱਥੇ ਮੋਰੀਆਂ ਨੇ ਨਾ ਅਵਗੁਣ ਦੀਆਂ, ਜਿੱਥੇ ਤੇਰੀ ਸਾਰੀ ਐਨਰਜੀ ਜ਼ਾਇਆ ਜਾਂਦੀ, ਉਹ ਸਾਰੀਆਂ ਅਵਗੁਣਾਂ ਦੀਆਂ ਮੋਰੀਆਂ ਬੰਦ ਕਰ ਦੇਈਦਾ। ਜਦੋਂ ਅਵਗੁਣਾਂ ਦੀਆਂ ਮੋਰੀਆਂ ਬੰਦ ਕਰ ਦਿੱਤੀਆਂ ਤਾਂ ਅੰਦਰੋਂ ਸੱਚ ਦਾ ਚਸ਼ਮਾ ਫੁੱਟਦਾ ਹੈ। ਉਹ ਸੱਚ ਦਾ ਚਸ਼ਮਾ ਫੁਟਾਉਣਾ ਸੀ ਤੈਨੂੰ, ਉਹਦੇ ਨਾਲ ਦਰਿਆ ਬਣਦੇ ਨੇ, ਉਹਦੇ ਨਾਲ ਸਮੁੰਦਰ ਬਣਦੇ ਨੇ। ਉਹ ਸੱਚ ਦਾ ਦਰਿਆ ਤੇਰਾ ਫੁੱਟ ਸਕਦਾ ਹੈ। ਉਹਨੂੰ ਕਹਿੰਦੇ ਨੇ ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦਨ ਬੂਦ। ਅਸਮਾਨ ਮਿਆਨੇ ਲਹੰਗ ਦਰਿਆ,
ਸਤਿਗੁਰ ਦੀ ਮੱਤ ਦਾ ਅੰਤःਕਰਣ ਦੇ ਅੰਦਰ ਜਿਹੜਾ ਆਕਾਸ਼ ਹੈ ਨਾ, ਇੱਥੋਂ ਤੈਨੂੰ ਜਿਹੜਾ ਸੱਚ ਦੀ ਮੱਤ, ਉੱਚੀ ਮੱਤ ਦਾ ਜਿਹੜਾ ਦਰਿਆ ਵਗਦਾ ਹੈ ਨਾ, ਇਸ ਦਰਿਆ ਵਿੱਚ ਤੈਨੂੰ ਤੀਰਥ ਇਸ ਵਿੱਚ ਇਸ਼ਨਾਨ ਕਰਨਾ ਚਾਹੀਦਾ ਸੀ, ਉਹ ਤੂੰ ਕਰ। ਤਾਂ ਅੰਦਰੋਂ ਚੰਗੇ ਚੰਗੇ ਗੁਣਾਂ ਦੇ ਦਰਿਆ ਵਗ ਪੈਂਦੇ ਨੇ। ਅਸਮਾਨ ਮਿਆਨੇ ਲਹੰਗ ਦਰਿਆ, ਚੰਗੇ ਗੁਣਾਂ ਵਾਲੀ ਮੱਤ ਦੇ ਕਵਾਓ ਦਾ ਸਦਕਾ ਲੱਖਾਂ ਬੇਅੰਤ ਚੰਗੇ ਚੰਗੇ ਗੁਣਾਂ ਦਾ ਦਰਿਆ ਦੇ ਖਿਆਲ ਉਪਜਦੇ ਨੇ। ਉਹਨੂੰ ਕਹਿੰਦੇ ਨੇ ਰਿਵਰ ਆਫ ਵਿਜ਼ਡਮ ਇਰਪਟਸ, ਅੰਮ੍ਰਿਤ ਦੇ ਚਸ਼ਮੇ ਫੁੱਟ ਪੈਂਦੇ ਨੇ। ਜਿਤਨਾ ਅੰਦਰੋਂ ਚੰਗੇ ਚੰਗੇ ਗੁਣਾਂ ਦੇ ਖਿਆਲ ਉਪਜਦੇ ਨੇ ਨਾ, ਤਾਂ ਉਹਨੂੰ ਕਹਿੰਦੇ ਨੇ ਖਰਾ ਖਰਾ ਆਖੈ ਸਭ ਕੋਏ, ਖਰਾ ਖਰਾ ਆਖੈ ਸਭ ਕੋਏ, ਨਾਨਕ ਜੀ ਵਿੱਚ ਰੂਪਾ ਹੋਏ, ਨਾਨਕ ਜੀ ਵਿੱਚ ਰੂਪਾ ਖਰਾ ਖਰਾ ਆਖੈ ਸਭ ਕੋਏ। ਖਰਾ ਅੰਦਰੋਂ ਖਿਆਲ ਆਉਣਗੇ, ਅਵਗੁਣੀ ਖਿਆਲ ਹੀ ਨਾ, ਕਿਉਂਕਿ ਅੰਦਰੋਂ ਚਸ਼ਮੇ ਫੁੱਟ ਰਹੇ ਨੇ, ਦਰਿਆ ਫੁੱਟ ਰਹੇ ਨੇ ਸੱਚ ਦੇ। ਜਦੋਂ ਅੰਦਰੋਂ ਸੱਚ ਦੇ ਦਰਿਆ ਫੁੱਟਣ ਲੱਗ ਪੈਂਦੇ ਨੇ, ਬੇਅੰਤ ਚੰਗੇ ਚੰਗੇ ਖਿਆਲ ਪੈਦਾ ਹੁੰਦੇ ਜਾਂਦੇ ਨੇ। ਸਾਧ ਸੰਗਤ ਜੀ, ਅਸੀਂ ਰੀਸੈਂਟਲੀ ਨਿਊਜ਼ੀਲੈਂਡ ਗਏ। ਉੱਥੇ ਜਾ ਕੇ ਮੈਨੂੰ ਇੱਕ ਗੱਲ ਬੜੀ ਵਿਸਮਾਦਤ ਲੱਗੀ। ਉਹ ਕੀ ਕਿ ਸਾਨੂੰ ਉਹਨਾਂ ਨੇ ਦੱਸਿਆ, ਨਿਊਜ਼ੀਲੈਂਡ ਅੰਦਰ ਸੱਪ, ਜ਼ਹਿਰ ਘੋਲਣ ਵਾਲਾ, ਬਿੱਛੂ ਜ਼ਹਿਰ ਦੇ ਨਾਲ, ਇਸ ਕਿਸਮ ਦੇ ਜਿਤਨੀਆਂ ਵੀ ਚੀਜ਼ਾਂ ਜ਼ਹਿਰੀਲੀਆਂ ਨੇ ਨਾ, ਜਿਹੜਿਆ ਇਨਸਾਨ ਨੂੰ ਉਹ ਕੱਟਦੇ ਨੇ ਤਾਂ ਇਨਸਾਨ ਉਹਦੇ ਨਾਲ ਮਰ ਜਾਂਦਾ ਹੈ। ਐਸਾ ਕੋਈ ਜੀਵ ਜੰਤ ਨਿਊਜ਼ੀਲੈਂਡ ਦੀ ਧਰਤੀ 'ਤੇ ਨਹੀਂ ਰਹਿੰਦਾ। ਮੈਂ ਸੁਣ ਕੇ ਹੈਰਾਨ, ਵਾਈ? ਕਹਿੰਦੇ ਵੀਰ ਜੀ ਇੱਥੇ ਨਾ ਹਮੇਸ਼ਾ, ਪਹਿਲਾਂ ਤਾਂ ਬਹੁਤ ਜ਼ਿਆਦਾ, ਪਰ ਹੁਣ ਵੀ ਇੱਥੇ ਨਾ ਜਵਾਲਾਮੁਖੀ ਥਾਂ ਥਾਂ 'ਤੇ ਫੁੱਟਦੀ ਰਹਿੰਦੀ ਹੈ। ਵੋਲਕੈਨੋ, ਉਹਦੇ 'ਚੋਂ ਲਾਵਾ ਫੁੱਟਦਾ ਰਹਿੰਦਾ। ਸਾਨੂੰ ਕਈ ਜਗ੍ਹਾ ਉਹਨਾਂ ਨੇ ਦਿਖਾਈਆਂ ਜਿੱਥੋਂ ਲਾਵਾ ਫੁੱਟਦਾ ਹੋਇਆ। ਇਹ ਲਾਵਾ ਜਿੱਥੇ ਫੁੱਟਦਾ ਹੈ, ਉਹਦੇ ਕਾਰਨ ਕੀ ਹੁੰਦਾ ਹੈ, ਜਿਤਨੀਆਂ ਜ਼ਹਿਰੀਲੀਆਂ ਚੀਜ਼ਾਂ ਹੈ, ਇਹ ਸਾਰੇ ਜੀਵ ਜੰਤ ਉੱਥੇ ਮਰ ਜਾਂਦੇ ਨੇ। ਫਿਰ ਮਰ ਗਏ ਨੇ, ਹੁਣ ਮੁੜ ਕੇ ਪੈਦਾ ਹੀ ਨਹੀਂ ਹੁੰਦੇ ਨੇ। ਮੈਂ ਉਸੇ ਵੇਲੇ, ਅਸੀਂ ਸਾਰੇ ਜਿਹੜੇ ਗਏ ਸਾਂ, ਸਾਡਾ ਪੂਰਾ ਜੱਥਾ, ਮੈਂ ਸਾਰਿਆਂ ਨਾਲ ਸਾਂਝ ਕਰ ਰਿਹਾ ਸੀ, ਜਿਸ ਤਰ੍ਹਾਂ ਇਹ ਲਾਵਾ ਫੁੱਟਿਆ ਅੰਦਰੋਂ ਧਰਤੀ ਤੋਂ, ਤਾਂ ਇੱਥੇ ਜ਼ਹਿਰੀਲੇ ਜੀਵ ਜੰਤ ਨਹੀਂ ਰਹਿੰਦੇ ਨੇ। ਇੰਝ ਜਦੋਂ ਅੰਦਰੋਂ ਸੱਚ ਦੇ ਚਸ਼ਮੇ ਫੁੱਟਦੇ ਨੇ, ਜਦੋਂ ਅੰਦਰੋਂ ਸੱਚ ਦੇ ਦਰਿਆ ਫੁੱਟਦੇ ਨੇ, ਤਿਸ ਤੋਂ ਇਹ ਲੱਖ ਦਰਿਆਓ ਅੰਦਰੋਂ ਉਪਜਦੇ ਨੇ, ਚੰਗੇ ਚੰਗੇ ਖਿਆਲ ਪੈਦਾ ਹੁੰਦੇ ਨੇ ਨਾ, ਤੇ ਜ਼ਹਿਰੀਲੇ ਸੱਪ ਠੂਏ ਵਾਲੇ ਮੰਦੇ ਖਿਆਲ ਖਤਮ ਹੋ ਜਾਂਦੇ ਨੇ। ਨਵੀਂ ਸ੍ਰਿਸ਼ਟੀ ਸਾਜੀ ਗਈ ਹੈ। ਤਿਸ ਤੇ ਹੋਏ ਲੱਖ ਦਰਿਆਓ, ਰਿਵਰ ਆਫ ਵਿਜ਼ਡਮ ਇਰਪ ਹੁੰਦਾ ਹੈ, ਤਾਂ ਚੰਗੇ ਚੰਗੇ ਖਿਆਲ ਪੈਦਾ ਹੁੰਦੇ ਨੇ। ਜੇ ਚੰਗੇ ਖਿਆਲ ਨਾ ਪੈਦਾ ਹੋਣ, ਤਾਂ ਮੈਂ ਵਿਤਕਰਾ ਕਰਾਂਗਾ ਕਿ ਤੂੰ ਮੇਰਾ ਨਹੀਂ, ਮੈਂ ਵਿਤਕਰਾ ਕਰਾਂਗਾ ਤੇਰ ਮੇਰ ਦਾ, ਹਿੰਦੂ ਮੁਸਲਮਾਨ ਸਿੱਖ ਈਸਾਈ ਦਾ, ਅਮੀਰ ਗਰੀਬ ਦਾ, ਦੇਸੀ ਪਰਦੇਸੀ ਦਾ, ਬਲੱਡ ਰਿਲੇਸ਼ਨ ਦਾ ਔਰ ਨਾਨ ਬਲੱਡ ਰਿਲੇਸ਼ਨ ਦਾ। ਇਹ ਸਾਰੀਆਂ ਖੇਡਾਂ ਖੇਡਣ ਲੱਗ ਪੈਂਦੇ ਹਾਂ ਅਸੀਂ, ਫਿਰ ਉਸ ਜੀਵਨ ਵਿੱਚ ਫਸ ਜਾਂਦੇ ਹਾਂ। ਪਰ ਜਦੋਂ ਸੱਚ ਦੀ ਵਿਚਾਰ ਉਪਜਦੀ ਹੈ, ਸੱਚ ਦੇ ਦਰਿਆ ਫੁੱਟਦੇ ਨੇ, ਕੁਦਰਤ ਕਵਣ ਖਾ ਵਿਚਾਰ, ਇਸ ਡਿਵਾਈਨ ਵਿਜ਼ਡਮ ਦੇ ਬਲ ਦੀ ਮੈਂ ਕਿਤਨੀ ਵਿਚਾਰ ਕਰਾਂ। ਬਿਰਲਾ ਮਨ ਚੰਗੇ ਗੁਣਾਂ ਦਾ ਅੰਦਾਜ਼ਾ ਲਗਾਉਣ ਤੋਂ ਅਸਮਰਥ ਹੁੰਦਾ, ਲੇਕਿਨ ਵਿਸਮਾਦਤ ਹੁੰਦਾ। ਵਾਰਿਆ ਨਾ ਜਾਵਾਂ ਇੱਕ ਵਾਰ, ਵਾਰਿਆ ਨਾ ਜਾਵਾਂ ਇੱਕ ਵਾਰ ਦਾ ਮਤਲਬ ਹੁੰਦਾ ਬਾਰ ਬਾਰ ਬਲਿਹਾਰਨੇ ਜਾਂਦਾ। ਮੈਂ ਇੱਕ ਵਾਰੀ ਕੀ, ਮੈਂ ਤੇ ਤੁਹਾਡੇ ਤੇ ਕਿਤਨੀ ਵਾਰੀ ਬਲਿਹਾਰਨੇ ਜਾਂਦਾ। ਉਹਨੂੰ ਕਹਿੰਦੇ ਨੇ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਸਦਵਾਰ ਅਨੇਕਾਂ ਵਾਰੀ ਬਲਿਹਾਰਨੇ ਜਾਂਦਾ। ਔਰ ਬਲਿਹਾਰ ਜਾਣ ਦਾ ਮਤਲਬ ਕੀ ਹੁੰਦਾ, ਮੈਂ ਆਪਣਾ ਬਲ ਹਾਰਿਆ, ਮਨ ਕੀ ਮੱਤ ਦਾ ਬਲ ਹਾਰਿਆ। ਮੈਂ 100 ਵਾਰੀ ਨਹੀਂ, ਹਜ਼ਾਰਾਂ ਲੱਖਾਂ ਵਾਰੀ ਤੁਹਾਡੇ ਤੇ ਵਾਰਨ ਨੂੰ ਤਿਆਰ ਹਾਂ। ਜੋ ਤੁਧ ਭਾਵੈ, ਉਹ ਹੁਣ ਮਨ ਨੂੰ ਇਹ ਭਾਵੈ ਸਮਝ ਆ ਗਿਆ। ਇਹਨੂੰ ਕਹਿੰਦੇ ਨੇ ਤੂੰ ਭਲੀਕਾਰ, ਤੇਰੇ ਵਾਸਤੇ ਕੀ ਹੈ, ਗੁਰ ਕਿਆ ਸਾਕਾਰ ਕਮਾਓ। ਵਿਰਲੇ ਮਨ ਨੂੰ ਸਮਝ ਪੈ ਜਾਂਦੀ ਕਿ ਸਤਿਗੁਰ ਦੀ ਮੱਤ ਨੂੰ ਪਸੰਦ ਕਰ ਲਵੋ, ਭਾਵ ਹੈ ਉਹਨੂੰ ਕਹਿੰਦੇ ਨੇ, ਤਾਂ ਭਲਾ ਹੈ। ਸਚਿਆਰ ਬਣਨ ਲਈ ਸਤਿਗੁਰ ਦੀ ਮੱਤ ਅਨੁਸਾਰ ਜੀਵਨ ਜੀਣਾ ਹੀ ਭਲੀਕਾਰ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਇੱਥੇ ਸਾਡੀ ਅੱਜ ਦੀ ਪੌੜੀ ਇਹ ਕੰਪਲੀਟ ਹੋਏਗੀ। ਸਤਿਗੁਰ ਦੀ ਮੱਤ ਦੇ ਸਲਾਮਤੀ ਸੁਨੇ ਨਾਲ ਸਦੀਵੀ ਸੁਭਾ ਦ੍ਰਿੜ ਕਰਕੇ ਵਿਰਲਾ ਮਨ ਕੀ ਮੱਤ ਤੋਂ ਛੁੱਟ ਜਾਂਦਾ ਹੈ। ਕਹੋ ਨਾਨਕ ਗੁਰ ਕੋ ਕੁਰਬਾਨ, ਜਿਸ ਤੇ ਪਾਈਏ ਹਰ ਪੁਰਖ ਸੁਜਾਨ। ਸਤਿਗੁਰ ਦੀ ਮੱਤ ਮਿਲ ਗਈ, ਅਦਰਵਾਈਜ਼ ਹਮੇਸ਼ਾ ਅਪਵਿੱਤਰ ਰਹਿੰਦੇ ਹਾਂ। ਅਪਵਿੱਤਰਤਾ ਹੀ ਕੂੜ ਹੈ। ਅਪਵਿੱਤਰਤਾ ਨਾਲ ਨੀਚ ਘਰ ਅੰਦਰ ਜਾ ਨਹੀਂ ਸਕਦੇ ਹਾਂ। ਅਪਵਿੱਤਰਤਾ ਛੱਡਣੀ ਪਏਗੀ। ਮੈਂ ਬਾਹਰਲੀ ਅਪਵਿੱਤਰਤਾ ਛੱਡਦਾ ਰਿਹਾ,
ਬੈਨ ਜੇ ਪਿੰਡਾ ਧੋਏ ਵਾਲੀ ਕਰਦਾ ਰਿਹਾ, ਹੱਥ ਪੈਰ ਧੋਂਦਾ ਰਿਹਾ, ਮਨ ਨੂੰ ਸ਼ੁੱਧ ਨਹੀਂ ਕੀਤਾ। ਮਨ ਜੇ ਮੈਂ ਸ਼ੁੱਧ ਨਹੀਂ ਕੀਤਾ, ਉਹਨੂੰ ਕਹਿੰਦੇ ਨੇ ਏਕ ਵਸਤ ਬੂਝੈ ਤਾਂ ਹੋਵੇਂ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਜੇ ਨਿਜ ਘਰ ਚੋਂ ਸਤਿਗੁਰ ਦੀ ਮੱਤ ਨਹੀਂ ਨਾ ਲਈ, ਤੂੰ ਹਮੇਸ਼ਾ ਪਵਿੱਤਰ ਹੈ। ਤੈਨੂੰ ਹਮੇਸ਼ਾ ਜੋ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ, ਵਾਲੀ ਮੰਦੀ ਸੋਚਣੀ ਵਾਲੇ, ਲਾਲਚੀ ਖਿਆਲ ਵਾਲੇ, ਭੈੜੇ ਖੂਨ ਇੱਥੋਂ ਆਉਂਦੇ ਰਹਿਣਗੇ। ਜਿਉਂ ਜੋਰੂ, ਮੱਤ ਨੂੰ ਜੋਰੂ ਕਹਿੰਦੇ ਨੇ। ਸਿਰਨਾਵਣੀ ਮੰਦੇ ਖੂਨ ਵਾਲੇ ਖਿਆਲ, ਮੁਰਦਾਰ ਖਾਣ ਵਾਲੇ ਖਿਆਲ, ਪਰਾਇਆ ਹੱਕ ਖਾਣ ਵਾਲੇ ਖਿਆਲ, ਆਵੇ ਵਾਰੋ ਵਾਰ, ਝੂਠੇ ਝੂਠਾ ਮੁਖ ਵਸੈ, ਨਿਤ ਨਿਤ ਹੋਏ ਖੁਆਰ। ਇਹ ਨਿਤ ਨਿਤ ਖੁਆਰ ਕਿਹੜੇ ਅਵਗੁਣਾਂ ਨਾਲ ਹੁੰਦੇ ਆ? ਉਹ ਸਿਰਨਾਵਣੀ ਮੇਰੀ ਜੋਰੂ ਨੂੰ, ਮੇਰੇ ਖਿਆਲ ਨੂੰ ਆਉਂਦੀ ਹੈ ਤਾਂ ਉਹਦੇ ਨਾਲ ਦੁਖੀ ਰਹਿੰਦੇ ਆ, ਉਹਦੇ ਵਿੱਚ ਸਲਾਮਤੀ ਸੁੱਖ ਨਹੀਂ ਹੈ। ਸੋ ਸਤਿਗੁਰ ਦੀ ਮੱਤ ਲੈ ਕੇ ਪੰਜ ਪ੍ਰਵਾਨ ਵਿੱਚ ਪਵਿੱਤਰਤਾ ਵੱਲ ਵੱਧਦੇ ਪਏ ਹੈ। ਇਸ ਕੂੜੇ ਮਨ ਨੂੰ ਪਵਿੱਤਰਤਾ ਸਮਝਾਈ ਜਾ ਰਹੀ ਹੈ। ਨਹੀਂ ਤੇ ਤੂੰ ਤ੍ਰਿਸ਼ਨਾਲੂ ਹੋ ਜਾਏਗਾ। ਤੈਨੂੰ ਹੁਣ ਖੂਨ ਕੇ ਸੋਇਲੇ ਗਾਵਣੇ ਨੇ, ਆਪਣਾ ਖੂਨ ਦਾ ਡਾਇਲਿਸਿਸ ਕਰਾਉਣਾ ਹੈ, ਸਾਫ਼ ਕਰਾਉਣਾ ਹੈ। ਇਹ ਚੰਗੇ ਗੁਣਾਂ ਦੀ ਮੱਤ ਪ੍ਰਾਪਤ ਕਰਦਾ ਹੈ ਅਤੇ ਮਨ ਕੀ ਮੱਤ ਦੇ ਅੰਧੇਰੇ 'ਚੋਂ ਬਾਹਰ ਨਿਕਲਦਾ ਜਾਂਦਾ ਹੈ। ਸਾਧ ਸੰਗਤ ਜੀ, ਇੱਥੇ ਨਾ ਇਹ ਪੌੜੀ ਕੰਪਲੀਟ ਹੋਈ, ਲੇਕਿਨ ਇਸ ਤੋਂ ਅਗਲੀਆਂ ਪੌੜੀਆਂ ਹੁਣ ਸ਼ੁਰੂ ਹੋਣਗੀਆਂ ਅਸੰਖ ਜਪ ਦੀ, ਉਸ ਤੋਂ ਬਾਅਦ ਹੋਏਗੀ ਅਸੰਖ ਮੂਰਖੰਦ ਘੋੜ ਦੀ, ਉਸ ਤੋਂ ਬਾਅਦ ਹੋਏਗੀ ਅਸੰਖ ਨਾਵ ਦੀ। ਇਹਦਾ ਮਤਲਬ ਹੁਣ ਵਿਰਲੇ ਮਨ ਨੂੰ ਪੰਜ ਪਰਿਵਾਰ ਵਾਲੇ ਚੰਗੇ ਗੁਣ ਪ੍ਰਾਪਤ ਹੋਣ ਤੋਂ ਬਾਅਦ ਇੱਕ ਹੋਰ ਅਕਲ ਸਮਝ ਆਈ ਹੈ ਕਿ ਕਿਹੜੇ ਕਿਹੜੇ ਗੁਣ ਚੰਗੇ ਹਨ। ਉਹਦੀ ਅਸੰਖ ਜਪ ਦੀ ਪੌੜੀ, ਅਤੇ ਕਿਹੜੇ ਨੀਚ ਕਰਮ ਵਾਲੇ ਅਵਗੁਣਾਂ ਵਾਲੇ ਖਿਆਲ ਹਨ, ਉਹ ਅਸੰਖ ਮੂਰਖੰਦ ਘੋੜ ਦੀ ਪੌੜੀ ਉਹ ਸ਼ੁਰੂ ਹੋਏਗੀ। ਉਹ ਲੋਕਾਂ ਬਾਰੇ ਨਹੀਂ ਕਰ ਰਹੇ ਅਸੰਖ ਮੂਰਖੰਦ ਘੋਰ, ਅਸੰਖ ਚੋਰ ਰਾਮ ਕੋਰ। ਕਿਹੜੇ ਕਿਹੜੇ ਮੈਨੂੰ ਮੰਦੇ ਖਿਆਲ ਆਉਂਦੇ ਨੇ, ਕਿਉਂਕਿ ਮੈਂ ਸੀਮੈਂਟਿਡ ਕਰਨਾ ਆਪਣੇ ਆਪ ਨੂੰ ਪਵਿੱਤਰਤਾ ਵਾਲੀ, ਮੈਨੂੰ ਰੱਬ ਜੀ ਦੇ ਦਰਬਾਰ ਅੰਦਰ ਇੱਕ ਮਿਕਤਾ ਪ੍ਰਾਪਤ ਕਰਨੀ ਹੈ। ਉਹਦੇ ਵਾਸਤੇ ਮੈਨੂੰ ਚੰਗੇ ਗੁਣਾਂ ਨਾਲ ਸਟਿਕ ਟੂ ਦੈਟ ਰਹਿਣਾ ਹੈ। ਤਾਂ ਇਹ ਹੁਣ ਅਗਲੀਆਂ ਪੌੜੀਆਂ ਵਿੱਚ ਇਹਨਾਂ ਦਾ ਐਨਾਲਿਸਿਸ ਹੋਏਗਾ।